ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ ਜੀ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਤੁਸੀਂ ਜਾਣਦੇ ਜੇ ਕਿ ਮੇਰੇ ਨਾਲ ਸੰਜੀਵ ਯਸ਼ ਖੰਨਾ ਜੀ ਬੈਠੇ ਨੇ। ਖਾਸ ਤੌਰ ਤੇ ਅਸੀਂ ਦੋਵੇਂ ਰਲ ਕੇ ਪੰਜਾਬ ਦੇ ਮੁੱਦਿਆਂ ਤੇ ਤੁਹਾਡੀ ਝਾਤ ਪਵਾਉਂਦੇ ਹਾਂ ਤੇ ਅੱਜ ਮੈਂ ਇਹਨਾਂ ਨੂੰ ਗੁਜ਼ਾਰਿਸ਼ ਕਰੂੰਗਾ ਕਿ ਉਹ ਮੁੱਦਾ ਲਓ ਪੰਜਾਬ ਦਾ, ਜਿਹੜਾ ਪੰਜਾਬ ਦੇ ਲੋਕ ਖਾਸ ਤੌਰ ਤੇ ਸੁਣਨਾ ਵੀ ਚਾਹੁੰਦੇ ਨੇ ਤੇ ਉਹਦਾ ਹੱਲ ਕਿਸ ਤਰ੍ਹਾਂ ਦਾ ਹੋਇਆ ਔਰ ਉਹ ਅੱਗੇ ਉਹਦਾ ਕੀ ਸਿੱਟਾ ਨਿਕਲੇਗਾ। ਸੋ ਆਪਾਂ ਬਲਕਾਰ ਜੀ ਸ਼ੁਰੂਆਤ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਆਏ ਹੋਏ ਨੇ ਪੰਜਾਬ ਦੇ ਵਿੱਚ, ਹਰਿਆਣਾ ਵਿੱਚ ਵੀ ਜਾਣਗੇ। ਇਸ ਵੇਲੇ ਜਦੋਂ ਆਪਾਂ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਇਸ ਵਕਤ ਫੇਰੀ ਤੇ ਨੇ ਜੀ, ਤੇ ਪੰਜਾਬ ਦੇ ਜਿਹੜੇ ਵਾਸੀ ਨੇ ਉਹ ਬੜਾ ਸੋਚਣ 'ਚ ਪਏ ਨੇ ਕਿ ਦੇਖੋ ਪ੍ਰਧਾਨ ਮੰਤਰੀ ਸਾਹਿਬ ਇਸ ਵਾਰ ਕੀ ਤੋਹਫੇ ਦਿੰਦੇ ਨੇ ਸਾਨੂੰ, ਕਿਉਂਕਿ ਪਿਛਲੀ ਵਾਰ ਸਾਡੇ ਮਨ 'ਚ ਗੱਲਾਂ ਰਹਿ ਗਈਆਂ ਕਿ ਪਤਾ ਨਹੀਂ ਪੰਜਾਬ ਵਾਸਤੇ ਕਿਹੜੇ ਨਵੇਂ ਪੈਕੇਜ ਆਉਣੇ ਨੇ ਜਿਹਦੀ ਘੋਸ਼ਣਾ ਕਰਨੀ ਹੈ। ਇਸ ਵਾਰ ਬੜੀਆਂ ਉਮੀਦਾਂ ਨੇ। ਖੈਰ ਹਰਿਆਣਾ ਦੇ ਲੋਕਾਂ ਨੂੰ ਵੀ ਹੋਣਗੀਆਂ। ਹਰਿਆਣਾ ਵਿੱਚ ਤੇ ਉਹਨਾਂ ਦੀ ਆਪਣੀ ਸਰਕਾਰ ਹੈ BJP, ਤੇ ਇਸ ਕਰਕੇ ਉਹਨਾਂ ਨੂੰ ਜ਼ਿਆਦਾ ਉਮੀਦਾਂ ਨੇ। ਸਾਨੂੰ ਵੀ ਬੜੀਆਂ ਉਮੀਦਾਂ ਨੇ ਕਿ ਸਾਡੇ ਵਾਸਤੇ ਜ਼ਿਆਦਾ ਮਿਲ ਜਾਣਗੇ। ਹੁਣ ਉਹ ਗੱਫਿਆਂ ਦਾ ਜ਼ਿਕਰ ਤੁਸੀਂ ਕਰੋ ਵੀ ਕਿਹੜੇ ਗੱਫੇ ਮਿਲਣੇ ਨੇ ਸਾਨੂੰ, ਕਿ ਮਿਲਣੇ ਵੀ ਨੇ ਕਿ ਨਹੀਂ ਮਿਲਣੇ। ਦੇਖੋ ਜੀ, ਬਹੁਤ ਵਧੀਆ ਗੱਲ ਕੀਤੀ ਤੁਸੀਂ। ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੰਜਾਬ ਦੇ ਵਿੱਚ ਫੇਰੀ ਪਾਉਣਾ ਬਹੁਤ ਵੱਡੀ ਗੱਲ ਹੈ। ਔਰ ਰਹੀ ਗੱਲ ਲੋਕਾਂ ਨੂੰ ਸਹੂਲਤਾਂ ਦੇਣ ਦੀ, ਉਹ ਤੁਸੀਂ ਜਿੱਦਾਂ ਕਿਹਾ ਕਿ ਇਹਦੇ ਵਿੱਚ ਵੱਡਾ ਜਿਹੜਾ ਛਾਬਾ ਭਰ ਕੇ ਜਿਹੜਾ ਉਹ ਹਰਿਆਣਾ ਗੌਰਮੈਂਟ ਨੂੰ ਜਾ ਸਕਦਾ। ਤੇ ਇਹ ਅੱਜ ਆਏ ਆ ਮੁੱਲਾਂਪੁਰ। ਇਹ ਮੁੱਲਾਂਪੁਰ ਜਿਹੜਾ ਚੰਡੀਗੜ੍ਹ, ਨਿਊ ਚੰਡੀਗੜ੍ਹ ਦੇ ਨਾਲ ਲੱਗਦਾ, ਉੱਥੇ ਇੱਕ ਕੈਂਸਰ ਹਸਪੀਟਲ ਆ, ਉਹਦਾ ਉਦਘਾਟਨ ਕਰਨ ਲਈ ਆਏ ਆ। ਔਰ ਬਹੁਤ ਵੱਡੀ ਗੱਲ ਹੈ ਕਿਉਂਕਿ ਕੈਂਸਰ ਦੀ ਬਿਮਾਰੀ ਬੜੀ ਨਾਮੁਰਾਦ ਬਿਮਾਰੀ ਆ ਔਰ ਪੰਜਾਬ ਦੇ ਲੋਕਾਂ ਲਈ ਖਾਸ ਤੌਰ ਤੇ ਇਹ ਇੱਕ ਵੱਡਾ ਤੋਹਫਾ ਹੈ ਹੀ ਆ। ਕਿਉਂਕਿ ਇਹਦੇ ਵਿੱਚ ਜਿਹੜੇ ਵੀ ਵਿਚਾਰੇ ਮਰੀਜ਼ ਨੇ, ਜਿਹੜੇ ਵੀ ਇਸ ਬਿਮਾਰੀ ਤੋਂ ਤੰਗ ਨੇ, ਉਹ ਇੱਥੋਂ ਬੜੀਆਂ ਵੱਡੀਆਂ ਸਹੂਲਤਾਂ ਲੈ ਸਕਦੇ ਆ। ਔਰ ਜਿਹਦੇ ਵਿੱਚ ਇਹਨਾਂ ਦਾ ਪਹਿਲਾ ਆਉਣਾ ਸੀਗਾ ਜਦੋਂ ਪੰਜਾਬ 'ਚ, ਉਦੋਂ ਤਾਂ ਚਲੋ ਬਾਰਿਸ਼ ਹੋ ਗਈ ਔਰ ਕੁਦਰਤੀ ਕਰੋਪੀ ਵੀ ਹੋ ਗਈ। ਉਦੋਂ ਬਾਅਦ ਇਹਨਾਂ ਤੋਂ ਬਾਕੀ ਲੋਕਾਂ ਦੀ ਵੀ ਕਰੋਪੀ ਹੋ ਗਈ ਕਿਉਂਕਿ ਲੋਕਾਂ ਨੇ ਵੀ ਸੜਕਾਂ ਘੇਰੀਆਂ ਸੀਗੀਆਂ। ਅੰਦੋਲਨ ਜਾਰੀ ਸੀ ਉਦੋਂ ਔਰ ਬਾਰਿਸ਼ ਪੂਰੇ ਜ਼ੋਰਾਂ ਦੀ ਸੀ। ਔਰ ਉਹਦੇ ਵਿੱਚ ਜਿੰਨੇ ਕੁ ਲੋਕ ਬੈਠੇ ਸੀ, ਇੰਨਾ ਕੁ ਲੋਕਾਂ ਨੇ ਜਿਹੜੇ ਅੱਖੀਂ ਵੇਖਿਆ ਡਿੱਠਾ ਮੇਲਾ ਵਾ, ਉਹਦੇ ਵਿੱਚ ਇਹ ਲੋਕਾਂ ਨੇ ਕਿਹਾ ਕਿ 500-700 ਤੋਂ ਬੰਦੇ ਵੱਧ ਹੈ ਨਹੀਂ ਸੀ ਉਹਦੇ 'ਚ। ਹੋ ਸਕਦਾ ਇਹਨਾਂ ਨੂੰ ਇੰਟਰਨਲ ਸਿਕਿਉਰਿਟੀ ਨੇ ਦੱਸਤਾ ਕਿ ਤੁਸੀਂ ਇੱਥੋਂ ਮੁੜਦੇ ਪੈਰੀ ਚੱਲ ਜਾਓ ਤਾਂ ਕਿ ਉੱਥੇ ਤੁਹਾਨੂੰ ਸੁਣਨ ਵਾਲਾ ਕੋਈ ਬੈਠਾ ਨਹੀਂ ਗਾ। ਔਰ ਉਦੋਂ ਵੀ ਕਾਂਗਰਸ ਦੀ ਇੱਥੇ ਗੌਰਮੈਂਟ ਸੀਗੀ, ਚੰਨੀ ਸਾਹਿਬ ਸੀਗੇ CM। ਅੱਜ ਉੱਥੇ ਭਗਵੰਤ ਮਾਨ ਜੀ ਉਹਨਾਂ ਦੇ ਨਾਲ ਉੱਥੇ ਬੈਠੇ ਨੇ ਔਰ ਉਹਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ। ਔਰ ਉਹ ਇਹਦੇ ਵਿੱਚ ਉਹਨਾਂ ਨੇ ਹੋ ਸਕਦਾ ਕੁਛ ਨਾ ਕੁਛ ਮੰਗ ਤਾਂ ਕੀਤੀ ਹੋਊਗੀ ਪੰਜਾਬ ਲਈ, ਕਿਉਂਕਿ ਜਿਹੜੇ ਪ੍ਰਧਾਨ ਮੰਤਰੀ ਨੇ ਜਿਸ ਕੁਰਸੀ 'ਤੇ ਉਹ ਸੁਸ਼ੋਭਿਤ ਨੇ, ਉਹਨਾਂ ਦਾ ਇੱਕ ਵਾਰੀ ਕਿਹਾ ਵੀ ਕਾਨੂੰਨ ਹੀ ਆ, ਜੋ ਉਹਨਾਂ ਕਹਿਤਾ ਉਹ ਬਿਲਕੁਲ ਪੂਰਾ ਹੋਊਗਾ। ਕਿਉਂਕਿ ਪੰਜਾਬ ਨੂੰ ਇਸ ਵੇਲੇ ਪੈਸੇ ਦੀ ਜ਼ਰੂਰਤ ਆ। ਇਹਨਾਂ ਨੇ ਸਹੂਲਤਾਂ ਦੇ ਤਾਂ ਹੜ ਵਗਾਤੇ ਆ। ਸਹੂਲਤਾਂ ਤਾਂ ਐਂ ਜਿੱਦਾਂ ਸਾਉਣ ਦੀ ਝੜੀ ਲੱਗ ਜਾਂਦੀ ਆ ਔਰ ਉਹਨੂੰ ਹੁਣ ਇੰਪਲੀਮੈਂਟ ਕਰਨ ਲਈ ਪੈਸੇ ਦੀ ਜ਼ਰੂਰਤ ਹੁੰਦੀ ਆ। ਬਿਲਕੁਲ ਜੀ, ਪੈਸੇ ਦੀ ਜ਼ਰੂਰਤ ਹੈ, ਪਰ ਫਿਲਹਾਲ ਸੁਰੱਖਿਆ ਦੇ ਇੰਤਜ਼ਾਮ ਨੇ ਔਰ ਨੋ ਫਲਾਈ ਜ਼ੋਨ ਏਰੀਆ ਡਿਕਲੇਅਰ ਕਰ ਦਿੱਤਾ ਗਿਆ ਨਿਊ ਚੰਡੀਗੜ੍ਹ ਨੂੰ। ਕੋਈ ਡਰੋਨ ਨਹੀਂ ਹੋਏਗਾ, ਮੋਬਾਈਲ ਵੀ ਜਾਮ ਕਰ ਦਿੰਦੇ ਉਦੋਂ, ਮੋਬਾਈਲ ਚੈਮਰਸ ਨੇ ਉੱਥੇ, ਸਭ ਕੁਝ ਮਤਲਬ ਕਿਉਂਕਿ ਹਾਈ ਸਿਕਿਉਰਿਟੀ ਹੈ। ਔਰ ਪਹਿਲਾਂ ਵੀ ਬ੍ਰੀਚ ਹੋਇਆ ਸੀਗਾ ਸਿਕਿਉਰਿਟੀ, ਜਿੱਦਾਂ ਕਾਫੀ ਮਾਮਲਾ ਬਣਿਆ। ਖੈਰ ਇਸ ਵਾਰ ਉਮੀਦ ਹੈ ਸਭ ਕੁਝ ਸਹੀ ਹੈ। ਤੇ ਹੁਣ ਇਹ ਆਪਾਂ ਨੂੰ ਜਦੋਂ ਨਿਊਜ਼ ਡਿਵੈਲਪ ਹੁੰਦੀ ਹੈ ਤਾਂ ਆਪਾਂ ਨੂੰ ਪਤਾ ਲੱਗੂਗਾ ਕਿ ਪੰਜਾਬ ਦੀ ਝੋਲੀ 'ਚ ਕੀ ਪਿਆ। ਗੱਲਾਂ ਹੀ ਪਈਆਂ ਜਾਂ ਛਾਬਾ ਭਰ ਕੇ ਪਿਆ ਜਾਂ ਗੱਲਾਂ ਦਾ ਕੜਾ ਖੋਇਆ ਗਿਆ, ਇਹ ਤਾਂ ਹੁਣ ਸਮਾਂ ਦੱਸੂਗਾ। ਇਹ ਭਗਵੰਤ ਮਾਨ ਨੂੰ ਵੀ ਚਾਹੀਦਾ ਕਿਉਂਕਿ ਉਹ ਖਾਸ ਤੌਰ 'ਤੇ ਇਹਨਾਂ ਨੂੰ ਮਿਲਦੇ ਰਹਿੰਦੇ, ਬਹੁਤ ਵਾਰੀ ਗਏ। ਅਹਿਮਦ ਸ਼ਾਹ ਜੀ ਨੂੰ ਮਿਲੇ, ਇਹਨਾਂ ਨੂੰ ਮਿਲੇ ਆ ਔਰ ਉਹਨਾਂ ਨੂੰ ਇਹ ਪਤਾ ਕਿ ਪੰਜਾਬ ਦੀਆਂ ਜਿਹੜੀਆਂ ਇਸ ਵੇਲੇ ਮੰਗਾਂ ਕੀ ਨੇ ਔਰ ਲੋਕ ਕੀ ਚਾਹੁੰਦੇ ਆ। ਉਹ ਉਹਨਾਂ ਮੰਗਾਂ ਨੂੰ ਦੁਬਾਰਾ ਇਹ ਰਿਪੀਟ ਕਰ ਦੇਣਗੇ, ਦੁਹਰਾ ਦੇਣਗੇ। ਅਤੇ ਹੋ ਸਕਦਾ ਜੇ 15 ਮੰਗਾਂ ਹੈਗੀਆਂ ਉਹ 'ਚੋਂ 7.5 ਤਾਂ ਮਿਲ ਹੀ ਜਾਣਗੀਆਂ ਨਾ, 50% 'ਤੇ ਮਿਲ ਸਕਦੀਆਂ। ਮੁੜ ਕੇ ਇੱਕ ਫਿਰ ਚੱਕਰ ਉੱਥੇ ਗੇੜੀ ਲਾਉਣ, ਹੈ ਕਿ ਨਹੀਂ। ਉੱਥੇ ਕੇਜਰੀਵਾਲ ਸਾਹਿਬ ਵੀ ਨੇ, ਉਹਨਾਂ ਨੂੰ ਨਾਲ ਲੈ ਕੇ ਚੱਲ ਜਾਣ, ਹੈ ਕਿ ਨਹੀਂ। ਉਹਦੇ ਵਿੱਚ ਇਹਨਾਂ ਦੇ ਦੋਸਤ ਮਿੱਤਰ ਉੱਥੇ ਹੋਰ ਵੀ ਬੈਠੇ ਨੇ। ਜੇ ਉਹਨਾਂ ਨਾਲ ਸਾਰਿਆਂ ਨਾਲ ਜ਼ੋਰ ਪਾ ਕੇ ਲੈਣਗੇ ਪੰਜਾਬ ਲਈ ਤਾਂ ਬੜਾ ਕੁਝ ਮਿਲ ਸਕਦਾ। ਬਿਲਕੁਲ ਸੈਂਟਰ ਹੈ, ਸੈਂਟਰ ਕੋਲ ਫੰਡ ਬਹੁਤ। ਔਰ ਦੂਜੀ ਗੱਲ ਹੈ ਨਾ, ਮੰਗਾਂ ਵੱਧਦੀਆਂ ਜਾ ਰਹੀਆਂ ਨੇ। ਪੰਜਾਬ ਯੂਨੀਵਰਸਿਟੀ ਦੀ ਮੰਗ ਵੀ ਵੱਧ ਗਈ, ਠੀਕ ਹੈ ਨਾ। ਤੇ ਭਾਖੜਾ ਡੈਮ ਦੇ ਬੋਰਡ ਵਿੱਚੋਂ ਪੰਜਾਬ ਨੂੰ ਬਾਹਰ ਕੱਢ ਦਿੱਤਾ, ਉਹ ਮੰਗ ਵੀ ਵੱਧ ਗਈ। ਤਾਂ ਇੱਧਰ ਜਿਹੜਾ ਸਾਡਾ ਪਾਰਲੀਮੈਂਟ ਹੈ ਉਹਨੂੰ ਲੈ ਕੇ ਵੀ ਜ਼ਮੀਨ ਜਿਹੜੀ ਹੈ ਹਰਿਆਣੇ ਦੀ, ਪਾਰਲੀਮੈਂਟ ਦੀ ਹਰਿਆਣਾ 'ਚ ਹੋਣੀ ਚਾਹੀਦੀ ਨਾ ਕਿ ਪੰਜਾਬ 'ਚ, ਇਹ ਮੰਗ ਵੀ ਵੱਧ ਗਈ। ਹਾਈ ਕੋਰਟ ਦੀ ਵੀ ਮੰਗ ਵੱਧ ਗਈ। ਤਾਂ ਮੰਗਾਂ ਵੱਧਦੀਆਂ ਜਾ ਰਹੀਆਂ ਇਸੇ ਤਰ੍ਹਾਂ। ਹੁਣ ਇੰਨਾ ਕੰਪਲੈਕਸ ਬਣ ਗਿਆ ਸਿਸਟਮ। ਦੇਖੋ ਭਗਵੰਤ ਮਾਨ ਸਾਹਿਬ ਕਿੱਦਾਂ ਰਾਹ ਕੱਢਦੇ ਨੇ। ਜਦੋਂ ਬੱਚਾ ਰੋਂਦਾ ਨਾ, ਉਹਨੇ ਕਹਿਣਾ ਮੈਂ ਖਿਡੌਣਾ ਲੈਣਾ, ਉਹ ਰੋ ਰਿਹਾ, ਉਹਨੂੰ ਖਿਡੌਣਾ ਲੈਣ ਤੋਂ ਬਾਅਦ ਉਹ ਨਹੀਂ, ਇਗਨੋਰ ਕਰ ਦਿੰਦੇ, ਨਹੀਂ ਅਗਲੇ ਦੁਕਾਨ ਤੋਂ ਲੈ ਲਈ, ਉੱਥੇ ਵੀ ਨਹੀਂ ਲੈ ਕੇ ਦਿੰਦੇ। ਉਹ ਫਿਰ ਹੋਰ ਬੜੀਆਂ ਚੀਜ਼ਾਂ ਵੇਂਦਾ, ਉਹ ਇੱਕ ਖਿਡੌਣੇ ਦੀ ਬਜਾਏ ਉੱਤੇ 36 ਮੰਗਾਂ ਬੱਚੇ ਦੀਆਂ ਵੱਧ ਜਾਂਦੀਆਂ।
ਰੋ ਕੇ ਤਾਂ ਚੀਜ਼ ਮਿਲ ਜਾਂਦੀ ਹੈ, ਪਰ ਇਸ ਤਰ੍ਹਾਂ ਦੀ ਜੇ ਲਟਕਾਓਗੇ ਤਾਂ ਲਟਕਣ ਨਾਲ ਉਹ ਹੋਰ ਵੱਧਦੀਆਂ ਜਾਣਗੀਆਂ ਮੰਗਾਂ। ਇਹ ਉਹ ਹਾਲ ਹੈ। ਇਹ ਉਹ ਹਾਲ ਹੈ। ਚਲੋ ਆਪਾਂ ਅੱਗੇ ਵਧਦੇ ਹਾਂ ਜੀ। ਹਾਈ ਕੋਰਟ ਨੇ ਅਹਿਮ ਸ਼ਖਸੀਅਤਾਂ ਦੀ ਸੁਰੱਖਿਆ ਬਹਾਲੀ ਦੇ ਹੁਕਮ ਦਿੱਤੇ ਜੀ। ਸੋ ਜਦੋਂ ਘੱਲੂਘਾਰਾ ਦਿਵਸ ਸੀ, ਘੱਲੂਘਾਰਾ ਦਿਵਸ ਦੇ ਵਿੱਚ ਸੁਰੱਖਿਆ ਵਾਪਸ ਲਿੱਤੀ ਗਈ ਸੀ ਕਿਉਂਕਿ ਮੁਲਾਜ਼ਮਾਂ ਦੀ ਨਫਰੀ ਘੱਟ ਹੈ, ਇਸ ਕਰਕੇ ਪੁਖਤਾ ਇੰਤਜ਼ਾਮ ਚਾਹੀਦੇ ਸੀ ਸਾਨੂੰ ਪੰਜਾਬ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ। ਇਸ ਕਰਕੇ ਕੁਝ ਸਿਕਿਉਰਿਟੀ ਵਾਪਸ ਲਿੱਤੀ ਗਈ ਤੇ ਉਦੋਂ ਹਾਦਸਾ ਵੀ ਵਾਪਰਿਆ ਸੀ। ਸਿੱਧੂ ਮੂਸੇਵਾਲਾ ਜੋ ਨਾਮੀ ਕਰਾਮੀ ਗਾਇਕ ਨੇ ਜੀ। ਸੋ ਹੁਣ ਉਸ ਤੋਂ ਬਾਅਦ ਫਿਰ ਤੋਂ ਹਾਈ ਕੋਰਟ ਨੇ ਹੁਕਮ ਕਰ ਦਿੱਤਾ ਕਿ ਸੁਰੱਖਿਆ ਵਾਪਸ ਕਰ ਦਿੱਤੀ ਜਾਵੇ ਜਿਹੜੀ ਵੀ ਵਾਪਸ ਲਿੱਤੀ ਸੀ, ਕਿਉਂਕਿ ਕਈ ਅਹਿਮ ਸ਼ਖਸੀਅਤਾਂ ਨੇ ਜਿਨ੍ਹਾਂ ਦੀ ਜਾਨ ਦੇ ਉੱਤੇ ਕਿਤੇ ਕੋਈ ਇਦਾਂ ਦੀ ਘਟਨਾ ਨਾ ਹੋ ਜਾਏ ਕਿ ਬਾਅਦ ਵਿੱਚ ਪਛਤਾਉਣਾ ਪਵੇ, ਇਸ ਕਰਕੇ। ਵੈਸੇ ਇਹ ਗੱਲ ਜਿਹੜੀ ਆ ਹਾਈ ਕੋਰਟ ਨੇ ਆਪ ਨਹੀਂ ਇਹ ਗੱਲ ਕਹੀ, ਇਹ ਜਾਚਕਾ ਦਾਇਰ ਹੋਈਆਂ ਸੀ ਤਾਂ ਦੇ ਕੇਸ ਦੀ ਸੁਣਵਾਈ ਕੇਸ ਅੱਗੇ ਵਧਿਆ। ਓਪੀ ਸੋਨੀ ਜਿਹੜੇ ਡਿਪਟੀ ਸੀਐਮ ਰਹੇ ਕਾਂਗਰਸ 'ਚ, ਉਹਨਾਂ ਨੇ ਜਾਚਕਾ ਪਾਈ, ਹੋਰ ਵੀ ਨਾਲ ਉਹਨਾਂ ਦੇ ਸਾਥੀ ਹੈ, ਉਹਨਾਂ ਨੇ ਪਾਈ ਸੀ ਜਾਚਕਾ ਕਿ ਸਾਡੇ ਕੋਲੋਂ ਜਿਹੜੀ ਆ ਸਿਕਿਉਰਿਟੀ ਖੋਹ ਲਈ ਗਈ ਹੈ, ਔਰ ਉਹਦੇ ਇਹ ਫਿਰ ਲੀਕ ਆਊਟ ਵੀ ਕਰ ਦਿੱਤਾ ਇਹਨਾਂ ਨੇ ਕਿ ਇਹਦੇ ਵਿੱਚੋਂ ਅਸੀਂ ਸਿਕਿਉਰਿਟੀ ਵਾਪਸ ਲੈ ਲਈ ਹੈ, 2-2 3-3 ਬੰਦੇ ਦਿੱਤੇ ਜਾਣਗੇ, ਕਈਆਂ ਨੂੰ ਦਿੱਤਾ ਹੀ ਨਹੀਂ। ਔਰ ਬਹੁਤ ਵੱਡਾ ਹਾਦਸਾ ਹੋਇਆ ਸਿੱਧੂ ਮੂਸੇਵਾਲੇ ਦਾ, ਜਿਹੜਾ ਪ੍ਰਸਿੱਧ ਗਾਇਕ ਸੀਗਾ ਹਿੰਦੁਸਤਾਨ ਦਾ ਨਹੀਂ ਪੂਰੀ ਦੁਨੀਆ ਦਾ, ਉਹਦਾ ਕਤਲकांड ਹੋ ਗਿਆ। ਔਰ ਉਹਦੇ 'ਚ ਪਤਾ ਲੱਗਾ ਕਿ ਉਹਦੇ ਕੋਲ 2 ਸੀਗੇ, ਉਹ 2 ਨਾਲ ਨਹੀਂ ਲੈ ਕੇ ਗਏ ਅਤੇ ਉਹ ਇੱਕ ਹਾਦਸਾ ਵਾਪਰ ਗਿਆ। ਹੋਰ ਉਹਦੇ ਤੋਂ ਬਾਅਦ ਬਹੁਤ ਇਸ ਤਰ੍ਹਾਂ ਦੇ ਹਾਦਸੇ ਵਾਪਰੇ, ਪਰ ਹੁਣ ਜਿਹੜੀ ਉਹਨਾਂ ਨੇ ਜਵਾਬ ਤਲਬ ਕਰ ਲਿਆ ਹਾਈ ਕੋਰਟ ਨੇ ਕਿ ਤੁਸੀਂ ਦੱਸੋ ਜਿਹੜੀ ਸਿਕਿਉਰਿਟੀ ਨਹੀਂ ਦੇ ਰਹੇ ਇਹਦੇ ਵਿੱਚ ਕਿੰਨੇ ਕੁ ਲੋਕ ਆ ਜਿਨ੍ਹਾਂ ਕੋਲ ਤੁਸੀਂ ਸਿਕਿਉਰਿਟੀ ਵਾਪਸ ਲਈ ਆ। ਦੂਜਾ ਉਹਨਾਂ ਨੂੰ ਕਈਆਂ ਨੂੰ Z+ ਸਿਕਿਉਰਿਟੀ ਵੀ ਦੇਣੀ ਬਣਦੀ ਆ, ਜਿਸ ਤਰ੍ਹਾਂ ਨਵਜੋਤ ਸਿੱਧੂ ਉਹਨਾਂ ਨੂੰ ਇਹ ਦਿੱਤੀ ਗਈ ਸੀ ਪਹਿਲੋਂ ਕਿ ਅੱਜ ਕੱਲ੍ਹ ਤੋਂ ਆਪ ਅੰਦਰ ਆ, ਔਰ ਹੋਰ ਵੀ ਜਿਹੜੇ VIP ਸੀ ਉਹਨਾਂ ਦੀ ਸਿਕਿਉਰਿਟੀ ਆ। ਔਰ ਇਹਨਾਂ ਨੇ ਇੱਕ ਲਿਸਟ ਬਣਾ ਕੇ ਇਸ ਤਰ੍ਹਾਂ ਦੀ ਰੱਖ ਦਿੱਤੀ ਜਿਹਦੇ ਵਿੱਚੋਂ ਸਿਕਿਉਰਿਟੀ ਵਾਪਸ ਲੈਣ ਨਾਲ ਇਹ ਪਤਾ ਨਹੀਂ ਇਹਨਾਂ ਨੇ ਕੀ ਸੋਚਿਆ ਕਿ ਸ਼ਾਇਦ ਇਹਦੇ ਨਾਲ ਖਜ਼ਾਨਾ ਭਰ ਜੂਗਾ ਜਾਂ ਇਹਦੇ 'ਚ ਕਿੰਨਾ ਕੁਝ ਫਾਇਦਾ ਹੋ ਜੂਗਾ, ਪਰ ਇਹਦੇ ਵਿੱਚ ਉਹਨਾਂ ਜਿੰਨੇ ਵੀ ਜਿਹੜੇ ਲੀਡਰ ਆ ਉਹਨਾਂ ਨੇ ਜਾਚਕਾ ਦਾਇਰ ਕਰਤੀਆਂ। ਨਿਆਂਪਾਲਕਾਂ ਨੇ ਬਕਾਇਦਾ ਤੌਰ ਤੇ ਕਿਹਾ ਕਿ ਜਿਹੜਾ ਤੁਸੀਂ ਕੰਮ ਕੀਤਾ ਹੈ ਬਿਲਕੁਲ ਚੰਗਾ ਨਹੀਂ ਗਾ, ਇਹਦੇ ਨਾਲ ਸਿਕਿਉਰਿਟੀ ਦੇਣੀ ਚਾਹੀਦੀ ਗੱਲ ਇਹ ਹੈ ਨਾ ਬਲਕਾਰ ਜੀ, ਆਰਨਾਮੈਂਟਲ ਸਿਕਿਉਰਿਟੀ ਸੀ, ਐਵੇਂ ਜਿਹਨੂੰ ਕਹਿੰਦੇ ਨੇ ਨਾ ਗਹਿਣਾ ਗੱਟਾ ਸਿਕਿਉਰਿਟੀ। ਹਾਂ, ਐਵੇਂ ਹੀ ਜਿਹਦਾ ਕੋਈ ਬਣਦਾ ਵੀ ਨਹੀਂ ਉਹ ਵੀ, ਜਿਹਦਾ ਕੋਈ ਲੀਡਰ ਕੋਈ ਆਪਣਾ ਰਿਸ਼ਤੇਦਾਰ ਹੈ ਉਹ ਵੀ, ਉਹਦਾ ਭਤੀਜਾ ਉਹਦਾ ਭਾਣਜਾ ਉਹ ਵੀ ਕਹਿੰਦਾ ਹੋਏਗਾ ਸਾਨੂੰ ਵੀ ਸਿਕਿਉਰਿਟੀ ਦੇ ਦਿਓ, 2 ਬੰਦੇ ਉਹਦੇ ਨਾਲ ਵੀ, 2 ਬੰਦੇ ਉਹਦੇ ਨਾਲ ਵੀ। ਸੋ ਤੁਸੀਂ ਇਹ ਵੀ ਦੇਖਦੇ ਹੋ ਕਿ ਜਿਹੜੇ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਹਾਲਾਤਾਂ ਦੇ ਵਿੱਚ ਕੰਮ ਕਰਦੇ ਨੇ, ਕਾਰ ਵੀ ਡਰਾਈਵ ਕਰਨੀ ਪੈਂਦੀ ਹੈ ਕਈ ਵਾਰ। ਸੋ ਜੋ ਉਹਨਾਂ ਦੀ ਡਿਊਟੀ ਦਾ ਹਿੱਸਾ ਤਾਂ ਨਹੀਂ ਹੈ ਪਰ ਮਜਬੂਰੀ ਹੋ ਜਾਂਦੀ ਕਿਉਂਕਿ ਉੱਪਰੋਂ ਇਨਸਟਰਕਸ਼ਨਸ ਨੇ, ਆਰਡਰਸ ਨੇ, ਇਸ ਕਰਕੇ ਸਿਕਿਉਰਿਟੀ ਮੈਨ ਦੇ ਤੌਰ ਤੇ ਉਹਨਾਂ ਨੂੰ ਕੰਮ ਕਰਨਾ ਪੈਂਦਾ। ਤੇ ਬਾਅਦ ਵਿੱਚ ਅਸੀਂ ਦੇਖਦੇ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਸਿਕਿਉਰਿਟੀ ਦੀ ਲੋੜ ਵੀ ਨਹੀਂ ਹੈ ਉਹ ਵੀ ਸਿਕਿਉਰਿਟੀ ਲੈ ਕੇ ਬਹਿ ਜਾਂਦੇ ਨੇ, ਕਿਉਂਕਿ ਲਾਮ ਲਸ਼ਕਰ ਚੰਗਾ ਲੱਗਦਾ ਨਾ, ਜਿੱਥੇ ਜਾਓ ਇੱਜ਼ਤ ਬਣਦੀ ਕਿ ਨਾਲ ਸਿਕਿਉਰਿਟੀ ਗਾਰਡ ਵੀ ਹੈਗੇ ਨੇ, ਕਿਤੇ ਫੰਕਸ਼ਨ ਤੇ ਜਾਓ ਤੇ ਨਾਲ 4 ਸਿਕਿਉਰਿਟੀ ਗਾਰਡ ਹੋਣ ਤੇ ਬੜੀ ਇੱਜ਼ਤ ਬਣਦੀ ਹੈ। ਇਹ ਇਦਾਂ ਦੀ ਜਿਹੜੀ ਸਾਈਕੀ ਹੈ ਨਾ, ਇਦਾਂ ਦੀ ਜਿਹੜੀ ਸੋਚ ਹੈ, ਇਹ ਕਿਤੇ ਨਾ ਕਿਤੇ ਸਰਕਾਰ ਨੂੰ ਇਸ ਤਰ੍ਹਾਂ ਦੇ ਫੈਸਲੇ ਲੈਣ ਵਾਸਤੇ ਮਜਬੂਰ ਕਰਦੀ ਹੈ ਕਿ ਜਿਹੜੀ ਐਕਸਟਰਾ ਸਿਕਿਉਰਿਟੀ ਹੈ, ਪਰ ਉਹਦੇ 'ਚ ਕਈ ਵਾਰ ਇਦਾਂ ਦੀ ਗੱਲ ਵੀ ਹੋ ਜਾਂਦੀ ਹੈ ਕਿ ਜਿੱਥੇ ਵਾਕਈ ਸਿਕਿਉਰਿਟੀ ਚਾਹੀਦੀ ਹੁੰਦੀ ਹੈ ਉੱਥੋਂ ਵੀ ਸਿਕਿਉਰਿਟੀ ਵਾਪਸ ਲੈ ਲਈ ਜਾਂਦੀ ਹੈ ਤੇ ਇਦਾਂ ਦੇ ਹਾਦਸੇ ਵਾਪਰ ਜਾਂਦੇ ਨੇ। ਇਦਾਂ ਦੇ ਹਾਦਸੇ ਇਸ ਕਰਕੇ ਵਾਪਰੇ ਜਿਹੜੇ ਸਾਬਕਾ ਕੈਬਨਿਟ ਮੰਤਰੀ ਆ ਜਾਂ ਜਿਹੜੇ ਅਨਟਾਈਟਲ ਨੇ ਉਹਨਾਂ ਨੂੰ ਤਾਂ ਦੇਣੀ ਬਣਦੀ ਹੈ, ਸੈਲੀਬ੍ਰਿਟੀ ਹੈ ਉਹਨਾਂ ਨੂੰ ਬਣਦੀ ਹੈ। ਜਿਹੜੇ ਨਾਲੇ ਫਿਰ ਪ੍ਰਾਈਵੇਟ ਰੱਖਣਗੇ, ਆਪਣੇ ਬਹੁਤ ਸਾਰੇ ਰੱਖਣਗੇ, ਕਈ ਕੁਛ ਰੱਖਦੇ ਆ। ਸਿੰਗਰਾਂ ਦੇ ਨਾਲ ਤਾਂ ਜ਼ਰੂਰੀ ਹੈ ਹੁਣ ਕਿਉਂਕਿ ਇਦਾਂ ਦੇ ਹਾਦਸੇ ਵਾਪਰੇ ਆ। ਜਦੋਂ ਦਿਲਸ਼ਾਦ ਅਖਤਰ ਮਾਰਿਆ ਗਿਆ ਸੀਗਾ, ਜਦੋਂ ਚਮਕੀਲਾ ਸਿੰਗਰ ਮਾਰਿਆ ਗਿਆ ਸੀਗਾ, ਉਦੋਂ ਤੋਂ ਬਾਅਦ ਵਰਿੰਦਰ ਫਿਲਮਾਂ ਦੇ ਐਕਟਰ ਸੀ ਉਹ ਮਾਰੇ ਗਏ, ਔਰ ਇਹਨਾਂ ਦੇ ਵਿੱਚ ਬੜੇ ਲੋਕਾਂ ਨਾਲ ਇਦਾਂ ਦੇ ਹਾਦਸੇ ਵਾਪਰੇ ਆ। ਸਿਕਿਉਰਿਟੀ ਜ਼ਰੂਰੀ ਆ, ਇਸੇ ਕਰਕੇ ਜ਼ਰੂਰੀ ਹੈ। ਇਹਦਾ ਤਾਂ ਉਦਾਹਰਨ ਹੁਣ ਸਿੱਧੂ ਮੂਸੇਵਾਲੇ ਦੇ ਨਾਲ ਜੋ ਕੁਝ ਹੋ ਗਿਆ, ਪਰ ਜਿਹੜੇ ਯੂਜ਼ਲੈਸ ਜਿਹੜੇ ਆਮ ਲਈ ਫਿਰਦੇ ਆ ਜਿਨ੍ਹਾਂ ਨੂੰ ਕੋਈ ਇਦਾਂ ਦਾ ਖਦਸ਼ਾ ਨਹੀਂ, ਡਰ ਨਹੀਂ ਗਾ, ਉਹਨਾਂ ਤੋਂ ਵਾਪਸ ਲੈ ਲੈਣੀ ਚਾਹੀਦੀ ਹੈ। ਮੰਤਰੀ ਨੇ ਉਹਨਾਂ ਕੋਲ ਵਾਪਸ ਨਹੀਂ ਲੈਣੀ ਚਾਹੀਦੀ। ਨੰਬਰ 2, ਜਿੱਦਾਂ ਹੁਣ ਇਹਨਾਂ ਨੇ MLA ਇੱਕ ਵਾਰੀ ਜਿਹੜੇ MLA ਦੁਬਾਰਾ ਬਣੇ ਦੂਜੀ ਟਰਮ 'ਚ ਲਏ, ਉਹਨਾਂ ਨੂੰ ਨਹੀਂ ਦਿੱਤਾ, ਉਹ ਅੱਛੀ ਗੱਲ ਹੈ ਕਿ ਉਹ 5-5 6-6 7-7 ਤੱਕ ਪੈਨਸ਼ਨਾਂ ਲਈ ਜਾਂਦੇ ਆ। ਉਹਨਾਂ ਦੇ DATA ਬੜਾ ਕੁਝ ਬਣਦਾ ਸੀਗਾ, ਉਹ ਪੈਸਾ ਫਜ਼ੂਲ ਜਾ ਰਿਹਾ ਸੀਗਾ। ਉਹ ਇੱਕ ਤਰ੍ਹਾਂ ਦਾ ਲੋਕਾਂ ਦੇ ਸਿਰ ਤੇ ਟੈਕਸ ਸੀਗਾ। ਉਹ ਹੁਣ ਜਿਹੜਾ ਉਹ ਨਾ ਤਾਂ ਇਨਕਮ ਟੈਕਸ ਦਾ ਦਿੰਦੇ ਸੀਗੇ, ਇਨਕਮ ਟੈਕਸ ਵੀ ਸਰਕਾਰ ਭਰਦੀ ਸੀ। ਇਹ ਚੀਜ਼ਾਂ ਇਜ਼ ਅ ਗੁੱਡ ਡਿਸੀਜਨ ਜਿਹੜੀ ਮੌਜੂਦਾ ਸਰਕਾਰ ਨੇ ਲਿਆ। ਇੱਦਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਚੰਗੀਆਂ ਹੈਗੀਆਂ, ਕਿਉਂਕਿ ਇੱਕ ਆਮ ਨਾਗਰਿਕ ਜਾਂ ਸੀਨੀਅਰ ਸਿਟੀਜ਼ਨ ਉਹ ਤਾਂ ਵਿਚਾਰਾ ਤਰਸ ਰਿਹਾ ਇਹਨਾਂ ਗੱਲਾਂ ਨੂੰ, ਉਹਨੂੰ ਕੋਈ ਸਹੂਲਤ ਨਹੀਂ। ਜਿਹੜਾ MLA ਯੰਗ ਆ, ਜਵਾਨ ਆ, ਸਾਰਾ ਕੁਝ ਉਹ 8-8 ਪੈਨਸ਼ਨਾਂ ਲੈ ਕੇ ਤੇ ਜੇਬਾਂ ਭਰੀ ਜਾ ਰਿਹਾ। ਇਹ ਜਿਹੜੀ ਸੀ ਊਣਤਾਈ ਸੀਗੀ, ਇਹਨਾਂ ਨੇ ਦੂਰ ਕਰ। ਔਰ ਇੱਕ ਵਾਰੀ ਫਿਰ ਤੋਂ ਨਾ ਇੱਕ ਕਮੇਟੀ ਜਿਹੜੀ ਹੈ ਉਹ ਇਸ ਦੇ ਉੱਤੇ ਬਿਲਕੁਲ ਜਾਂਚ ਬਿਠਾਵੇ ਕਿ ਕਿੰਨਾ ਸ਼ਖਸੀਅਤਾਂ ਨੂੰ ਬਕਾਇਦਾ ਸਿਕਿਉਰਿਟੀ ਮਿਲਣੀ ਚਾਹੀਦੀ ਔਰ ਕਿੰਨਾਂ ਨੂੰ ਨਹੀਂ ਮਿਲਣੀ ਚਾਹੀਦੀ। ਇੱਕ ਜ਼ਰਾ ਰੀਸ਼ਫਲ ਹੋ ਜਾਵੇ, ਲਿਸਟ ਇਦਾਂ ਦੀ ਬਣਾਉਣੀ ਚਾਹੀਦੀ। ਯੈਸ, ਇੱਕ ਰੀਸ਼ਫਲਿੰਗ ਹੋ ਜਾਵੇ। ਉਹਦੇ 'ਚ ਕੀ ਹੋਏਗਾ ਕਿ ਕੱਲ ਨੂੰ ਸਰਕਾਰ ਦੇ ਉੱਤੇ ਕੋਈ ਉਂਗਲ ਨਹੀਂ ਚੁੱਕ ਸਕੇਗਾ।
ਕਹਿਣਗੇ ਕਿ ਇਹਨਾਂ ਨੇ ਬਿਲਕੁਲ ਪਰ ਜਿਹੜੇ ਰਹਿ ਜਾਂਦੇ ਉਹ ਫਿਰ ਜਾਜਕਾ ਲਾਉਂਦੇ ਇਨਕੁਆਰੀ, ਫਿਰ ਉੱਥੇ ਪਾਉਂਦੇ। ਜਿਹੜੇ ਰਹਿ ਜਾਂਦੇ ਉਹਨਾਂ ਨੇ ਅੱਗੇ ਲਿਸਟਾਂ ਪਾਤੀਆਂ, ਜਿਨ੍ਹਾਂ ਨੂੰ ਨਹੀਂ ਵੀ ਸੀ ਮਿਲੀ ਉਹਨਾਂ ਵੀ ਪਾਈ ਆ ਕਿ ਸਾਨੂੰ ਮਿਲਣੀ ਚਾਹੀਦੀ ਹੈ, ਅਸੀਂ ਤਾਂ ਦੇਖੋ VIP ਆ, ਅਸੀਂ ਆਹ ਕੰਮ ਕਰਦੇ ਹਾਂ। ਇੱਕ ਵਾਰੀ ਕਈ ਖੇਡ ਵੀ ਬਣ ਜਾਂਦੀ ਹੈ, ਭੇਡ ਚਾਲ ਵੀ ਬਣ ਜਾਂਦੀ ਹੈ। ਕਈ ਬੰਦੇ ਨਹੀਂ ਲੈਣਾ ਚਾਹੁੰਦੇ, ਉਹ ਕਹਿੰਦੇ ਯਾਰ ਸਿਕਿਉਰਿਟੀ ਆਉਂਦੀ ਤਾਂ ਅਸੀਂ ਤਾਂ ਪੂਰੇ ਸਕੰਜੇ 'ਚ ਆਏ ਰਹੇ ਨੇ, ਅਸੀਂ ਇੱਧਰ ਨਹੀਂ ਜਾਣਾ ਉੱਧਰ ਨਹੀਂ ਜਾਣਾ, ਜਿਨ੍ਹਾਂ ਨੂੰ ਕੋਈ ਡਰ ਨਹੀਂ ਗਾ। ਹੁਣ ਵੀ ਜਿਹੜੇ ਬਾਹਰਲੀ ਕੰਟਰੀ 'ਚ ਆ ਉਹਨਾਂ ਨੂੰ ਕੋਈ ਮਤਲਬ ਨਹੀਂ। ਹਿਮਾਚਲ 'ਚ ਤੁਸੀਂ ਦੇਖ ਲਓ, ਜਿਹੜੀ ਰਿਜ ਆ ਨਾ ਹਿਮਾਚਲ ਦੀ, ਜਿੱਥੇ ਤੁਸੀਂ ਘੁੰਮਦੇ ਜੇ ਉੱਥੇ ਸਾਰੇ ਮੰਤਰੀ CM ਕੀ ਕੈਬਨਿਟ ਮੰਤਰੀ ਆਰਾਮ ਨਾਲ ਘੁੰਮਦੇ, ਗੱਡੀ ਉੱਤੇ ਜਾਂਦੀ ਨਹੀਂ ਗੀ। ਇਹ ਪੰਜਾਬ 'ਚ ਹੀ ਹੁੰਦਾ। ਪੰਜਾਬ 'ਚ ਸਰਪੰਚ ਵੀ ਸਿਕਿਉਰਿਟੀ ਮੰਗਦਾ, ਨੰਬਰਦਾਰ ਵੀ ਮੰਗਦਾ ਤੇ ਪਟਵਾਰੀ ਵੀ ਮੰਗਦਾ, ਸਾਰੇ ਸਿਕਿਉਰਿਟੀ ਮੰਗਦੇ। ਸਾਰਿਆਂ ਨੂੰ ਸਿਕਿਉਰਿਟੀ ਚਾਹੀਦੀ ਹੈ। ਚਲੋ ਆਪਾਂ ਅੱਗੇ ਵਧਦੇ ਹਾਂ ਜੀ। ਹਾਂ, ਹੁਣ ਭਾਰਤ ਭੂਸ਼ਣ ਆਸ਼ੂ ਜੀ ਜੋ ਕਾਂਗਰਸ ਦੇ ਨੇ, ਐਕਸ ਮਿਨਿਸਟਰ ਨੇ ਪੰਜਾਬ ਦੇ, ਹੂੰ, ਸੋ ਉਹਨਾਂ ਦੇ ਉੱਤੇ ਰੇਡ ਹੋਇਆ ਔਰ ਹੁਣ ਰੇਡ ਤੋਂ ਬਾਅਦ 4 ਦਿਨ ਦਾ ਪੁਲਿਸ ਰਿਮਾਂਡ ਹੋ ਗਿਆ। ਸੈਲੂਨ 'ਚ ਹੀ ਬੈਠੇ ਹੋਏ ਸੀ, ਸੈਲੂਨ 'ਚ ਹੀ ਫੜਿਆ ਉਹਨੂੰ, ਕਿਉਂਕਿ ਆਪਣਾ ਅੱਧੇ ਗਜ ਦਾੜੀ ਸਵਰੂਪ ਬੜਾ ਸਜਾ ਕੇ ਸਵਾਰ ਕੇ ਰੱਖਦੇ ਨੇ। ਸੋ ਅਚਾਨਕ ਹੀ ਕੋਈ ਆ ਕੇ ਇਹਨਾਂ ਤੋਂ ਸੀ, ਇਹਦੇ ਤੋਂ ਵਿਜੀਲੈਂਸ ਦਾ ਆ ਕੇ ਬੈਗ ਨਾਲ, ਉਹ ਕਹਿੰਦੇ ਜੀ ਕਦੋਂ ਚੱਲਣਾ? ਇਹਨਾਂ ਨੂੰ ਪੁੱਛਿਆ ਗਿਆ, ਕਹਿੰਦੇ ਕਿੱਥੇ? ਉਹ ਕਹਿੰਦਾ ਜੀ ਮੈਂ ਫਰੋਮ ਵਿਜੀਲੈਂਸ ਬਿਊਰੋ, ਉਹਦੇ 'ਚੋਂ ਆ ਰਿਹਾ। ਕਹਿੰਦਾ ਫਿਰ ਕਾਹਦੇ ਲਈ? ਕਹਿੰਦਾ ਆ ਕੇ ਤੁਸੀਂ ਤੁਹਾਨੂੰ ਅਰੈਸਟ ਕਰਨਾ। ਉਹ ਕਹਿੰਦਾ ਫਿਰ ਮੈਨੂੰ ਵਾਲ ਤਾਂ ਕਟਾ ਲੈਣ ਦੇ ਪੂਰੇ। ਕਹਿੰਦਾ ਪਹਿਲੋਂ ਤਾਂ ਕਹਿੰਦਾ ਚਲੋ, ਕਹਿੰਦੇ ਨਹੀਂ ਵਾਲ ਕਟਾਓ ਪੂਰੇ, ਪਹਿਲੋਂ ਪੂਰੇ ਠੀਕ ਤਰ੍ਹਾਂ ਹੋ, ਫਿਰ ਤੁਹਾਨੂੰ ਲੈ ਕੇ ਜਾਂਦੇ ਹਾਂ। ਫਿਰ ਇਹਨੂੰ ਲੈ ਕੇ ਗਏ। ਉਹਦੇ ਵਿੱਚ ਫਿਰ ਇਹ ਨਹੀਂ ਗਏ ਕਿ ਜਿਹੜੇ ਭਾਰਤ ਭੂਸ਼ਣ ਜੀ ਫਸੇ ਆ, ਉਹਦੇ 'ਚ ਬਹੁਤ ਗਰੁੱਪ ਆ। ਇੱਕ ਨਾਲ ਉਹਨਾਂ ਦੇ ਇੱਕ ਇਹਨਾਂ ਦਾ ਤੇਲੂ ਰਾਮ, ਜਿਹੜੇ ਟੈਂਡਰ ਜੇ ਉਹਨਾਂ ਕੋਲ ਐਕਸੈਪਟ ਹੁੰਦੇ ਸੀ ਟੈਂਡਰ, ਇਹਨਾਂ ਨੇ ਫਿਰ ਆਪ ਦੱਸਿਆ ਹੁਣ ਰਿਮਾਂਡ 'ਚ ਵੀ ਟੈਂਡਰ ਜਿਹੜੇ 120% ਹੀ ਅਬਵ ਉੱਪਰ ਲੈ ਕੇ ਗਏ ਸੀਗੇ। ਇਹਦੇ 'ਚ ਇੰਨੀਆਂ ਉਣਤਾਈਆਂ ਲੱਭੀਆਂ ਰਿਮਾਂਡ ਦੇ ਵਿੱਚ। ਇੱਕ ਖਾਨਾ ਜੀ ਤੁਸੀਂ ਕਿ ਹੈਰਾਨ ਹੋ ਜਾਓਗੇ, ਜਦੋਂ ਢੋਆ ਢੋਈ ਹੁੰਦੀ ਆ ਕਣਕਾਂ ਦੀ, ਕਣਕ ਦੀ, ਝੋਨੇ ਦੀ, ਹੈ ਨਾ, ਇੱਕ ਮੰਡੀ ਤੋਂ ਦੂਜੀ ਸਟੋਰ 'ਚ ਜਾ ਰਹੀ ਹੈ, ਉਹਦੇ 'ਚ ਨੰਬਰ ਜਿਹੜੇ ਲੱਭੇ ਪਤਾ ਕਾਹਦੇ ਹੈਗੇ? ਸਕੂਟਰਾਂ ਦੇ, ਮੋਟਰਸਾਈਕਲ ਦੇ, ਕਾਰਾਂ ਦੇ। ਉਹ ਟਰੱਕ ਦੇ ਨੰਬਰ ਨਹੀਂ ਕਿ ਟ੍ਰੇਸ ਆਊਟ ਹੋ ਗਿਆ। ਇਸੇ ਤਰ੍ਹਾਂ ਹਿਮਾਚਲ 'ਚੋਂ ਵੀ ਆਹੀ ਗੜਬੜੀ ਹੈ। ਹਿਮਾਚਲ 'ਚੋਂ ਵੀ ਉਹ ਉੱਥੋਂ ਇਹਦਾ ਢੋਆਈ ਜਦੋਂ ਹੋਣ ਦਾ ਆਇਆ ਤਾਂ ਉਹਨਾਂ ਨੇ ਕਿਹਾ ਪੰਜਾਬ 'ਚ ਭੇਜੀ ਹੈ, ਕਣਕ, ਜੌਂ, ਮਸਰ ਸਾਰਾ ਹੀ ਉੱਥੇ ਭੇਜਿਆ। ਉਹਨਾਂ ਗੱਡੀਆਂ ਨੇ ਆਖਿਆ ਕਿਹੜੀਆਂ ਗੱਡੀਆਂ 'ਤੇ ਭੇਜੀ ਹੈ? ਉਹਦੇ ਆਹ ਗੱਡੀਆਂ ਟ੍ਰੇਸ ਆਊਟ ਹੋਈਆਂ, ਸਾਰਾ ਕੁਝ ਕੀਤਾ। ਤਾਂ ਸਕੂਟਰ, ਉਹ 2 ਵੀਲਰ ਹੈਗੇ ਜਿਹਨਾਂ 'ਤੇ ਨਹੀਂ ਜਾਂਦੇ। ਇਹ ਵੀ ਦੇਖੋ, ਜੇ ਤੁਸੀਂ ਕੰਮ ਕਰਨਾ, ਜੇ ਫੇਕ ਦੇ ਰਹੇ ਜੇ ਨੰਬਰ, ਕੋਈ ਚੱਜ ਦਾ ਨੰਬਰ ਤੇ ਦੇ ਦਿਓ। ਇਹ ਪੰਜਾਬ ਦੀ ਇਸ ਗੌਰਮੈਂਟ ਦਾ ਹੋਇਆ, ਬਾਕਾਇਦਾ ਤੌਰ 'ਤੇ ਫੜਿਆ ਗਿਆ। ਔਰ ਉਹਦੇ ਨਾਲ ਇਹ ਨਹੀਂ ਕਹੇਗੇ ਇੱਕ ਬੰਦੇ 2 ਬੰਦੇ ਬੈਠੇ ਆ ਪਨਸਪ ਦੇ ਅਤੇ ਇੱਧਰੋਂ ਫੂਡ ਐਂਡ ਸਪਲਾਈ ਦੇ ਜਿਹੜੇ ਬੰਦੇ ਕੈਨੇਡਾ ਬੈਠੇ ਜਾ ਕੇ, ਉਹਨਾਂ ਨੇ, ਉਹ ਚੇਅਰਮੈਨ ਸੀਗੇ, ਉਹਨਾਂ ਨੇ ਜਦੋਂ ਤਬਦੀਸ਼ ਕੀਤੀ, ਸਾਰਾ ਕੁਝ ਕੀਤਾ, ਉਹਨਾਂ ਨੇ PR ਲਈ ਚੁਟਕੀ ਮਾਰ ਕੇ ਬਾਹਰ। ਉਹ ਦੇਖ ਲਓ, ਗੌਰਮੈਂਟ ਨੂੰ ਉਦੋਂ ਨਹੀਂ ਪਤਾ ਲੱਗਦਾ। ਦੇਖੋ ਗੱਲ ਇਹ ਹੈ ਕਿ ਜਿਹੜਾ ਤੁਸੀਂ ਨੰਬਰਾਂ ਦੀ ਗੱਲ ਕੀਤੀ ਹੈ ਨਾ, ਕੁਝ ਦਿਨ ਪਹਿਲਾਂ ਇਹ ਵੀ ਨਿਊਜ਼ ਸੀ ਕਿ 15 ਅਗਸਤ ਨੂੰ ਇੱਕ ਜਗ੍ਹਾ ਦੇ ਉੱਤੇ ਜਿਹੜਾ ਜਿਪਸੀ ਦਾ ਜਿਹੜਾ ਨੰਬਰ ਸੀਗਾ, ਉਹ ਕਿਸੇ ਸਕੂਟਰ ਦਾ ਨੰਬਰ ਸੀ, ਉਹ ਓਪਨ ਜਿਪਸੀ, ਕਿਉਂਕਿ ਉਹ ਕਿਸੇ ਵਿਧਾਇਕ ਦੀ ਹੈਗੀ ਆ। ਉਹ ਜਦੋਂ ਵੀ 15 ਅਗਸਤ ਦਾ ਫੰਕਸ਼ਨ ਹੁੰਦਾ ਉਦੋਂ ਉਧਾਰ ਮੰਗ ਲਈ ਜਾਂਦੀ ਹੈ। ਤੇ ਮਿਨਿਸਟਰ ਸਾਹਿਬ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਇਸ ਗੱਲ ਦਾ। ਇਹ ਹੁੰਦਾ ਸਾਡੇ ਤੇ। RTA ਕੀ ਕਰਦਾ? ਟਰਾਂਸਪੋਰਟ ਮਹਿਕਮਾ ਕੀ ਕਰ ਰਿਹਾ? ਇਹ ਸਭ ਚੱਲਦਾ ਪਿਆ। ਔਰ ਦੂਜੀ ਗੱਲ ਇਹ ਹੈ ਕਿ ਜਦੋਂ ਆਪਾਂ ਇਸ ਕੇਸ ਤੇ ਆਉਂਦੇ ਆ, ਆਸ਼ੂਤੋਸ਼ ਜੀ ਦੇ ਭਾਰਤ ਭੂਸ਼ਣ ਆਸ਼ੂ ਜੀ ਦੇ ਕੇਸ ਤੇ ਆਉਂਦੇ ਆ, ਤੇ ਉਹ ਮਾਨ ਸਾਹਿਬ ਇਹ ਕਹਿੰਦੇ ਨੇ, ਸਾਡੇ ਜੋ CM ਨੇ, ਇਹ ਹਮੇਸ਼ਾ ਵੀ ਜਦੋਂ ਪੰਜਾਬ 'ਚ ਆਉਂਦੇ ਸੀ ਤਾਂ ਕਹਿੰਦੇ ਸੀ ਸਾਨੂੰ ਫੜ ਲਓ, ਸਾਨੂੰ ਫੜ ਕੇ ਦਿਖਾਓ। ਨਹੀਂ ਨਾ, ਮੁਹਾਲੀ ਕਿਹਾ, ਉੱਥੇ ਜਾ ਕੇ ਨਾ ਲਲਕਾਰਿਆ ਵੀ ਹੈ। ਇਹਨਾਂ ਨੇ ਪੰਜਾਬ ਨੂੰ ਲੁੱਟਿਆ, ਉਹਨਾਂ ਦੇ ਉੱਤੇ ਐਕਸ਼ਨ ਹੋਣਾ। ਹੁਣ ਇਹ ਲੁੱਟਿਆ ਕਿ ਨਹੀਂ ਲੁੱਟਿਆ ਤਾਂ ਤਹਿਕੀਕਾਤ ਦਾ ਵਿਸ਼ਾ ਵਿਜੀਲੈਂਸ ਦੱਸੇਗਾ। ਜੋ CM ਸਾਹਿਬ ਨੇ ਗੱਲ ਕਹੀ ਕਿ ਜਿੱਥੇ ਵੀ ਸਾਨੂੰ ਸ਼ੱਕ ਹੈ ਕਿ ਪੰਜਾਬ ਨੂੰ ਲੁੱਟਣ ਵਾਲੇ ਕੋਈ ਬੈਠੇ ਨੇ, ਮੌਜੂਦ ਨੇ, ਅਸੀਂ ਉਹਨਾਂ ਦੇ ਖਿਲਾਫ ਐਕਸ਼ਨ ਲੈਣਾ, ਕਿਉਂਕਿ ਅਸੀਂ ਕਿਹਾ ਹੈ ਆਪਣੀਆਂ ਇਲੈਕਸ਼ਨਸ ਦੇ ਦੌਰਾਨ ਕਿਹਾ ਹੈ ਕਿ ਅਸੀਂ ਇਹ ਸਟੈਪ ਲੈਣਾ ਤੇ ਅਸੀਂ ਉਹ ਸਟੈਪ ਲੈ ਰਹੇ ਹਾਂ। ਤੇ ਇਹਨਾਂ ਨੇ ਲਲਕਾਰ ਕੇ ਕਿਹਾ ਸੀਗਾ ਕਿ ਫੜ ਸਕਦੇ ਹੋ। ਇਹਨਾਂ ਵੈਸੇ ਜੋ ਵੀ ਆ, ਭਗਵੰਤ ਮਾਨ ਸਰਕਾਰ ਜਿਹੜੀ ਆਈ ਆ, ਵੈਸੇ ਐਕਸ਼ਨ 'ਚ ਤਾਂ ਆ ਗਈ। ਐਕਸ਼ਨ ਤਾਂ ਹੈ, ਕਿਉਂਕਿ ਇਹ ਉਹੀ ਹੈ ਵਿਜੀਲੈਂਸ ਜਿਹੜੀ ਪਹਿਲਾਂ ਵੀ ਦੂਜੀਆਂ ਸਰਕਾਰਾਂ ਦੇ ਅੰਡਰ ਰਹੀ ਹੈ। ਹੁਣ ਇਹ ਦੇਖੋ ਐਕਸ਼ਨ 'ਚ ਆ ਗਈ ਹੈ। ਰੋਜ਼ ਤੁਸੀਂ ਦੇਖੋਗੇ ਕਿਤੇ ਨਾ ਕਿਤੇ ਜਿਹੜੇ ਵਹੀਕਲ ਟਰਾਂਸਪੋਰਟ ਦੇ ਇੰਸਪੈਕਟਰ ਉਹ ਫੜੇ ਗਏ। ਉਹ ਫਰੀਦਕੋਟ ਵਾਲੇ ਪਾਸੇ ਆ, ਬਟਾਲੇ ਵਾਲੇ ਪਾਸੇ ਇਨਕੁਆਇਰੀ ਹੋਈ, ਉੱਥੋਂ ਫੜੇ ਉਹਨਾਂ ਨੂੰ। ਜਿਹੜੇ ਗੱਡੀਆਂ ਦੇ ਟੈਸਟਿੰਗ ਦਾ ਰਿਪੋਰਟ ਦਿੰਦੇ ਆ, ਉਹ ਫੜੇ ਆ। ਜਦੋਂ ਕਿ ਗੱਡੀ ਉੱਥੇ ਬਾਹਰ ਕੋਈ ਨਹੀਂ ਗਈ, ਫਾਈਲ ਕੋਈ ਨਹੀਂ ਅੰਦਰ ਆਈ, ਕਿਉਂਕਿ ਲੋਕਾਂ ਨੂੰ ਪਤਾ ਲੱਗਾ ਕਿ ਵਿਜੀਲੈਂਸ ਆਉਣ ਵਾਲੀ ਹੈ। ਹੁਣ ਵਿਜੀਲੈਂਸ ਨੇ A to Z ਸਾਰੇ ਮਹਿਕਮਿਆਂ 'ਤੇ ਆਪਣੀ ਤਬਦੀਸ਼ ਜਾਰੀ ਕਰ ਦਿੱਤੀ ਹੈ। ਪਰ ਆਹ ਮਾਮਲਾ ਇੰਨਾ ਵੱਡਾ ਮਾਮਲਾ ਹੈਗਾ ਪੰਜਾਬ ਦਾ, ਜਿਹਦੇ 'ਚ ਢੋਆ ਢੋਆਈ 'ਚ ਤੇ ਜਿਹੜਾ ਜਿਨਸਾਂ ਵੇਚ ਰਹੇ ਆ, ਉਹਦੇ 'ਚ ਦੇਖੋ ਰੇਟ ਕੀ ਹੈਗੇ, ਟੈਂਡਰ ਕੀ ਹੈਗੇ ਆ, ਲੁੱਟਿਆ ਕੌਣ ਰਹਿ ਗਿਆ? ਕਿਸਾਨ, ਪੰਜਾਬ ਦੇ ਲੋਕ ਤੇ ਪੂਰੀ ਦੁਨੀਆ, ਜਿਹੜੇ ਵਿਚਾਰੇ ਰੋਜੀ ਰੋਟੀ ਨੂੰ ਤਰਸਦੇ ਆ, ਬੇਰੁਜ਼ਗਾਰ ਲੋਕ ਹੈ। ਤੇ ਕਿਹਦਾ ਢਿੱਡ ਭਰ ਗਿਆ? ਕਿਹਨਾਂ ਦਾ? ਮੰਤਰੀ, ਜਿਹੜੇ ਮੰਤਰੀ ਸਾਡੇ ਕੈਬਨਿਟ ਮੰਤਰੀ ਆ, ਉਹ ਹੁੰਜਾ ਫੇਰ ਕੇ ਅੰਦਰ ਲੈ ਗਏ। ਹੁਣ ਦੇਖੋ, ਤੁਹਾਡੀ ਗੱਲ ਸਹੀ ਹੈ, ਜੇ ਤਾਂ ਹੁਣ ਨਿਆਂ ਦੇ ਰਾਹੀਂ, ਨਿਆਂ ਪ੍ਰਣਾਲੀ ਜਾਂ ਸਾਡੀ ਜਿਹੜੀ ਆ ਜੁਡੀਸ਼ਰੀ ਹੈ, ਇਹ ਕੀ ਡਿਸੀਜਨ ਲੈਂਦੀ ਹੈ, ਕਿੱਥੋਂ ਤੱਕ ਹੁੰਦਾ?
ਦੇਖੋ A to Z ਤੁਸੀਂ ਦੇਖੋ ਕਿੰਨੇ ਘਪਲੇ ਹੋ ਰਹੇ ਆ, ਕਿੰਨੇ ਵਿਜੀਲੈਂਸ ਕੇਸ ਹੋ ਗਏ, ਕਿੰਨੇ CBI ਕੇਸ ਹੋ ਰਹੇ ਆ, ਉਹਨਾਂ ਨੂੰ ਤੁਸੀਂ ਤਾਂ ਫਾਲੋ ਕਰੋ। ਬਾਅਦ 'ਚ ਤਾਂ ਉਹਦਾ ਨਿਕਲਦਾ ਕੁਝ ਨਹੀਂ ਗਾ, ਮੁੜ ਕੇ ਨਾ ਉਹਨੂੰ ਕੋਈ ਪਤਾ ਲੱਗਦਾ। ਇਹ ਕੇਸ ਤਾਂ ਅੱਜ ਆ ਗਿਆ ਹੈ ਕਿ ਨਹੀਂ, ਇਹ ਤੋਂ ਬਾਅਦ ਇਹ ਚੱਲ ਰਿਹਾ ਕੇਸ ਆ, ਇਹ ਕਿਸੇ ਪਾਸੇ ਨੁਕਰੇ ਲੱਗ ਜਾਣਾ ਤਾਂ ਉਹਦੇ ਬਾਅਦ ਹੋਰ ਦੂਜਾ ਕੇਸ ਆ ਜਾਣਾ, ਲੋਕਾਂ ਦਾ ਧਿਆਨ ਉਧਰ ਪਾ ਦੇਣਾ, ਇਹ ਖਤਮ। ED ਆ ਗਈ, CBI ਆ ਗਈ, ਵਿਜੀਲੈਂਸ ਆ ਗਈ, ਉਹਨੇ ਤਾਂ ਰੇਡ ਕਰਤਾ, ਨਿਊਜ਼ ਵੀ ਹੋ ਗਈ, 10 ਦਿਨ ਬੜੀ ਅਖਬਾਰਾਂ 'ਚ ਗਰਮਾ ਗਰਮੀ ਰਹੀ। ਉਸ ਤੋਂ ਬਾਅਦ ਉਸ ਤਹਿਕੀਕਾਤ ਦਾ ਬਣਿਆ ਕੀ, ਨਹੀਂ ਬਣ ਗੱਲ ਕਿੱਧਰ ਨੂੰ ਗਈ, ਹੁਣ ਧਰਮਸੋਤ ਨਹੀਂ ਪਤਾ ਲੱਗਦਾ। ਜਿਹੜਾ ਧਰਮਸੋਤ ਮੰਤਰੀ ਰਹੇ ਆ, ਜੰਗਲਾਤ ਦੇ ਮੰਤਰੀ ਰਹੇ, ਉਹਨਾਂ ਦਾ ਕੇਸ ਕਿੰਨਾ ਲੰਬਾ ਸੀਗਾ, ਕਿੰਨੇ ਉਹਨਾਂ ਨੇ ਕਮਿਸ਼ਨ ਲਿਆ, ਕਿੰਨੇ ਜਿਹੜੇ ਰੁੱਖ ਕਟਾ ਕੇ ਉਹਨਾਂ ਨੇ ਆਪਣੇ ਕੋਲ ਪੈਸਾ ਲੈ ਗਏ। ਉਹਦੇ ਨਾਲ ਖਿਲਜੀਆਂ ਜਿਹੜੇ ਹੈ ਸੰਗਤ ਸਿੰਘ ਖਿਲਜੀਆਂ, ਉਹਨਾਂ ਦਾ ਕੇਸ A to Z ਤੁਸੀਂ ਨੰਬਰ ਦੇਖੋ ਇਹਨਾਂ ਦਾ ਲਾ ਕੇ, ਜਿਨ੍ਹਾਂ 'ਤੇ ਤਹਿਕੀਕ ਚੱਲ ਰਹੀ ਹੈ, ਸਾਰਾ ਕੁਝ ਚੱਲ ਰਿਹਾ, ਕੇਸ ਚੱਲ ਰਿਹਾ। ਪਰ ਉਦੋਂ ਬਾਅਦ ਦੇਖੋ ਕਿਸੇ ਵੀ ਮੰਤਰੀ ਨੇ ਕੋਈ ਵਧੀਆ ਕੰਮ ਨਹੀਂ ਕੀਤਾ। ਲੋਕਾਂ ਲਈ ਫਿਰ ਕੀ ਕੀਤਾ? ਆਪਣੇ ਬੱਚਿਆਂ ਲਈ, ਆਪਣੇ ਘਰ ਲਈ, ਆਪਣੇ ਪਰਿਵਾਰ ਲਈ ਕੀਤਾ। ਫਿਰ ਉਹੀ ਪਰਿਵਾਰਵਾਦ ਆ ਗਿਆ, ਜੋ ਮੋਦੀ ਸਾਹਿਬ ਕਹਿੰਦੇ ਵੀ ਉਹੀ ਗੱਲਾਂ ਆ ਗਈਆਂ। ਰਿਊੜੀਆਂ ਵੰਡਦੇ ਰਹੇ ਤੇ ਆਪਣਿਆਂ ਨੂੰ ਵੰਡਦੇ ਰਹੇ ਵੀ ਖਾਓ ਤੇ ਮੌਜਾਂ ਲਓ। ਸਾਨੂੰ ਰਿਊੜੀਆਂ ਮਿਲੀਆਂ ਹੀ ਨਹੀਂ। ਹਾਂ ਬਸ ਆਣਾ ਹੀ ਰਿਊੜੀਆਂ ਤਾਂ ਖਾਲੀ ਲੈ ਗਏ। ਚਲੋ ਸਾਨੂੰ ਮੂੰਗਫਲੀ ਤਾਂ ਮਿਲ ਜੂਗੀ। ਚਲੋ ਮੂੰਗਫਲੀ ਖਾ ਲਾਂਗੇ ਆਪਾਂ ਅੱਗੇ ਵਧਦੇ ਹਾਂ ਜੀ। CBI ਤੋਂ ਬਾਅਦ ED ਵੱਲੋਂ ਮਨੀਸ਼ ਸਿਸੋਦੀਆ ਖਿਲਾਫ ਕੇਸ ਦਰਜ। ਜਿਹੜੇ ਦਿੱਲੀ ਦੇ ਉਪ ਮੁੱਖ ਮੰਤਰੀ ਨੇ ਸਿਸੋਦੀਆ ਜੀ, ਉਹਨਾਂ ਦੇ ਖਿਲਾਫ ਕੇਸ ਦਰਜ ਹੋ ਗਿਆ। ਲੁੱਕ ਆਊਟ ਨੋਟਿਸ ਤੇ ਵਾਪਸ ਲੈ ਲਿਆ। ਹੁਣ ਉਹ ਕਹਿੰਦੇ ਨੇ ਦੱਸੋ ਜੀ ਮੇਰਾ ਕੀ ਕਰਨਾ। ਹੁਣ ਕੇਸ ਦਰਜ ਹੋ ਗਿਆ, ਮਿਲਿਆ ਤੇ ਕੱਖ ਨਹੀਂ, ਪਰ ਕੇਸ ਦਰਜ ਹੋ ਗਿਆ। ਦੇਖੋ ਕੀ ਬਣਦਾ। ਆ ਦੇਖੋ ਇਹ ਮਾਮਲਾ ਬੜਾ ਗੜਬੜ ਵਾਲਾ ਸੀਗਾ। ਉਹ ਤੋਂ ਬਾਅਦ ਆਬਕਾਰੀ ਜਿਹੜਾ ਸ਼ਰਾਬ ਦਾ ਮਾਮਲਾ ਹੈ ਸਾਰਾ, ਉਹਦੇ ਵਿੱਚ ਸੀਗਾ ਇਹਨਾਂ ਨੇ ਜੋ ਕੁਝ ਘਟੀਆ ਕੰਮ ਕੀਤਾ, ਜਿਹਦੇ 'ਚ ਪੈਸਾ ਆਪ ਬਟੋਰ ਕੇ ਖਾ ਗਏ। ਜਿੱਥੇ ਟੈਂਡਰ ਖੋਲ੍ਹੇ ਉਹ ਆਪਣੇ ਆਪਣੇ ਲਾਤੇ, ਆਪਣੇ ਰਿਸ਼ਤੇਦਾਰਾਂ ਨੂੰ ਦੇਤੇ। ਉਹਦੀ ਤਹਿਕੀਕ ਤਾਂ ਹੋ ਰਹੀ ਆ, ਉਹਦੇ 'ਚ ਸਾਰਾ ਕੁਝ ਇਹਨਾਂ ਨੇ ਕੀਤਾ। ਔਰ CBI ਦਾ ਕੇਸ ਹੈ। CBI ਤੁਹਾਨੂੰ ਪਤਾ ਦੂਰ ਤੱਕ ਜਾਂਦੀ ਹੈ, ਜੜ੍ਹਾਂ ਤੱਕ ਜਾਂਦੀ ਹੈ। ਹੁਣ ਉਹ ਕੇਸ ਤਾਂ ਚੱਲ ਰਿਹਾ, ਪਰ ਇਹ ਮਨੀਸ਼ ਸਿਸੋਦੀਆ ਜੀ ਨੇ ਕਹਿਤਾ, ਉਹ ਉੱਥੇ ਘੁੰਮ ਰਹੇ। ਉਹਨਾਂ ਨੇ ਸਿੱਧਾ ਹੀ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਜਿੱਥੇ ਮੈਨੂੰ ਲੈ ਕੇ ਜਾਣਾ ਲੈ ਕੇ ਚੱਲ ਜਾਓ, ਮੇਰੇ ਅੰਦਰ ਸੱਚ ਬੋਲਦਾ, ਜੋ ਕੁਝ ਹੋਊਗਾ ਮੈਂ ਉਹਦਾ ਸਾਹਮਣਾ ਕਰ ਲੂੰਗਾ, ਉਹਨੇ ਕਿਹਾ ਖਾਸ ਤੌਰ 'ਤੇ। ਪਰ ਉੱਧਰ ਕੇਜਰੀਵਾਲ ਸਾਹਿਬ ਨੇ ਵੀ ਕਹਿਤਾ ਕਿ ਜੋ ਕੁਝ ਇਹਨਾਂ ਨਾਲ ਹੋ ਰਿਹਾ ਵਾ ਉਹ ਬਹੁਤ ਮਾੜੀ ਗੱਲ ਆ, ਕਿਉਂਕਿ ਇਹਨਾਂ ਨੇ ਜਦੋਂ ਮਿਨਿਸਟਰ ਰਹੇ ਆ, ਆਫਟਰ ਆਲ CM ਆ ਉਹਨਾਂ ਦੇ, CM ਨੂੰ ਘੱਟੋ ਘੱਟ ਤਾਂ ਪਤਾ ਹੀ ਹੁੰਦਾ ਵੀ ਕੀ ਕੰਮ ਕਰ ਰਿਹਾ। ਭਗਵੰਤ ਮਾਨ ਨੇ ਇੱਕਦਮ 'ਚ ਸਾਰਾ ਕਰਤਾ ਸੀ ਉਹਨਾਂ, ਜਿਹੜਾ ਮੰਤਰੀ ਨੇ ਨਾਲ ਉਹਨਾਂ ਨੇ ਇੱਕ ਵੀਡੀਓ ਬਣਾ ਕੇ ਤੇ ਸਾਰਾ ਕੁਝ ਕੀਤਾ। ਹਾਂ, ਤੇ ਹੁਣ ਇਹਨਾਂ ਨੇ ਉਹ ਕੇਸ ਜਿਹੜਾ ਉਹਨੂੰ ਇਹਦੇ 'ਤੇ ਦੁਹਰਾਉਣ ਲਈ ਦੁਬਾਰਾ ਉਹਨਾਂ ਨੇ ਕਰ ਲਈ। ਅਜੇ ਤੱਕ ਉਹ ਕੇਸ ਠੰਡੇ ਬੱਸੇ 'ਚ ਕਿਸੇ ਪਾਸੇ ਨਹੀਂ। ਇਸ ਕੇਸ ਦੇ ਵਿੱਚ ਬਲਕਾਰ ਜੀ CM ਆਪਣੇ ਪੰਜਾਬ ਦੇ ਮਾਨ ਸਾਹਿਬ ਨੇ ਇਹ ਗੱਲ ਵੀ ਕਹੀ ਸੀ ਕਿ ਜੇ ਇਸੇ ਤਰ੍ਹਾਂ ਹੀ ਤੁਸੀਂ ਰੇਡ ਕਰਦੇ ਰਹੇ, ਇਸੇ ਤਰ੍ਹਾਂ ਹੀ ਲੋਕਾਂ ਨੂੰ ਫੜਦੇ ਰਹੇ, ਮਿਨਿਸਟਰਸ ਨੂੰ ਫੜਦੇ ਰਹੇ, ਕੰਮ ਕਿੱਦਾਂ ਚੱਲਣਗੇ? ਕਿਉਂਕਿ ਕਿਤੇ ਨਾ ਕਿਤੇ ਲੱਗਦਾ ਕਿ ਇਹ ਸ਼ਾਇਦ ਪੋਲੀਟੀਕਲ ਵੈਂਡੇਟਾ ਜਿੱਦਾਂ ਕਿਹਾ ਜਾਂਦਾ ਕਿ ਕੱਖ ਲੱਭਣਾ ਤਾਂ ਹੈ ਨਹੀਂ, ਐਵੇਂ ਬਸ ਇਹ ਕੁਝ ਨਾ ਕੁਝ ਚੱਕਰ ਘੁਮਾਉਣਾ ਹੁੰਦਾ। ਔਰ ਸਿਸੋਦੀਆ ਸਾਹਿਬ ਕੀ ਕਹਿੰਦੇ ਨੇ ਕਿ ਮੇਰੇ ਕੋਲ ਇਹ ਆਫਰਸ ਆਈਆਂ ਨੇ ਕਿ ਮੈਂ BJP ਜੁਆਇਨ ਕਰ ਲਵਾਂ ਤੇ ਇਹ ਸਾਰੇ ਕੇਸ ਵਾਪਸ ਲੈ ਜਾਣਗੇ। ਹੁਣ ਇਹ ਗੱਲ ਕਿੰਨੀ ਕੁ ਸੱਚ ਹੈ, ਕਿੰਨੀ ਕੁ ਆਪਣੇ ਕੋਲੋਂ ਬਣਾਈ ਹੈ ਤਾਂ ਪਤਾ ਨਹੀਂ, ਪਰ ਇਹ ਗੱਲਾਂ ਹੋ ਰਹੀਆਂ ਨੇ, ਮਾਰਕੀਟ ਦੇ ਵਿੱਚ ਗੱਲਾਂ ਹੈਗੀਆਂ ਨੇ, ਮੀਡੀਆ ਦੇ ਵਿੱਚ ਸਾਰੀਆਂ ਗੱਲਾਂ ਹੈਗੀਆਂ। ਗੱਲ ਤਾਂ ਸਹੀ ਹੈ, ਅਜੇ ਤੱਕ ਤਾਂ ਕੋਈ ਇੱਦਾਂ ਸੰਗੀਨ ਮਾਮਲਾ ਸਾਹਮਣੇ ਇਹਨਾਂ ਦਾ ਨਹੀਂ ਆਇਆ। ਜਿਹੜੀ ਉਹਨਾਂ ਨੇ ਗੱਲ ਕੀਤੀ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ BJP 'ਚ ਆ ਜਾਓ ਤੇ ਆਪ ਇੱਧਰੋਂ ਰਿਜ਼ਾਈਨ ਕਰ ਦਿਓ, ਆਪ ਨੂੰ ਛੱਡ ਦਿਓ। ਇਹਦੇ ਤੱਕ ਹੁਣ ਸੱਚ ਜਿਹੜੀ ਜਿੱਥੇ ਤੱਕ ਹੈਗਾ ਉਹ ਤਾਂ ਲੋਕ ਜਾਣਨਗੇ। ਸਹੀ ਗੱਲ ਹੈ। ਸੋ ਅੱਗੇ ਆਪਾਂ ਚੱਲਦੇ ਹਾਂ ਕਿ ਸੰਯੁਕਤ ਕਿਸਾਨ ਮੋਰਚਾ ਧੜਕਦਾ ਹੋਇਆ ਨਜ਼ਰ ਆ ਰਿਹਾ। ਏਕਤਾ ਦੇ ਉੱਤੇ ਬੜਾ ਵਿਸ਼ਵਾਸ ਰਿਹਾ ਸਾਨੂੰ। ਅਸੀਂ ਕਿਸਾਨ ਮੋਰਚਾ ਜੰਗ ਜਿੱਤੀ, 3 ਖੇਤੀ ਕਾਨੂੰਨ ਵਾਪਸ ਕਰਵਾਏ। ਉਸ ਤੋਂ ਬਾਅਦ ਹਜੇ ਉਹ ਸਾਰੀਆਂ ਮੰਗਾਂ ਤਾਂ ਪੂਰੀਆਂ ਨਹੀਂ ਹੋਈਆਂ ਤੇ ਮੋਰਚਾ ਚੱਲਦਾ ਪਿਆ। ਜੰਤਰ ਮੰਤਰ ਦੇ ਵਿੱਚ ਵੀ ਸਾਰੀ ਮਹਾਪੰਚਾਇਤ ਵਾਲੀ ਸਾਰੀ ਗੱਲਬਾਤ ਹੋਈ। ਪਰ ਕਿਤੇ ਨਾ ਕਿਤੇ ਲੱਗਦਾ ਕਿ ਇਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਆਪਸ ਦੇ ਵਿੱਚ ਧੜਕ ਗਿਆ, ਤੇੜਾਂ ਪੈ ਗਈਆਂ ਨੇ, ਵੱਖਰੇਵਾਂ ਹੋ ਗਿਆ ਔਰ ਉਹ ਯੂਨਿਟੀ ਨਹੀਂ ਰਹਿ ਗਈ। ਇੱਕ ਜੋ ਆਪਾਂ ਕਹਿੰਦੇ ਸੀ ਨਾ ਏਕਤਾ ਹੈ, ਉਹ ਨਹੀਂ ਰਹਿ ਗਈ ਹੁਣ। ਹਾਂ, ਗੱਲ ਤਾਂ ਸੱਚੀ। ਕਹਿੰਦੇ ਨੇ ਕਿ ਸੱਚ ਜਿਹੜਾ ਇਹ 'ਚ ਕੋਈ ਤ੍ਰੇੜਾਂ ਨਹੀਂ ਆਉਂਦੀਆਂ ਤੇ ਸੱਚ ਦੇ ਵਿੱਚ ਕੋਈ ਸੱਚ ਧੜਕਦਾ ਨਹੀਂ। ਔਰ ਇਹਦੇ ਵਿੱਚ ਕਈ ਜਿਹੜੀਆਂ ਛੋਟੀ ਪਾਰਟੀਆਂ ਤਦ ਸੰਯੁਕਤ ਕਿਸਾਨ ਮੋਰਚਾ ਬਣਿਆ। ਪੂਰਾ ਹਿੰਦੁਸਤਾਨ ਵਿੱਚ ਇਨਵੋਲਵ ਆ। ਪੰਜਾਬ ਦੇ ਵਿੱਚ ਹੀ ਘੱਟੋ ਘੱਟ 32 ਜਥੇਬੰਦੀਆਂ ਪੰਜਾਬ 'ਚ ਹੀ ਹੈਗੀਆਂ। ਔਰ ਜੰਤਰ ਮੰਤਰ ਜਦੋਂ ਹੋਇਆ ਸਾਰਾ ਕੁਝ, ਉੱਥੇ ਡਕੈਤ ਜੀ ਆਏ ਆ, ਪਰ ਵਿੱਚ ਨਹੀਂ ਵੜੇ। ਉਹ ਆਪਣੀ ਪਾਰਟੀ 'ਚ ਬੈਠੇ ਆ, ਉਹਨਾਂ ਦੇ ਹੋਰ ਕਿਸੇ ਪਾਰਟੀ ਚੱਲ ਰਹੀ ਹੈ। ਔਰ ਉਹਦੇ ਨਾਲ ਬਾਕੀ ਜਿਹੜੀਆਂ ਬਾਹਰੋਂ ਆਈਆਂ ਹੋਰ ਜਥੇਬੰਦੀਆਂ, ਉਹ ਉਹਦੇ ਨਾਲ ਲੱਗਦਾ ਹੈ। ਉੱਥੇ ਕਾਂਗਰਸ ਵਾਲੇ ਪਾਸੇ ਰਾਹੁਲ ਗਾਂਧੀ ਨਾਲ ਬੈਠੇ ਆ। ਇਸੇ ਤਰ੍ਹਾਂ ਦਾ ਵੰਡਾਈ ਹੋ ਗਈ। ਤੇ ਬਾਕੀ ਜਿਹੜੇ ਪੰਜਾਬ 'ਚੋਂ ਗਏ ਆ, ਇਹ ਜੰਤਰ ਮੰਤਰ ਦੇ ਵਿੱਚ ਇਕੱਠੇ ਹੋ ਕੇ ਬੈਠੇ ਆ। ਹੁਣ ਜਦੋਂ ਵੰਡੇ ਗਏ, ਫਿਰ ਸਰਕਾਰ ਨੇ ਕੀ ਸੁਣਨਾ? ਜਦੋਂ ਯੂਨਿਟੀ ਨਹੀਂ ਰਹੀ, ਏਕਤਾ ਖਤਮ ਹੋ ਜਾਂਦੀ ਆ। ਇਟ ਮੀਨ ਜੇ ਤ੍ਰੇੜਾਂ ਹੀ ਆ, ਇਹਦੇ ਵਿੱਚ ਸਾਰਾ ਕੁਝ ਘਟੀਆ ਜਿਹੜਾ ਇਨਸਾਫ ਹੋ ਰਿਹਾ। ਜਿਹੜਾ ਇਹਨਾਂ ਨੇ ਕੰਮ ਕਰਨਾ ਸੀ ਉਦੋਂ ਯੂਨਾਈਟ ਹੋ ਗਏ। ਲੋਕਾਂ ਨੇ ਵੀ ਇਹਨਾਂ ਦੀ ਹੈਲਪ ਕੀਤੀ, ਮਦਦ ਕੀਤੀ। ਬਾਹਰੋਂ VIP ਜਿਹੜੇ ਲੋਕ, ਉਹਨਾਂ ਪ੍ਰਵਾਸੀ ਭਾਰਤੀਆਂ ਨੇ
ਸਾਰੇ ਇਕੱਠੇ ਮਿਲ ਕੇ ਕਰਕੇ ਇਹਨਾਂ ਨੇ ਕਾਲੇ ਕਾਨੂੰਨ ਤੇ ਵਾਪਸ ਲੈ ਲਏ, ਉਹਨਾਂ ਨੂੰ ਤਾਂ ਬੰਦ ਕਰਕੇ ਰੱਖ ਦਿੱਤਾ। ਪਰ ਹੁਣ ਇਹਨਾਂ ਦੀ 8 ਮੰਗਾਂ ਫਿਰ ਆ ਗਈਆਂ, ਜਿਹਦੇ ਵਿੱਚ MSP ਉਹਦੇ ਤੇ ਹੈਗੀ ਹੈ, ਖੀਰੀ ਜਿਹੜਾ ਮਾਮਲਾ ਸੀਗਾ ਜਿਹਦੇ 'ਚੋਂ ਬੰਦੇ ਮਾਰ ਦਿੱਤੇ ਆ ਕਿਸਾਨ, ਉਹਦੇ 'ਚ ਵੀ ਇਕੱਠੇ ਹੋ ਗਏ। ਉਦੋਂ ਇਹਨਾਂ ਨੂੰ ਭਰੋਸੇ 'ਚ ਲੈ ਕੇ ਕਹਿਤਾ ਓਕੇ ਹੋ ਜਾਊਗਾ, ਉਹ ਫਿਰ ਮਾਮਲਾ ਉੱਥੇ ਦਾ ਉੱਥੇ ਹੀ ਹੈ। ਉਹ ਸਾਰੇ ਮਾਮਲੇ ਉੱਤੇ ਇਹਨਾਂ ਨੇ ਫਿਰ ਦੁਬਾਰਾ ਉਹਨੂੰ ਦੁਹਰਾਉਣ ਲਈ ਜੰਤਰ ਮੰਤਰ ਆ ਕੇ ਖੜ੍ਹੇ ਹੋ ਗਏ। ਹੁਣ ਸਰਕਾਰ ਨੂੰ ਲੱਗਿਆ ਪਤਾ, ਆ ਜਿਹੜੀ ਤੁਸੀਂ ਗੱਲ ਕਹੀ ਹੈ, ਜਿਹੜੀ ਗੱਲ ਇਹਨਾਂ ਨੇ ਕਿਹਾ ਕਿ ਉਹਦੇ ਵਿੱਚ ਤੇੜਾਂ ਪੈ ਗਈਆਂ, ਉਹਦੇ ਵਿੱਚ ਸਾਰਾ ਉਹ ਨਜ਼ਰ ਅੰਦਾਜ਼ ਹੋ ਗਿਆ ਉਹਨਾਂ ਵੱਲੋਂ। ਉਹ ਹੁਣ ਇਸ ਕਰਕੇ ਹੋ ਗਿਆ ਕਿ ਜਦੋਂ ਇਕੱਠੇ ਨਹੀਂ ਰਹੇ, ਸਰਕਾਰ ਨੂੰ ਇਹ ਸਮਝ ਆ ਗਈ, CID ਮਗਰ ਉਹਨਾਂ ਦੇ ਇੰਟੈਲੀਜੈਂਸ ਮਗਰ ਉਹਨਾਂ ਨੂੰ ਪਤਾ ਵੀ ਇਹਨਾਂ ਦੇ ਹੁਣ ਪੇੜ ਪੱਲੇ ਕੁਛ ਨਹੀਂ ਰਿਹਾ, ਸਾਰਾ ਟੁੱਟ ਭੰਨ ਗਿਆ ਕੰਮ, ਯੂਨਾਈਟ ਨਹੀਂ ਹੋਏ। ਇਹਨਾਂ ਨੂੰ ਤੋੜਨ ਲਈ ਵੀ ਪਿੱਛੇ ਲੱਗਦੀਆਂ, ਜਦੋਂ ਕੋਈ ਜਥੇਬੰਦੀਆਂ ਆਉਂਦੀਆਂ ਨਾ ਉਹਦੇ ਪਿੱਛੇ ਫਿਰ ਜਥੇਬੰਦੀਆਂ ਦੂਜੀਆਂ ਲੱਗ ਜਾਂਦੀਆਂ ਕਿ ਤੁਹਾਨੂੰ ਆਹ ਮਾਮਲਾ ਕਰ ਦਾਂਗੇ ਕੰਮ, ਤੁਸੀਂ ਥੋੜ੍ਹੇ ਜਿਹੇ ਐਨੂੰ ਹੋ ਜਾਓ। ਜਿਹੜੀਆਂ ਸਿੱਖ ਸਟੂਡੈਂਟ ਫੈਡਰੇਸ਼ਨ 'ਚ ਜਦੋਂ ਪੋਲੀਟਿਕਸ ਆ ਕੇ ਵੜਦੀ ਹੈ, ਉਹਨਾਂ ਨੂੰ ਦੱਸਦੇ ਆ ਕਿ ਜਿਹੜਾ ਤੁਸੀਂ ਇਸ ਵੇਲੇ ਪ੍ਰੈਜ਼ੀਡੈਂਟ ਹੈ, ਇਹਨੂੰ ਤੋੜਨ ਲਈ ਪਿਛਲੇ ਪਾਸੇ ਹੋ ਜਾਓ। ਜੇ ਤੁਸੀਂ ਕਾਲਜ ਪੜ੍ਹਦੇ ਤੁਹਾਨੂੰ ਇਹ ਪਤਾ, ਉਹਨਾਂ ਦੇ ਵਿੱਚ ਬਾਕੀ ਪੋਲੀਟਿਕਸ ਆਉਂਦੀ, ਪੋਲੀਟਿਕਸ ਕਿਹੜੀ ਹੈ, ਰੂਲਿੰਗ ਪਾਰਟੀ, ਉਹਨਾਂ ਨੂੰ ਬੜੇ ਬੈਨੀਫਿਟ ਦੇਵੋਗੇ ਅਤੇ ਉਹ ਵਿੱਚੋਂ ਤੋੜ ਭੰਨ ਕਰ ਦਿੰਦੇ ਆ। ਇਹੀ ਹਾਲ ਇਹਨਾਂ ਜਥੇਬੰਦੀਆਂ ਦਾ ਹੋਇਆ, ਇਹਨਾਂ ਨੂੰ ਬੈਨੀਫਿਟ ਦਿੱਤਾ ਗਿਆ, ਤੋੜਿਆ ਗਿਆ, ਤੋੜਨ ਤੋਂ ਬਾਅਦ ਇਹਨਾਂ 'ਚ ਯੂਨਿਟੀ ਨਹੀਂ ਰਹੀ, ਯੂਨਿਟੀ ਨਾ ਰਹਿਣ ਨਾਲ ਜਥੇਬੰਦ ਨਹੀਂ ਰਹੇ। ਬਿਲਕੁਲ ਜੀ, ਜੇ ਤੋੜਾਂਗੇ ਤਾਂ ਹੀ ਰਾਜ ਕਰਾਂਗੇ। ਹਾਂ, ਇਹਨਾਂ ਨੂੰ ਤੋੜਨਾ ਜ਼ਰੂਰੀ ਹੈ, ਏਕਤਾ ਨੂੰ ਤੋੜਨਾ ਜ਼ਰੂਰੀ ਹੈ। ਤੁਸੀਂ ਪੜ੍ਹਦੇ ਨਹੀਂ ਸੀ, ਇੱਕ ਵਾਰੀ ਆਪਾਂ ਬਹੁਤ ਛੋਟੇ ਹੁੰਦੇ ਪੜ੍ਹਦੇ ਰਹੇ ਹਾਂ, ਕੋਈ ਕਿਸਾਨ ਸੀ, ਉਹਦੇ ਬੱਚੇ ਸੀ ਨਾ, ਤਾਂ ਆਪਸ 'ਚ ਲੜਦੇ ਰਹਿੰਦੇ, ਲੱਕੜਾਂ ਲੱਕੜਾਂ। ਉਹ ਜਦੋਂ ਲੜਦੇ ਸੀ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਇਕੱਠੇ ਕਰਨ ਕੀ ਹੈਗਾ, ਉਹਨਾਂ ਨੂੰ ਕਹਿੰਦਾ ਬੱਚੇ ਤੁਸੀਂ ਇਕੱਠੇ ਹੋ ਜਾਓ ਤੇ ਨਹੀਂ ਤਾਂ ਤੁਹਾਡੇ 'ਤੇ ਨਾ ਕੋਈ ਆਫਤ ਆ ਜਾਣੀ ਹੈ, ਤੁਸੀਂ ਬਚ ਜਾਓ ਤੇ ਇੱਦਾਂ ਕਰ ਲਓ। ਉਹ ਹੱਸਣ ਲੱਗ ਪੈਂਦੇ, ਆਫਤ ਆਉਣੀ ਤਾਂ ਆਉਣ ਦੇ, ਇਕੱਠੇ ਹੀ ਅਸੀਂ ਲੜ ਪਾਂਗੇ ਤੇ ਬਹਿ ਜਾਾਂਗੇ, ਕਰ ਲਾਂਗੇ। ਉਹ ਕਹਿੰਦੇ ਵੇਖੋ ਆਹ ਵੇਖੋ, ਉਹਨੇ ਇਕੱਠੇ ਜਿਹੜੀਆਂ ਸਟਿੱਕਾਂ ਇਕੱਠੀਆਂ ਕਰ ਲਈਆਂ, ਉਹਨੇ ਸੋਟੀਆਂ ਇਕੱਠੀਆਂ ਕਰਕੇ ਪਹਿਲਾਂ ਇੱਕ ਇੱਕ ਲਈ, ਆਹ ਟੁੱਟ ਗਈ, ਦੂਜੀ ਟੁੱਟ ਗਈ, ਤੀਜੀ ਟੁੱਟ ਗਈ, ਟੁੱਟਦੀਆਂ ਜਦੋਂ ਇਕੱਠੀਆਂ ਆਂਦਾ ਤੋੜ ਹੋਣ, ਆਂਦਾ ਨਹੀਂ ਟੁੱਟੂਗਾ, ਆਂਦਾ ਮੈਂ ਤੁਹਾਨੂੰ ਕਹਿ ਰਿਹਾ ਯੂਨਾਈਟ, ਇਕੱਠੇ ਹੋ ਜਾਓ, ਏਕਤਾ ਵਿੱਚ ਸਾਰਾ ਕੁਝ ਹੈਗਾ। ਜਦੋਂ ਇਲੈਕਸ਼ਨਸ ਹੁੰਦੀਆਂ ਨੇ ਉਦੋਂ ਇਲੈਕਸ਼ਨਸ ਲੜਨ ਆ ਜਾਂਦੇ ਨੇ, ਜਦ ਕਿ ਇਹਨਾਂ ਨੂੰ ਨਹੀਂ ਆਉਣਾ ਚਾਹੀਦਾ ਸੀ। ਐਕਸਪਰਟਸ ਸਹੀ, ਪੋਲੀਟੀਕਲ ਐਨਾਲਿਸਟ ਹੀ ਮੰਨਦੇ ਨੇ। ਇਹਨਾਂ ਨੂੰ ਕੀ ਚਾਹੀਦਾ ਸੀਗਾ ਕਿ ਆਪਣੇ 5-7 ਬੰਦੇ ਜਿਹੜੇ ਮੋਤਬਰ ਨੇ ਥਾਂ ਥਾਂ ਤੋਂ ਖੜੇ ਕਰਦੇ, ਔਰ ਉਹ ਜਿੱਤਣੇ ਵੀ ਸੀਗੇ ਕਿਉਂਕਿ ਲੋਕਾਂ ਨੇ ਸਪੋਰਟ ਕਰਨਾ ਸੀ, ਔਰ ਹੋ ਸਕਦਾ ਸੀ ਬਾਕੀ ਦੀਆਂ ਪੋਲੀਟੀਕਲ ਪਾਰਟੀਆਂ ਉੱਥੋਂ ਆਪਣੇ ਨੁਮਾਇੰਦੇ ਵਾਪਸ ਖਿੱਚ ਲੈਣੀਆਂ ਕਿ ਇਹਨਾਂ ਨੂੰ ਜਿੱਤਣ ਦਿਓ। ਇਸ ਵਕਤ ਪੰਜਾਬ ਵਿਧਾਨ ਸਭਾ ਦੇ ਅੰਦਰ 5-7 ਬੰਦੇ ਕਿਸਾਨਾਂ ਦੇ ਹੁੰਦੇ ਗਵਰਨਮੈਂਟ ਦੇ ਅੰਦਰ ਬੈਠੇ ਹੋਏ, ਔਰ ਉਹ ਮਸਲਿਆਂ ਨੂੰ ਚੁੱਕਦੇ, ਗਾਈਡਲਾਈਨਸ ਦਿੰਦੇ। ਉਧਰੋਂ ਵੀ ਹੱਥ ਧੋ ਕੇ ਬਹਿ ਗਏ, ਉਧਰੋਂ ਵੀ ਵਿਹਲੇ ਹੋ ਗਏ, ਹੁਣ ਇੱਧਰੋਂ ਤੇੜਾਂ ਵੀ ਪੈ ਗਈਆਂ, ਹਰ ਪਾਸਿਓਂ ਤੜਕ ਗਏ। ਹੁਣ ਦੱਸੋ, ਔਰ ਸੋਲਿਡ ਚੀਜ਼ ਜਿਹੜੀ ਪੰਜਾਬ ਦੇ ਲੋਕ ਐਕਸਪੈਕਟ ਕਰਦੇ ਨੇ ਉਹ ਕਿੱਥੋਂ? ਤੁਸੀਂ ਪੋਲੀਟੀਕਲ ਪਾਰਟੀ ਬਣਨ ਕਿਉਂ ਤੁਰ ਪਏ? ਤੁਹਾਨੂੰ ਇੱਕ ਪ੍ਰੈਸ਼ਰ ਗਰੁੱਪ ਵਜੋਂ ਹੀ ਕੰਮ ਕਰਨਾ ਚਾਹੀਦਾ ਸੀ, ਔਰ 5-7 ਬੰਦੇ ਤੁਹਾਡੇ ਬੈਠੇ ਹੁੰਦੇ ਸਰਕਾਰ ਦੇ ਅੰਦਰ, ਤੁਸੀਂ ਪ੍ਰੈਸ਼ਰ ਇੱਦਾਂ ਹੀ ਕ੍ਰੀਏਟ ਕਰਦੇ, ਔਰ ਪੂਰੇ ਦੇਸ਼ ਦੇ ਅੰਦਰ ਐਸਾ ਮਾਹੌਲ ਬਣ ਜਾਂਦਾ ਕਿ ਕਿਸਾਨ ਜਥੇਬੰਦੀਆਂ ਹਰ ਥਾਂ ਦੇ ਉੱਤੇ ਲੋਕਤੰਤਰ ਦੀ ਰਾਖੀ ਵਾਸਤੇ ਪ੍ਰੈਸ਼ਰ ਗਰੁੱਪ ਵਜੋਂ ਕੰਮ ਕਰਦੀਆਂ। ਮੈਂ ਤੁਹਾਨੂੰ ਦੱਸਿਆ ਗੱਲ, ਦੇਖੋ ਪੰਜਾਬ 'ਚ ਜਦੋਂ ਇਹ ਉਧਰੋਂ ਵੇਲੇ ਹੁੰਦੇ ਨਾ ਸੈਂਟਰ ਤੋਂ, ਫਿਰ ਪੰਜਾਬ 'ਚ ਆ ਜਾਂਦੇ, ਫਿਰ ਮੋਹਾਲੀ ਚੰਡੀਗੜ੍ਹ ਉਧਰ ਘੇਰਾ ਪਾਉਂਦੇ ਆ, ਉੱਥੇ ਫਿਰ ਭਗਵੰਤ ਮਾਨ ਨਾਲ ਗੱਲ ਕਰਨਾ ਚਾਹੁੰਦੇ ਆ, ਉਹਦੇ 'ਚ ਆ ਜਾਂਦੇ ਆ। ਪੰਜਾਬ 'ਚ ਵਾਰ-ਵਾਰ ਐਜੀਟੇਸ਼ਨ, ਪ੍ਰਦਰਸ਼ਨੀਆਂ ਜਿਹੜੀਆਂ ਲੋਕ ਉਹਨਾਂ ਨੂੰ ਨਹੀਂ ਬਰਦਾਸ਼ਤ ਨਹੀਂ ਕਰਦੇ, ਸੜਕਾਂ ਜਦੋਂ ਭਰ ਜਾਣਗੇ ਲੋਕਾਂ ਨਾਲ, ਲੋਕਾਂ ਨੇ ਲੰਘਣਾ ਉਧਰ ਦੀ ਆ, ਹਜੂਮ ਇਕੱਠਾ ਹੋ ਜਾਊਗਾ। ਜਦੋਂ ਵਾਰ-ਵਾਰ ਹਜੂਮ ਇਕੱਠਾ ਹੋਊਗਾ ਤਾਂ ਲੋਕ ਵੀ ਨਾਰਾਜ਼ ਹੋਣਗੇ। ਇਹ ਹੁਣ ਜਦੋਂ ਕੀ ਹੈ, ਉਹ ਕਹਿੰਦੇ ਹੁਣ ਕਿਸਾਨਾਂ ਦੀਆਂ ਮੰਗਾਂ ਇੰਨੀਆਂ ਰਹਿ ਗਈਆਂ, ਬਾਕੀ ਲੋਕ ਵੀ ਜੀਂਦੇ ਆ, ਲੋਕਾਂ ਉਹਨਾਂ ਵੀ ਕੰਮ ਕਰਨਾ ਮੰਨ ਲਿਆ। ਇਹ ਕਿਸਾਨ ਜਿਹੜੇ ਆ ਲੋਕਾਂ ਦਾ ਢਿੱਡ ਭਰਦੇ ਆ, ਕਿਸਾਨ ਜਿਹੜਾ ਉਹ ਖੇਤਾਂ ਦੇ ਬਾਦਸ਼ਾਹ ਕਰ ਰਹੇ ਕੰਮ, ਪਰ ਇਹ ਨਹੀਂ ਕਿ ਵੀ ਵਾਰ-ਵਾਰ ਮੰਗਾਂ ਉਹਨਾਂ ਦੀਆਂ ਸੁਣੀਆਂ ਜਾਣ। ਗੌਰਮੈਂਟ ਸੈਂਟਰ ਜਿਹੜੀ ਉਹਨਾਂ ਨੇ ਇੱਕ ਵਾਰੀ ਸੁਣ ਲਈਆਂ, ਜਿਹੜੀਆਂ ਦੂਜੀਆਂ ਬਾਕੀ ਮੰਗਾਂ ਹੈਗੀਆਂ ਉਹ ਲੋਕ ਕਹਿ ਰਹੇ, ਸਿਆਣੇ ਲੋਕ, ਵੀ 5 ਬੰਦੇ 10 ਬੰਦੇ ਚੁਣ ਲਵੋ, ਇੱਕ ਉਹਦੀ ਕਮੇਟੀ ਬਣਾ ਲਓ। ਇਹ ਨਹੀਂ ਹੁੰਦਾ ਕਿ 1500 ਬੰਦਾ ਇਕੱਠਾ ਚੱਲ ਰਿਹਾ, ਇੱਧਰੋਂ 20,000 ਬੰਦਾ ਇੱਧਰੋਂ ਆ ਰਿਹਾ, ਘਰ ਵੀ ਖਾਲੀ, ਸਾਰਾ ਸ਼ਹਿਰ ਵੀ ਖਾਲੀ, ਪਿੰਡ ਵੀ ਖਾਲੀ ਤੇ ਖੇਤ ਵੀ ਖਾਲੀ। ਬੰਦਾ ਜੇ ਕੰਮ ਨਹੀਂ ਕਰੂਗਾ, ਟਰੈਕਟਰ ਨਹੀਂ ਚਲਾਊਗਾ, ਆਪਣੇ ਡੰਗਰਾਂ ਨੂੰ ਪੱਠੇ ਨਹੀਂ ਪਾਊਗਾ ਤਾਂ ਦੁੱਧ ਕਿੱਥੋਂ ਆਊਗਾ? ਹਰ ਵੇਲੇ ਬੰਦਾ ਜਿਹੜਾ ਉਹ ਖੇਤੀਬਾੜੀ ਬੰਦਾ ਮੰਗਦੀ ਆ, ਉਹਦੇ ਨਾਲ ਕੰਮ ਚੱਲਦਾ ਵਾ। ਬਿਲਕੁਲ ਸਹੀ ਗੱਲ। ਜੇ ਤੁਸੀਂ ਐਜੀਟੇਸ਼ਨਾਂ 'ਚ ਰਹਿ ਗਏ, ਪ੍ਰਧਾਨ ਮੰਤਰੀ ਨੂੰ ਮਿਲਣਾ ਜੀ, ਅਸੀਂ ਖੇਤੀਬਾੜੀ ਮੰਤਰੀ ਨੂੰ ਮਿਲਣਾ ਹੈਗਾ, ਉਹਨਾਂ ਦੇ ਵੀ ਲਾਰੇ ਅੱਗੇ, ਉਹ ਵੀ ਆਂਦੇ ਚੰਗਾ ਜੀ ਕੱਲ੍ਹ ਨਹੀਂ ਤਾਂ ਅੱਜ ਨਹੀਂ ਤਾਂ ਪਰਸੋਂ ਸੀ, ਉਹ ਵੀ ਲਾਰੇਬਾਜ਼ੀ ਹੋ ਗਈ। ਇਸੇ ਕਰਕੇ ਇਹ ਆਰਥਿਕਤਾ ਜਿਹੜੀ ਹੈ ਡਾਊਨ ਚਲੇਗੀ ਖੇਤੀਬਾੜੀ ਦੀ। ਵਾਰ-ਵਾਰ ਐਜੀਟੇਸ਼ਨ ਕਰਨਾ ਵੀ ਮਾੜੀ ਹੈ। ਕਿਉਂ ਨਹੀਂ ਤੁਸੀਂ ਖੇਤਾਂ ਨੂੰ ਦੁਬਾਰਾ ਆਉਂਦੇ, ਕਿਉਂ ਨਹੀਂ ਟਰੈਕਟਰ ਚਲਾਉਂਦੇ? ਇਹਨਾਂ 'ਚ ਉਪਜ ਜ਼ਿਆਦਾ ਲੈ ਲਓ। ਜਿਸ ਵਾਰ-ਵਾਰ ਦਿੱਲੀ 'ਚ ਬਹੋਗੇ, ਦਿੱਲੀ ਜਾਣ ਦਾ ਵੀ ਸਵਾਦ ਪੈ ਜਾਂਦਾ ਵੀ ਨਹੀਂ ਯਾਰ ਚਲੋ ਟਰੈਕਟਰ ਚਲਾ ਦਈਏ, ਤੇਲ ਵਾਧੂ ਹੈ ਸਾਡੇ ਕੋਲ, ਆ ਜਾਓ। ਔਰ ਲੋਕਾਂ ਨੇ ਪੈਸਾ ਦਿੱਤਾ, ਉਹਦੇ 'ਚ ਸਾਰੇ ਡਿਪਾਰਟਮੈਂਟ, ਗਾਇਕ ਕੀ ਆ ਗਏ, ਉਹਦੇ 'ਚ ਪੁਲਿਸ ਵਾਲੇ ਕੀ ਆ ਗਏ, ਟੀਚਰ ਆ ਗਏ, ਵਕੀਲ ਆ ਗਏ, ਸਾਰੇ ਇਕੱਠੇ ਹੋ ਗਏ, ਔਰ ਇਹਨਾਂ ਦੀ ਜਿੱਤ ਪ੍ਰਾਪਤ ਕੀਤੀ ਇਹਨਾਂ ਨੇ। ਔਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ 'ਤੇ ਇੱਕ ਵੱਡਾ ਐਲਾਨ ਹੋਇਆ। ਪਰ ਉਦੋਂ ਬਾਅਦ ਇਹਨਾਂ ਨੂੰ ਚਾਹੀਦਾ ਸੀ 15 ਬੰਦਿਆਂ ਦੀ, 20 ਬੰਦਿਆਂ ਦੀ, 25 ਬੰਦਿਆਂ ਦੀ ਕਮੇਟੀ ਬਣਾ ਲਓ, ਉਹ ਜਾਣ ਗੱਡੀ 'ਤੇ ਚੜ੍ਹ ਕੇ ਉੱਥੇ ਜਾ ਕੇ ਗੱਲ ਕਰ ਲੈਣ। ਹੁਣ ਜਦੋਂ ਹਜੂਮ ਹੀ ਜਾ ਰਿਹਾ, ਟ੍ਰੇਨਾਂ ਲੱਦੀਆਂ ਹੀ ਜਾ ਰਹੀਆਂ, ਤੇ ਲੋਕ ਟੋਲਰੇਟ ਨਹੀਂ ਕਰਨਗੇ। ਕਿੱਥੋਂ ਤੱਕ ਟੋਲਰੇਟ ਕੀਤਾ ਜਾਏਗਾ? ਕਿਉਂਕਿ ਤੁਹਾਨੂੰ ਲੱਗਦਾ ਕਿ ਅਨਐਥੀਕਲ ਗੱਲਾਂ ਨੇ। ਹਾਂ,
ਇੱਕ ਵਾਰੀ ਹੋ ਗਿਆ, 2 ਵਾਰੀ ਹੋ ਗਿਆ, ਬਾਰ-ਬਾਰ ਉਹੀ ਗੱਲ, ਬਾਰ-ਬਾਰ ਉਹੀ ਗੱਲ, ਇਦਾਂ ਨਹੀਂ ਚੱਲ ਉਹ ਸਕਦਾ। ਆਸਣੀ ਹੋਈ ਦੀ ਗੱਲ। ਉਹ ਕਹਿੰਦੇ ਯਾਰ ਐਜੀਟੇਸ਼ਨ ਮਜ਼ਾ ਨਹੀਂ ਰਹਿੰਦਾ ਉਸ ਗੱਲ ਦਾ। ਧਰਨਾ ਵਾਰ-ਵਾਰ ਧਰਨਾ ਕਿ ਮਤਲਬ ਕੀ ਹੈ, ਹੁਣ ਜਿਹੜੀਆਂ 2-4 ਮੰਗਾਂ ਹੈਗੀਆਂ, ਪਹਿਲਾਂ ਤਾਂ ਉਹਨਾਂ ਕਮੇਟੀ ਬਣਾਈ, ਤੁਹਾਨੂੰ ਯਾਦ ਹੋਣਾ MSP ਕਮੇਟੀ ਬਣਾਈ ਸੀ, MSP, ਤੇ ਉਹਦੇ ਚ ਉਹਨਾਂ ਨੇ ਕਿਹਾ ਇਹਨਾਂ ਆਪਣਾ ਬੰਦਾ ਨਹੀਂ ਦਿੱਤਾ। ਬੰਦਾ ਇਸ ਕਰਕੇ ਨਹੀਂ ਦਿੱਤਾ ਕਿ ਉਹਨਾਂ ਦਾ ਵੀ ਕੋਈ ਵੱਡਾ ਰਿਸਪੌਂਸ ਨਹੀਂ ਸੀਗਾ। ਉਹ ਮਾਮਲਾ ਉੱਥੇ ਦਾ ਉੱਥੇ ਆ ਗਿਆ। ਭਗਵੰਤ ਮਾਨ ਨੇ ਬੜਾ ਰੌਲਾ ਪਾਇਆ ਇਹਦੇ 'ਚ, ਉਹਨਾਂ ਨੇ ਉੱਥੇ ਆਪਣੇ ਗ੍ਰਹਿ ਮੰਤਰੀ ਨਾਲ ਵੀ ਗੱਲ ਕੀਤੀ। ਹੁਣ ਜਿਹੜੀ ਇਹ ਸਮਰਥਨ ਮੁੱਲ ਦਾ ਅਜੇ ਵੀ ਝਾਂਜਾ ਪਿਆ, ਉਹ ਉਸੇ ਘੀਂਗੇ 'ਚ ਹੀ ਹੈਗੀ ਕਿ ਪੰਜਾਬ ਗੌਰਮੈਂਟ ਦਿੰਦੀ ਹੈ, ਸੈਂਟਰ ਵੈਸੇ ਸੈਂਟਰਲ ਦਿੰਦੀ ਹੈ। ਸੈਂਟਰ ਨੇ ਜਦੋਂ ਇਹ ਅੰਦੋਲਨ ਵਾਪਸ ਲਿਆ ਸੀ, ਉਹਨਾਂ ਨੇ ਕਿਹਾ ਸੀਗਾ ਕਿ MSP ਅਸੀਂ ਤੁਹਾਨੂੰ ਉਹਦਾ ਕਾਨੂੰਨ ਦੇ ਦਾਂਗੇ। ਕਮੇਟੀ ਬਣ ਗਈ ਆ, ਉਹ 'ਚ ਰਾਵਤ ਜੀ ਹੈਗੇ ਆ, ਐਗਰੀਕਲਚਰ ਮਿਨਿਸਟਰ ਪਿਊਸ਼ ਗੋਇਲ ਜੀ ਹੈਗੇ ਆ, ਇੱਕ ਮੰਤਰੀ ਪੰਜਾਬ ਤੋਂ ਸੀਗਾ, ਤੇ ਤੁਸੀਂ ਆਪਣਾ ਬੰਦਾ ਦੇ ਦਿਓ। ਹੁਣ ਇਹਨਾਂ ਨੂੰ ਪਤਾ ਲੱਗਾ ਕਿ ਉੱਥੋਂ ਤੱਕ ਕੋਈ ਨਹੀਂ, ਉਹਨਾਂ ਨੇ ਵੀ ਜਿਹੜੀ ਨਾਮ ਮਾਤਰੀ ਕਮੇਟੀ ਬਣਾਈ ਆ, ਉਹ ਮਾਮਲਾ ਉੱਥੇ ਦਾ ਉੱਥੇ ਰਹਿ ਗਿਆ। ਉਹ MSP ਦਾ ਅਜੇ ਤੱਕ ਸਾਰਾ ਹੈਗਾ। ਮੂੰਗੀ ਦਾ ਅਜੇ ਕੋਈ ਰੇਟ ਹੀ ਨਹੀਂ ਬਣਿਆ, ਝੋਨੇ ਦਾ ਕੋਈ ਰੇਟ ਨਹੀਂ ਬਣਿਆ, ਗੰਨੇ ਦਾ ਕਿੰਨਾ ਰੋਂਦੇ ਦਾ ਗਿੱਲਾ ਪੀਣ ਪਿਆ ਹੋਇਆ, ਉਹੀ ਰੇਟ ਪਿਆ ਹੋਇਆ। ਬਿਲਕੁਲ ਅਸੀਂ ਸਾਰੇ ਉਡੀਕਦੇ ਪਏ ਆ ਕਿ ਕੋਈ ਨਵੀਂ ਡਿਵੈਲਪਮੈਂਟ ਹੋਵੇ, ਅਸੀਂ ਵੀ ਆਪਣੇ ਦਰਸ਼ਕਾਂ ਨੂੰ ਦੱਸਣ ਵਾਲੇ ਹੋਈਏ ਕਿ ਆਹ ਚੀਜ਼ ਹੋ ਗਈ। ਪੰਜਾਬ ਦਾ ਨਾਂ ਤਾਂ ਖੇਤੀਬਾੜੀ ਤੇ ਹੀ ਹੈ ਨਾ, ਖੇਤੀਬਾੜੀ ਨਾਲ ਹੀ ਜਾਣਿਆ ਜਾਂਦਾ ਪੰਜਾਬ। ਕਿਆ ਪੂਰੀ ਭਾਰਤ ਦੀ ਇਕਨੋਮੀ ਖੇਤੀਬਾੜੀ ਦੇ ਉੱਤੇ। ਇੰਡਸਟਰੀ ਤਾਂ ਹੈ ਨਹੀਂ ਇੱਥੇ, ਹੈ ਨਾ। ਐਜੂਕੇਸ਼ਨ ਵੀ ਨਾ ਮਾਤਰੀ ਆ, ਹੈ ਨਾ। ਬਾਕੀ ਚੀਜ਼ਾਂ ਵੀ ਇੱਥੇ ਇਦਾਂ ਦੀਆਂ ਹੈਗੀਆਂ। ਆਰਮੀ ਦਾ ਕੰਮ ਉਹਨਾਂ ਨੇ ਹੁੰਜਾ ਫੇਰਤਾ, ਫੌਜੀ ਕੋਈ ਸਾਡੇ ਇੱਥੋਂ ਅਫਸਰ ਨਹੀਂ ਬਣ ਗਏ। ਰਹਿ ਗਈ ਕੀ ਸਾਡੇ ਕੋਲ ਖੇਤੀਬਾੜੀ, ਰਹਿ ਗਿਆ ਕਿ ਸਾਡੇ ਕੋਲ ਰਸ਼ੀਆ, ਕੈਨੇਡਾ, ਅਮਰੀਕਾ, ਇੰਗਲੈਂਡ, ਜਿੱਥੇ ਸਾਡੇ ਪ੍ਰਵਾਸੀ ਜਰਮਨੀ ਹੈ ਨਾ, ਫਰਾਂਸ ਵੀ ਆ। ਦੇਸ਼ ਤਾਂ ਸਾਰੇ ਪੰਜਾਬੀ ਬੈਠੇ ਆ। ਪੈਸਾ ਉੱਥੋਂ ਆਊਗਾ, ਉੱਥੋਂ ਡਾਲਰ ਆਉਣਗੇ, ਪੰਜਾਬ ਫਿਰ ਖੁਸ਼ਹਾਲ ਹੋਊਗਾ, ਪੰਜਾਬ ਦੇ ਸਕੂਲ ਚੰਗੇ ਬਣਨਗੇ, ਗੁਰਦੁਆਰਾ ਸਾਹਿਬ ਦੇ ਅਰਦਾਸਾਂ ਹੋਣਗੀਆਂ। ਅਰਬ ਮੁਲਕਾਂ ਦੇ ਵਿੱਚ ਗਏ ਨੇ, ਉੱਥੋਂ ਡਾਲਰ ਆਣੇ ਘਟ ਗਏ ਨੇ ਸਾਨੂੰ, ਕਿਉਂਕਿ ਉਹ ਡਾਲਰ ਆਣੇ ਘਟੇ ਨੇ, ਤੇ ਇਸ ਕਰਕੇ ਉਹ ਵੀ ਅਰਥ ਵਿਵਸਥਾ ਨੂੰ ਥੋੜਾ ਨੁਕਸਾਨ ਹੋ ਰਿਹਾ। ਉਧਰ ਵੀ ਇੱਕ ਚੀਜ਼, ਹਰੀ ਕ੍ਰਾਂਤੀ 'ਚ ਇਹਨਾਂ ਦਾ ਯੋਗਦਾਨ ਰਿਹਾ, ਪੈਸਾ ਬਾਹਰ ਬਣਦੀ ਪਈ ਹੈ। ਸੋ ਆਪਾਂ ਅੱਗੇ ਵਧਦੇ ਹਾਂ ਜੀ। ਐਲੋਪੈਥੀ ਤੇ ਡਾਕਟਰਾਂ ਦੀ ਨਖੇਦੀ ਤੇ ਸੁਪਰੀਮ ਕੋਰਟ ਵੱਲੋਂ ਬਾਬਾ ਰਾਮਦੇਵ ਨੂੰ ਝਾੜ ਪਈ ਹੈ। ਅੱਛਾ, ਵੇਖੋ ਜੀ, ਬਾਬਾ ਰਾਮਦੇਵ ਜੀ ਤੇ ਮੈਨੂੰ ਲੱਗਦਾ ਵੱਡੇ ਡਾਕਟਰ ਵੀ ਬਣ ਗਿਆ। ਯੋਗਾ ਤਾਂ ਉਹਨਾਂ ਨੇ ਬਹੁਤ ਇੱਥੇ ਬੁਲਾਇਆ ਸੀ, ਯੋਗਾ ਐਕਸਰਸਾਈਜ਼ ਤੇ ਲੋਕਾਂ ਨੂੰ ਦੱਸਿਆ ਸੀਗਾ। ਲੋਕ ਉਹ ਤੋਂ ਚਲੋ ਖੁਸ਼ ਵੀ ਹੋ ਗਏ, ਕਿਉਂਕਿ ਇੱਕ ਜਿਹੜੀ ਇੱਥੋਂ ਦੀ ਪੰਜਾਬ ਦੀ ਨਹੀਂ, ਪੂਰੇ ਹਿੰਦੁਸਤਾਨ ਦੀ ਇੱਕ ਜਿਹੜੀ ਐਕਸਰਸਾਈਜ਼ ਉਹਨੂੰ ਦੱਸਿਆ ਨਾ ਯੋਗਾ ਰਾਹੀਂ, ਵਿਦਿਆ ਵੀ ਦਿੱਤੀ ਉਹਨਾਂ ਨੇ। ਪਰ ਜਦੋਂ ਦੂਜੇ ਪਾਸੇ ਆ ਜਾਣਾ ਤਾਂ ਇੰਨੇ ਵੱਡੇ ਸਕਾਲਰ ਬਣ ਕੇ ਆ ਜਾਣਾ ਤੇ ਲੋਕਾਂ ਨੂੰ ਜਿਹੜਾ ਨਾ ਮੂਰਖ ਬਣਾਉਣਾ, ਇਹ ਹੈਗਾ। ਹੁਣ ਇਸ ਵੇਲੇ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ, ਇਹਦੇ ਵਿੱਚ ਨੈਸ਼ਨਲ ਜਿਹੜੀ ਹੈਗੀ ਸਿਕਿਉਰਿਟੀ ਉਹਦੇ ਵੱਲੋਂ ਵੀ ਆਈ ਹੈ, ਮੈਡੀਕਲ ਕੌਂਸਲ ਵੱਲੋਂ ਵੀ ਹੈਗੀ ਹੈ। ਮੈਡੀਕਲ ਕੌਂਸਲ ਨੇ ਕਹਿਤਾ ਕਿ ਸਾਰਾ ਕੁਝ ਐਲੋਪੈਥੀ ਬਾਰੇ ਜਾਣਦੇ ਆ। ਜਿਹੜੇ ਸੁਪਰੀਮ ਕੋਰਟ ਦੇ ਜੱਜ ਨੇ, ਉਹਨਾਂ ਨੇ ਚੀਫ ਜਸਟਿਸ, ਉਹਨਾਂ ਨੇ ਕਿਹਾ ਕਿ ਇਹ ਤਾਂ ਬੜੇ ਚੰਗੇ ਭਲੇ ਹੁੰਦੇ ਸੀ, ਪਰ ਹੁਣ ਕਿੱਦਾਂ ਦੀਆਂ ਗੱਲਾਂ ਕਰਦੇ ਆ। ਇਹਨਾਂ ਦੇ ਦਿਮਾਗ ਨੂੰ ਸ਼ਾਇਦ ਕੁਝ ਹੋ ਗਿਆ ਕਿ ਜਿਹੜਾ ਇੰਨਾ ਕਰ ਰਿਹਾ। ਐਲੋਪੈਥੀ ਅੰਗਰੇਜ਼ਾਂ ਦੀ ਇੱਕ ਪੱਧਤੀ ਹੈ, ਉਹਨਾਂ ਨੇ ਬਣਾਈ ਹੈ। ਉਹਦੇ 'ਚ ਕੁਇਕਲੀ ਜਿਹੜਾ ਆਰਾਮ ਆਉਂਦਾ, ਉਹਦੇ 'ਚ ਪ੍ਰੋਕਿਉਰਮੈਂਟ ਹੁੰਦੀ ਹੈ, ਸਾਰਾ ਕੁਝ ਹੁੰਦਾ, ਪਰ ਉਹ ਟ੍ਰੀਟਮੈਂਟ ਤਾਂ ਬਹੁਤ ਅੱਛੀ ਹੈ। ਪਰ ਜਿੱਦਾਂ ਹੁਣ ਇਹਨਾਂ ਕਿਹਾ ਕਿ ਸਾਡੀ ਜਿਹੜੀ ਆ, ਜੋ ਅਸੀਂ ਕਹਿ ਰਹੇ ਹਾਂ ਨਾ, ਜੋ ਸਾਡੀ ਦਵਾਈ ਆ, ਹੁਣ ਹਰ ਸ਼ਹਿਰ 'ਚ ਇਹਨਾਂ ਦੀਆਂ ਦੁਕਾਨਾਂ, ਹਰ ਕਸਬੇ 'ਚ ਇਹਨਾਂ ਦੀਆਂ ਦੁਕਾਨਾਂ, ਲੋਕ ਇੱਕਦਮ ਇਹਨਾਂ ਨਾਲ ਰਲੇ ਸੀ। ਹੁਣ ਲੋਕਾਂ ਨੂੰ ਪਤਾ ਲੱਗਾ ਇਹਦੇ 'ਚ ਮਿਲਾਵਟ ਹੈ, ਇਹਦੇ 'ਚ ਬੜਾ ਕੁਝ ਹੈ। ਚਾਹ ਪੱਤੀ ਇਹਨਾਂ ਨੇ ਦਿੱਤੀ ਹੈ, ਇਹਨਾਂ ਨੇ ਐਲੋਵੀਰਾ ਤੋਂ ਚੀਜ਼ਾਂ ਬਣੀਆਂ ਉਹ ਦੇ ਦਿੱਤੀਆਂ, ਹੈ ਨਾ। ਫੇਸ 'ਤੇ ਮਲਣ ਵਾਲੀਆਂ ਉਹ ਚੀਜ਼ਾਂ ਦੇ ਦਿੱਤੀਆਂ, ਲੋਕਾਂ ਨੂੰ ਕਮਲੇ ਕਰ ਦਿੱਤਾ। ਹੁਣ ਦੁਨੀਆ ਨੂੰ ਪਤਾ ਲੱਗ ਗਿਆ ਗੱਲ ਇਹ ਹੈ ਕਿ ਜੋ ਵੀ ਇਹ ਦੇ ਰਿਹਾ ਇਹ ਆਪ ਬਣਾਇਆ ਇਹਨਾਂ ਦਾ ਕੰਮ। ਕਿਸੇ ਵੀ ਪੈਥੀ ਨੂੰ ਲੈ ਲਓ, ਐਲੋਪੈਥੀ ਹੈ ਜੀ, ਹੋਮਿਓਪੈਥੀ ਹੈ, ਆਯੁਰਵੇਦ ਹੈ, ਯੂਨਾਨੀ ਹੈ, ਮਤਲਬ ਸਾਰੀਆਂ ਪੈਥੀਜ਼ ਦਾ ਮਤਲਬ ਤਾਂ ਆਹ ਹੈ ਕਿ ਇਨਸਾਨ ਦੀ ਸਿਹਤ ਨੂੰ ਫਿੱਟ ਰੱਖਣਾ ਹੈ। ਬਿਲਕੁਲ। ਹੁਣ ਕਿਸੇ ਵੀ ਪੈਥੀ ਨੂੰ ਅਪਣਾਓ, ਸਾਰੀਆਂ ਪੈਥੀਆਂ ਨੂੰ ਮਿਲਾ ਲਵੋ, ਇੱਕ ਨਵੀਂ ਪੈਥੀ ਬਣਾ ਲਓ ਕਿ ਇਨਸਾਨ ਨੂੰ ਫਿੱਟ ਰੱਖਣਾ ਹੈ, ਭਾਰਤੀਆਂ ਨੂੰ ਫਿੱਟ ਰੱਖਣਾ, ਪੰਜਾਬੀਆਂ ਨੂੰ ਫਿੱਟ ਰੱਖਣਾ। ਗੱਲ ਇੰਨੀ ਹੈ। ਉਹ ਤੁਹਾਡੀ ਪੈਥੀ ਨੂੰ ਨਿੰਦੇ, ਇਹਨੇ ਨਵੀਂ ਪੈਥੀ ਬਣਾਈ ਹੈ, ਆਪਣੀ ਇਹਨਾਂ ਦੀ ਪੈਥੀ ਬੋਲ ਰਹੀ ਹੈ। ਇਹ ਕਹਿੰਦੇ ਵੀ ਇੱਧਰ ਵਰਤੋ, ਦੂਜੇ ਨੂੰ ਨਿੰਦਣਾ, ਇਹ ਨਹੀਂ ਚੰਗੀ, ਉਹ ਨਹੀਂ ਚੰਗੀ, ਇਦਾਂ ਤਾਂ ਨਹੀਂ ਹੋਊਗਾ। ਕਿਉਂਕਿ ਹਰ ਪੈਥੀ ਦਾ ਆਪਣਾ ਇੱਕ ਲੌਜਿਕ ਆ, ਆਪਣੀ ਫਿਲਾਸਫੀ ਹੈ, ਉਹ ਆਪਣੇ ਤਰੀਕੇ ਨਾਲ ਕੰਮ ਕਰਦੀ ਹੈ। ਇੱਕ ਪੈਥੀ ਦੂਜੀ ਪੈਥੀ ਨੂੰ ਨਿੰਦਣ ਲੱਗ ਪਏ, ਉੱਦਾਂ ਨਹੀਂ ਚੱਲੇਗਾ। ਇੱਕ ਦੂਜੇ ਨੂੰ ਸਪੋਰਟ ਕਰਨ, ਨਾ ਕਿ ਇੱਕ ਦੂਜੇ ਦੇ ਖਿਲਾਫ ਖੜੀਆਂ ਹੋਣ। ਸੋ ਇਸ ਤਰ੍ਹਾਂ ਨਹੀਂ ਚੱਲੂਗਾ। ਆਯੁਰਵੇਦ ਇੱਕ ਸਾਡਾ ਪੁਰਾਤਨ ਸਿਸਟਮ ਹੈ, ਹਜ਼ਾਰਾਂ ਸਾਲ ਪੁਰਾਣਾ ਸਿਸਟਮ ਹੈ। ਪੈਥੀ, ਐਲੋਪੈਥੀ ਨਵੀਂ ਪੈਥੀ ਹੈ, ਬਟ ਨਹੀਂ ਅੰਗਰੇਜ਼ਾਂ ਦੇ ਟਾਈਮ ਦੀ ਕੱਢੀ ਹੈ, ਇਹਦੇ ਵਿੱਚ ਵੀ ਮੈਂਸ਼ਨ ਕੀਤੀ ਉਹਨਾਂ ਨੇ, ਬੜੀ ਅੱਛੀ ਹੈ। ਲੋਕਾਂ ਨੂੰ ਜਦੋਂ ਫਾਇਦਾ ਹੋ ਰਿਹਾ, ਜਦੋਂ ਲੋਕਾਂ ਨੇ ਉਹਨੂੰ ਅਪਣਾ ਲਿਆ, ਤੇ ਲੋਕਾਂ ਨੂੰ ਕਹਿ ਕੇ ਕਿੱਦਾਂ ਕਰਨਗੇ? ਇਹ ਮੂਰਖਤਾ ਨਹੀਂ ਬਣਦੇ ਲੋਕ, ਕਿਉਂਕਿ ਐਲੋਪੈਥੀ ਦੇ ਵਿੱਚ ਕੁਇਕ ਰਿਲੀਫ ਹੁੰਦਾ, ਸਾਰਾ ਕੁਝ ਹੈਗਾ। ਹੋਮਿਓਪੈਥੀ ਜਰਮਨ ਦੀ ਹੈ ਪੈਥੀ ਆ, ਬਾਹਰਲੇ ਲੋਕਾਂ ਤੋਂ ਆਈ ਆ, ਪੰਜਾਬ 'ਚ ਪ੍ਰਚਲਿਤ ਹੋ ਗਈ ਹੈ, ਔਰ ਹਿੰਦੁਸਤਾਨ ਪੂਰਾ ਇਹਨੂੰ ਮੰਨ ਰਿਹਾ। ਪਰ ਹੁਣ ਇੱਕ ਬੰਦਾ ਜੇ ਕਹਿ ਦੇ ਵੀ ਇਹ ਸਾਰੀਆਂ ਪੈਥੀਆਂ ਗਲਤ ਹੋ ਗਈਆਂ, ਕਿੱਦਾਂ ਗਲਤ ਹੋ ਗਈਆਂ? ਕਿ ਮੇਰੀ ਪੈਥੀ ਠੀਕ ਹੈਗੀ ਹੈ, ਇਹਦੇ 'ਚ ਦਵਾਈਆਂ ਲਓ, ਤੁਸੀਂ ਤੰਦਰੁਸਤ ਹੋ ਜਾਓਗੇ, ਇਹਦੇ 'ਚ ਦਵਾਈਆਂ ਖਾਓਗੇ, ਕੁਇਕ ਰਿਲੀਫ ਮਿਲੂਗਾ। ਪਰ ਲੋਕਾਂ ਨੂੰ ਇਹ ਹਜਮ ਨਹੀਂ ਹੋਈ ਗੱਲ, ਤੇ ਉਹਦੇ ਨਾਲ ਸੁਪਰੀਮ ਕੋਰਟ ਤੋਂ ਹੁਕਮ ਆ ਗਿਆ ਕਿ ਤੁਸੀਂ ਇਹ ਗੱਲ ਨੂੰ ਬੰਦ ਕਰ ਦਿਓ, ਨਹੀਂ ਤੇ ਫਿਰ ਦੁਬਾਰਾ ਤੁਹਾਡੇ ਤੇ ਕੇਸ ਹੋਊਗਾ, ਤੇ ਫਿਰ ਹਰਜਾਨਾ ਪਊਗਾ। ਕਰੋੜਾਂ ਦੀ ਕੰਪਨੀ ਹੈ ਪਤੰਜਲੀ ਪ੍ਰੋਡਕਟਸ,
ਔਰ ਬਾਬਾ ਰਾਮਦੇਵ ਜੀ ਯੋਗ ਤੋਂ ਸ਼ੁਰੂ ਹੋਏ ਸੀ, ਯੋਗ ਤੋਂ ਬਾਅਦ ਉਹ ਉਦਯੋਗ ਤੇ ਆ ਗਏ, ਬਿਜ਼ਨਸਮੈਨ ਬਣ ਗਏ। ਹਰ ਦੇਸ਼ 'ਚ ਇਹਨਾਂ ਕੋਲ ਪ੍ਰਾਪਰਟੀ ਹੈ, ਇਹਨਾਂ ਦੇ ਹਰ ਦੇਸ਼ 'ਚ ਆਪਣੇ ਆਈਲੈਂਡ ਹੈ, ਇਹਨਾਂ ਨੇ ਪੈਸਾ ਅਰਬਾਂ ਖਰਬਾਂ ਮਿਲੀਅਨ ਬਿਲੀਅਨ ਪਤਾ ਨਹੀਂ ਕਿੱਥੋਂ ਤੱਕ ਲੈ ਗਏ ਹੈ। ਪਰ ਅਜੇ ਵੀ ਇਹਨਾਂ ਦਾ ਜੀ ਕਰਦਾ ਕਿ ਬਾਕੀ ਜਿਹੜੇ ਲੋਕਾਂ ਦੇ ਬੋਝਾਂ 'ਚ ਪਿਆ ਉਹ ਵੀ ਕੱਢਿਆ ਜਾਵੇ ਬਾਹਰ। ਖੈਰ ਜੋ ਵੀ ਹੈ, ਨਿੰਦਾ ਕਿਸੇ ਦੀ ਨਹੀਂ ਕਰਨੀ ਚਾਹੀਦੀ ਕਿ ਤੁਸੀਂ ਦੂਸਰੀ ਪੈਥੀ ਦੀ ਨਿੰਦਾ ਕਰਦੇ ਹੋ, ਦੈਟ ਇਜ਼ ਟੋਟਲੀ ਰੋਂਗ। ਤੁਸੀਂ ਆਪਣੀ ਪੈਥੀ ਦੀ ਜ਼ਰੂਰ ਵਡਿਆਈ ਕਰੋ, ਜੇ ਲੋਕ ਪਸੰਦ ਕਰਦੇ ਤਾਂ ਵਿੱਚੋਂ ਚੀਜ਼ਾਂ, ਪਰ ਦੂਜਿਆਂ ਦੀ ਨਖੇਦੀ ਨਹੀਂ। ਪਰ ਇਹ ਗੱਲ ਤਾਂ ਮਾਮਲੇ ਪੈਸੇ ਦੀ ਹੈ ਨਾ, ਪੈਸਾ ਵੇਚਣ, ਚੀਜ਼ਾਂ ਵੇਚਣ ਦੀ ਮਾਰਕੀਟ ਹੈ, ਉਹ ਹੈ। ਹਰ ਪੈਥੀ ਦਾ ਆਪਣਾ ਇੱਕ ਸਥਾਨ ਹੈ, ਉਹਨੂੰ ਸਥਾਨ ਬਣਦਾ, ਉਹਨੂੰ ਮਿਲਣਾ ਹੀ ਚਾਹੀਦਾ। ਸੋ ਅੱਗੇ ਵਧਦੇ ਆ ਜੀ। ਬਿਲਕਿਸ ਬਾਨੋ ਦਾ ਦੋਸ਼ੀਆਂ ਦੀ ਰਿਹਾਈ ਵਿਰੁੱਧ ਸੁਪਰੀਮ ਕੋਰਟ ਪੁੱਜਣਾ। ਬਿਲਕਿਸ ਬਾਨੋ ਕੇਸ ਦੇ ਅੰਦਰ 11 ਦੇ 11 ਦੋਸ਼ੀ ਬਰੀ ਹੋ ਗਏ, ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੀ। ਹੁਣ ਬਿਲਕਿਸ ਬਾਨੋ ਪਹੁੰਚੇ ਨੇ ਅੱਗੇ ਸੁਪਰੀਮ ਕੋਰਟ ਦੇ ਵਿੱਚ ਇਸ ਫੈਸਲੇ ਦੇ ਵਿਰੁੱਧ। ਹਾਂ, ਇਹ ਬੜਾ ਸੰਗੀਨ ਫੈਸਲਾ ਜਿਹੜਾ ਹੋਇਆ, ਕੰਪਲੈਕਸ ਜਿਹਾ ਸਿਸਟਮ, ਹਰ ਬੰਦੇ ਨੇ ਇਹਦੀ ਵਿਰੋਧਤਾ ਕੀਤੀ ਆ। ਜਿਹੜੇ ਲੋਕ ਸੀਨੀਅਰ ਸਿਟੀਜ਼ਨ ਨੇ, ਬਾਲ ਬੱਚੇਦਾਰ ਨੇ, ਲੋਕ ਸਿਆਣੇ ਨੇ, ਔਰਤਾਂ ਖਾਸ ਤੌਰ ਤੇ ਪੜ੍ਹੀਆਂ ਲਿਖੀਆਂ, ਉਹਨਾਂ ਸਾਰਿਆਂ ਨੇ ਇਹਦੀ ਨਿਖੇਧੀ ਕੀਤੀ ਆ ਕਿ ਜਦੋਂ ਉਹਨਾਂ ਨੂੰ ਸਜ਼ਾ ਹੋ ਗਈ ਆ, ਜਦੋਂ ਇਹ 2008 ਤੋਂ ਬਾਅਦ ਉਹਨਾਂ ਨੂੰ ਸਜ਼ਾ ਹੋਈ ਸੀ, 2002 'ਚ ਇਹ ਕੇਸ ਚੱਲਿਆ ਸੀਗਾ। ਔਰ ਜਦੋਂ ਇਹ ਉਦੋਂ ਚੱਲਿਆ ਜਦੋਂ ਗੋਧਰਾ ਕਾਂਡ ਹੋਇਆ, ਉਹਦੇ 'ਚ ਲੋਕ ਜਦੋਂ ਬਾਹਰ ਆ ਗਏ, ਐਜੀਟੇਸ਼ਨ ਹੋਈਆਂ, ਇਹਨਾਂ ਦੇ ਪਰਿਵਾਰ ਨੂੰ ਫੜ ਲਿਆ, ਇਹਨਾਂ ਦਾ ਪਰਿਵਾਰ ਮਾਰ ਦਿੱਤਾ ਗਿਆ। ਇਹ ਕੁੜੀ ਨੂੰ ਰੇਪ ਕੀਤਾ ਦਿਨ ਦਿਹਾੜੇ, ਔਰ ਇਹਦਾ ਬੱਚਾ ਛੋਟਾ ਸੀ, ਉਹ ਮਾਰ ਦਿੱਤਾ ਗਿਆ, ਪੇਟ ਸੀਗਾ ਬੱਚਾ, ਔਰ ਉਹ ਰੇਪ ਇਹਨਾਂ ਜ਼ਬਰਦਸਤ ਕੀਤਾ, ਔਰ ਪਤਾ ਨਹੀਂ ਕਿੰਨਾ ਸਮੂਹ ਬਲਾਤਕਾਰ ਕੇ ਹੋਇਆ। ਔਰ ਉਹਨੂੰ ਸੁਪਰੀਮ ਕੋਰਟ ਨੇ, ਹਾਈ ਕੋਰਟ ਨੇ, ਉਹਨਾਂ ਨੇ ਇਸ ਮਾਮਲੇ 'ਤੇ 2008 'ਚ ਉਹਨੂੰ ਦੇ ਦਿੱਤਾ ਕਿ ਇਹ ਬੰਦਿਆਂ ਨੂੰ ਉਮਰ ਕੈਦ ਦਿੱਤੀ ਜਾਂਦੀ ਹੈ, ਆਦੇਸ਼ ਹੋ ਗਿਆ। ਜਦੋਂ ਹੋ ਗਿਆ 8 ਤੋਂ ਬਾਅਦ 15 ਸਾਲ ਹੋ ਰਹੇ ਆ, ਹੁਣ ਆ ਕੇ ਦੇਖੋ, ਇੱਕ ਵਾਰੀ ਜਦੋਂ ਗਵਾਹੀਆਂ ਮਿਲ ਗਈਆਂ, ਸਾਰਾ ਕੁਝ ਹੋ ਗਿਆ, ਜਿਹੜੀ ਨਿਆਂ ਪ੍ਰਣਾਲੀ ਨੂੰ ਪਤਾ ਲੱਗ ਗਿਆ ਕਿ ਕੇਸ ਵਾਕਿਆ ਵਾਪਰਿਆ, ਔਰ ਉਹਦੀ ਵੀਡੀਓ ਵੀ ਹੈ, ਸਾਰਾ ਕੁਝ ਹੋਗਾ। ਹੁਣ ਆ ਕੇ 15 ਸਾਲਾਂ ਦੇ ਬਾਅਦ ਕਿਹੜੀ ਬਿੱਲੀ ਫਿਰ ਨਿਸ਼ ਮਾਰ ਗਈ ਕਿ ਇਹਨਾਂ ਨੂੰ ਬਾਹਰ ਕੱਢੋ ਜੀ, ਤੇ ਫਿਰ ਦੁਬਾਰਾ 11 ਦੇ 11 ਬੰਦੇ ਸਾਫ਼ ਤੌਰ 'ਤੇ ਬਾਹਰ ਆ ਗਏ ਆ। ਉਹਦੇ ਵਿੱਚ ਇਹ ਪਤਾ ਨਹੀਂ ਕੀ ਲਕੂਨਾ, ਕੀ ਉਹਦੇ ਵਿੱਚ ਕੇਸ ਨੂੰ ਦੇਖਿਆ ਗਿਆ, ਔਰ ਉਹਦੇ ਵਿੱਚ ਲੋਕਾਂ ਦੀਆਂ ਨਜ਼ਰਾਂ ਹੋਰ ਪਾਸੇ ਵੀ ਹੈਗੀਆਂ ਕਿ ਇਹਦੇ 'ਚ ਜਿਹੜੀ ਆ ਮੌਜੂਦਾ ਸਰਕਾਰਾਂ ਨੇ, ਉਹਨਾਂ ਵੱਲੋਂ ਵੀ ਗਿਆ, ਉਹਨਾਂ ਨੂੰ ਇਹ ਕਹਿ ਦਿੱਤਾ ਕਿ ਅਗਲੀਆਂ ਇਲੈਕਸ਼ਨ ਆ ਰਹੀਆਂ, ਬਾਕੀ ਜਿਹੜੀਆਂ ਵੋਟਾਂ ਤੁਹਾਡੀਆਂ ਫਿਰ ਪੱਕੀਆਂ ਹੋ ਜਾਣਗੀਆਂ। ਇਹਦੇ ਵਿੱਚ ਕਈ ਤਰ੍ਹਾਂ ਦੀਆਂ ਰਾਜਨੀਤਿਕ ਪਾਰਟੀਆਂ ਦਾ ਮੇਲ ਜੋਲ ਵੀ ਦੱਸਿਆ ਜਾਂਦਾ ਹੈ, ਔਰ ਮੀਡੀਆ ਵੀ ਬੋਲ ਰਿਹਾ ਇਹਦੇ 'ਤੇ। ਇਹ ਇਸ਼ੂ ਇਸ ਵੇਲੇ ਹਿੰਦੁਸਤਾਨ ਦਾ ਬੜਾ ਸੰਗੀਨ ਇਸ਼ੂ ਹੈ, ਸੰਗੀਨ ਇਸ਼ੂ ਹੈ। ਔਰ ਕੁਝ ਇੱਦਾਂ ਕਵਰ ਅਪ ਵੀ ਹੋ ਰਹੇ ਨੇ ਕਿ 15 ਅਗਸਤ ਦੇ ਉੱਤੇ ਕੈਦੀਆਂ ਨੂੰ ਰਿਹਾ ਕੀਤਾ ਜਾਂਦਾ ਹੈ, ਤਾਂ ਉਸ ਨੂੰ ਕੰਸੀਡਰ ਕਰਦੇ ਹੋਏ ਇਹ ਵੀ ਰਿਹਾਈ ਹੋਈ ਹੈ। ਕੁਝ ਇੱਦਾਂ ਵੀ ਪਰ ਇਹਦੀ ਰਿਹਾਈ ਤਾਂ 15 ਅਗਸਤ ਤੇ ਹੋਈ ਹੈ, ਜਿਹਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਹੈਗਾ, ਔਰ ਉਹਦੇ ਵਿੱਚ ਸਿੱਖ ਕਮਿਊਨਿਟੀ ਵਾਲਿਆਂ ਨੇ ਜਿਹੜਾ ਕੀਤਾ, ਜਿਹੜਾ ਉਹਨਾਂ ਨੇ ਇੱਥੇ ਰੌਲਾ ਪਾਇਆ, ਔਰ ਇਹਦੇ 'ਚ ਆਪਣਾ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ SGPC ਨੇ ਵੀ ਇਹਦੇ 'ਚ ਕਿਹਾ ਕਿ ਇਹਦੇ 'ਚ ਜਿਹੜੇ ਉਹ ਸਾਰੇ ਬੰਦੀ ਸਿੱਖ ਰਿਹਾ ਨਹੀਂ ਕੀਤੇ ਗਏ। 15 ਅਗਸਤ ਤੇ ਇਹਨਾਂ ਨੇ ਮੰਨਿਆ ਸੀ ਕਿ ਅਸੀਂ ਉਹਨਾਂ ਨੂੰ ਰਿਹਾ ਕਰਾਂਗੇ। ਉਹਦੇ ਵਿੱਚ ਇਹਨਾਂ ਨੇ ਆਪਣੇ ਪ੍ਰਾਈਮ ਮਿਨਿਸਟਰ ਤੱਕ ਵੀ ਗੱਲ ਗਈ ਹੈ, ਰਾਸ਼ਟਰਪਤੀ ਤੱਕ ਵੀ ਗੱਲ ਗਈ ਹੈ, ਇਹਨਾਂ ਨੇ ਬਣਾ ਕੇ ਲਿਸਟ ਦਿੱਤੀ ਉਹਨਾਂ ਨੂੰ। ਪਹਿਲਾਂ ਤਾਂ ਮੰਨੇ ਗਏ ਕਿ ਸਾਰਾ ਕੁਝ ਹੋ ਜਾਊਗਾ, ਔਰ ਜਿਨ੍ਹਾਂ ਦੀਆਂ ਸਾਰੀਆਂ ਜਿੰਨੀਆਂ ਵੀ ਪੂਰੀਆਂ ਹੋ ਗਈਆਂ, ਜਿੰਨਾ ਉਹਨਾਂ ਨੂੰ ਮਿਲਿਆ ਸੀਗਾ ਉਮਰ ਕੈਦ ਸੀਗਾ, ਜਿੰਨਾ ਵੀ ਹੈਗਾ ਸੀ, ਉਹ ਸਾਰਾ ਉਹਨਾਂ ਨੇ ਭੁਗਤ ਲਿਆ। ਪਰ ਹੁਣ ਉਹਦੇ ਵਿੱਚ ਇਹਨਾਂ ਨੇ ਕਹਿਤਾ ਉਹਨਾਂ ਨੂੰ ਵੇਖੋ, ਕੋਈ ਬੰਦੇ ਨੂੰ ਬਾਹਰ ਨਹੀਂ ਕੱਢਿਆ, ਕੱਢ ਦਿੱਤੇ 11 ਬੰਦੇ ਹੋਰ, ਜਿਨ੍ਹਾਂ ਦਾ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ, ਜਿਨ੍ਹਾਂ ਨੇ ਮੰਗ ਕੀਤੀ ਹੈ। ਇਹ 'ਚ ਸੁਖਬੀਰ ਬਾਦਲ ਨੇ ਵੀ ਬੜਾ ਜ਼ੋਰ ਲਾਇਆ ਹੈ ਨਾ, ਇਹਦੇ ਵਿੱਚ SGPC ਅੰਮ੍ਰਿਤਸਰ ਨੇ ਵੀ ਜ਼ੋਰ ਲਾਇਆ, ਔਰ ਪੂਰੇ ਬਾਹਰਲੇ ਜਿਹੜੇ ਦੇਸ਼ਾਂ 'ਚ ਬੈਠੇ ਨੇ ਪ੍ਰਵਾਸੀ ਭਾਰਤੀ, ਉਹਨਾਂ ਨੇ ਵੀ ਜ਼ੋਰ ਲਾਇਆ ਕਿ ਉਹਨਾਂ ਸਿੱਖਾਂ ਨੂੰ ਕੱਢ ਦਿਓ, ਉਹਨਾਂ ਦੇ ਵੀ ਬੱਚੇ ਆ, ਉਹਨਾਂ ਦਾ ਵੀ ਪਰਿਵਾਰ ਆ, ਉਹਨਾਂ ਦੀ ਵੀ ਪਤਨੀਆਂ, ਉਹਨਾਂ ਦਾ ਸਾਰਾ ਕਾਰੋਬਾਰ ਆ, ਉਹਨਾਂ ਨੂੰ ਜੀਂਦੇ ਜੀ ਕੱਢ ਦਿਓ ਕਿ ਅੰਦਰੇ ਮਾਰਨਾ ਨਾ। ਇਹ ਵੀ ਗੱਲ ਬੜੀ ਮਾੜੀ ਹੈ, ਕਿਉਂਕਿ ਪੂਰੀ ਜ਼ਿੰਦਗੀ ਬੀਤ ਗਈ, ਉਮਰ ਕੈਦ ਤੋਂ ਵੱਧ ਦੀ ਸਜ਼ਾ ਪਾ ਲਈ ਉਹਨਾਂ ਨੇ, 35 ਸਾਲ ਤੱਕ ਹੋ ਗਏ, ਪੂਰੇ ਬਹੁਤ ਜ਼ਿਆਦਾ ਹੋ ਗਏ। ਸੋ ਇਹ ਸਾਰੀਆਂ ਗੱਲਾਂ ਕੰਸੀਡਰ ਕਰਨ ਵਾਲੀਆਂ ਨੇ। ਹੁਣ ਜ਼ਰੂਰ ਉਮੀਦ ਹੈ ਕਿ ਗਵਰਨਮੈਂਟਸ ਦੇ ਉੱਤੇ ਐਕਸ਼ਨਸ ਲੈਣਗੀਆਂ। ਔਰ ਬਾਕੀ ਬਿਲਕਿਸ ਬਾਨੋ ਦੇ ਕੇਸ ਦੀ ਚਰਚਾ ਤਾਂ ਅਮਰੀਕਾ ਤੱਕ ਗਈ ਹੈ, ਉੱਥੇ ਵੀ ਨਖੇਧੀ ਹੋਈ ਹੈ, ਲੋਕਾਂ ਨੇ ਐਜੀਟੇਸ਼ਨ ਕੀਤੀ ਹੈ, ਇਹ ਸਭ ਗੱਲਾਂ ਸਾਡੇ ਸਾਹਮਣੇ ਨੇ। ਖੈਰ ਅੱਗੇ ਵਧੀਏ। ਸੋ ਤੁਸੀਂ ਮਨਪ੍ਰੀਤ ਬਾਦਲ ਜੀ ਦੀ ਗੱਲ ਕੀਤੀ ਸੀ, ਉਹਨਾਂ ਦੇ ਖਿਲਾਫ ਵੀ ਸ਼ਿਕਾਇਤ ਦਰਜ ਹੋਈ ਹੈ। ਭਾਜਪਾ ਨੇਤਾ ਸਰੂਪ ਚੰਦ ਸਿੰਗਲਾ ਜੀ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ। ਇਹ MLA ਨੇ ਸਰੂਪ ਚੰਦ ਸਿੰਗਲਾ, ਹਾਂਜੀ, ਬਠਿੰਡਾ ਤੋਂ, ਔਰ ਮਨਪ੍ਰੀਤ ਬਾਦਲ ਦਾ ਵੀ ਉਧਰੇ ਏਰੀਆ ਵਾ, ਔਰ ਇਹਨਾਂ ਦੀ ਕੋਈ ਲੰਬੀ ਖਹਿਬਾਜ਼ੀ ਵੀ ਆ। ਪਰ ਉਹਨਾਂ ਨੇ ਜਾਚਕਾ 'ਚ ਇਹ ਦਾਇਰ ਕੀਤਾ ਕਿ ਇਹਨਾਂ ਨੇ ਬੇਨਾਮੀ ਪ੍ਰਾਪਰਟੀਆਂ ਦੀ ਚੱਕਰ ਜਿਸ 'ਚ ਇਹਨਾਂ ਦੇ ਕਾਮੇ ਨੇ, ਜਿਹਦੇ 'ਚ ਇਹਨਾਂ ਦੇ ਉੱਥੇ ਕੰਮ ਕਰਨ ਵਾਲੇ ਜਿਹੜੇ ਨੌਕਰ ਆ, ਉਹਨਾਂ ਦੇ ਨਾਂ 'ਤੇ ਵੀ ਇਹਨਾਂ ਨੇ ਜਾਇਦਾਦ ਦੀਆਂ ਰਜਿਸਟਰੀਆਂ ਕਰਾਈਆਂ, ਔਰ ਬੜਾ ਕੁਝ ਉਹ ਹੈ। ਉਹਨਾਂ ਨੇ ਜਦੋਂ ਜਾਚਕਾ ਦਾਇਰ ਕੀਤੀ ਹੈ ਤਾਂ ਇਹਨਾਂ ਨੇ ਕਿਹਾ ਕਿ ਨਿਆਂ ਪ੍ਰਣਾਲੀ ਨੂੰ ਕੋਖਣਾ ਚਾਹੀਦਾ, ਇਹਦੇ 'ਤੇ ਸਾਰਾ ਪੁੱਛ ਪੜਤਾਲ ਕਰਨੀ ਚਾਹੀਦੀ ਹੈ, ਤਾਂ ਕਿ ਪਤਾ ਲੱਗ ਜੂਗਾ ਕਿ ਕਿੰਨਾ ਕੁਛ ਹੈ।
ਪਰ ਉਹ ਇਹ ਵੀ ਲੋਕ ਵੀ ਕਹਿ ਰਹੇ ਆ, ਇਹ ਜਨਤਾ ਨੇ ਇਹ ਵੀ ਕਿਹਾ ਕਿ ਜਦੋਂ ਆਪ ਇਹ ਵਿੱਤ ਮੰਤਰੀ ਸੀ, ਫਾਈਨਾਂਸ ਮਿਨਿਸਟਰ, ਉਦੋਂ ਤਾਂ ਦੇ ਖਜ਼ਾਨਾ ਹੀ ਖਾਲੀ ਹੈ, ਇਹਦੇ 'ਚ ਆਹ ਸਹੂਲਤਾਂ ਨਹੀਂ ਆ। ਜਦੋਂ ਕਿ ਆਪਣੇ ਅਮਰਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਅਤੇ ਇਹ ਉਹਨਾਂ ਦੇ ਵਿੱਤ ਮੰਤਰੀ ਸੀ, ਉਦੋਂ ਉਹ ਸਹੂਲਤ ਦਿੰਦੇ ਸੀ ਵੀ ਆਹ ਸਹੂਲਤ ਨੂੰ ਦੇ ਰਹੇ ਅਸੀਂ, ਸਾਰਾ ਕੁਝ ਪੰਜਾਬ ਮਾਣੂਗਾ, ਦਾ ਮਜ਼ਾ ਲਊਗਾ ਇਹਦੇ ਤੋਂ। ਪਰ ਜਦੋਂ ਇਹਨਾਂ ਕੋਲ ਆਉਂਦਾ ਹੈਗਾ ਕੇਸ, ਆਂਦੇ ਜੀ ਖਜ਼ਾਨੇ 'ਚ ਕੱਖ ਨਹੀਂ ਗਾ, ਹੁਣ ਕੀ ਕਰਾਂਗੇ, ਔਰ ਉਦੋਂ ਭਾਂਡੇ ਮੂਹਦੇ ਕਰ ਦਿੰਦੇ ਸੀ। ਪਰ ਆਹ ਜਿਹੜੇ ਹੁਣ ਭਾਂਡੇ ਸਿੱਧੇ ਹੋਏ ਆ, ਜਿਹਦੇ ਵਿੱਚ ਲੋਕਾਂ ਨੇ ਕਿਹਾ ਪ੍ਰਾਪਰਟੀ ਬਣਾ ਲਈ ਇਹਨਾਂ ਨੇ, ਔਰ ਜਾਚਕਾ 'ਚ ਵੀ ਦਾਇਰ ਕੀਤਾ, ਉਹਨਾਂ A to Z ਲਿਸਟ ਬਣਾਤੀ ਹੈ ਵੀ ਕਿੱਥੇ ਕਿੱਥੇ ਪ੍ਰਾਪਰਟੀ ਹੈ। ਹੁਣ ਉਹ ਪ੍ਰਾਪਰਟੀ ਜਦੋਂ ਤਬਦੀਸ਼ ਹੋਈ, ਜਦੋਂ ਨਿਕਲ ਆਈ, ਉਹ ਕਿੱਥੋਂ ਬਣ ਗਈ ਆ? ਇਹਨਾਂ ਕੋਲ ਜ਼ਮੀਨ ਤਾਂ ਮੰਨ ਲਿਆ ਹੈਗੀ ਆ, ਇਹਨਾਂ ਕੋਲ ਲੰਬੀ ਏਰੀਆ 'ਚ ਜ਼ਮੀਨ ਬਹੁਤ, ਐਗਰੀਕਲਚਰ ਲੈਂਡ ਹੈਗੀ ਆ। ਇਹ ਬਾਦਲ ਸਾਹਿਬ ਦੇ ਭਤੀਜਾ ਵਾ, ਇਹ ਗੁਰਦਾਸ ਸਿੰਘ ਬਾਦਲ ਦੇ ਬੇਟੇ ਆ, ਹੈ ਨਾ, ਸੁਖਬੀਰ ਬਾਦਲ ਦੇ ਭਰਾ ਵਾ, ਚਾਚੇ ਦੇ ਭਰਾ, ਤਾਏ ਦੇ ਪੁੱਤ ਭਰਾ। ਔਰ ਇਹਨਾਂ ਦਾ, ਉਹਨਾਂ ਕੋਲ ਪ੍ਰਾਪਰਟੀ ਬਹੁਤ, ਇਹਨਾਂ ਕੋਲ ਪ੍ਰਾਪਰਟੀ ਬਹੁਤ ਆ। ਉਂਗਲ ਤਾਂ ਤਾਦੀ ਉੱਠਦੀ ਆ ਜਿਹਦੇ ਵਿੱਚ ਕੁਛ ਨਾ ਕੁਛ ਦਾਲ 'ਚ ਕਾਲਾ ਕਾਲਾ ਹੋਵੇ। ਬਿਲਕੁਲ ਜੀ, ਕਈ ਵਾਰ ਤਾਂ ਲੱਗਦਾ ਦਾਲ ਹੀ ਕਾਲੀ ਹੈ ਪੂਰੀ। ਤੇ ਇਹ ਮਨਪ੍ਰੀਤ ਬਾਦਲ, ਇਹਨਾਂ ਦੇ ਜੇ ਆਪਾਂ ਕੇਸਿਸ ਦੇਖੀਏ ਤਾਂ ਇਹਦੇ ਵਿੱਚ ਉਹ ਸਿਕਿਉਰਿਟੀ ਦੀ ਵੀ ਗੱਲ ਆਈ ਸੀ ਕਿ ਜ਼ਰੂਰਤ ਤੋਂ ਜ਼ਿਆਦਾ ਸਿਕਿਉਰਿਟੀ ਰੱਖੀ ਹੋਈ ਸੀ ਇਹਨਾਂ ਨੇ, ਔਰ ਬਾਕੀ ਕਿਸੇ ਕੋਲ ਇੰਨੀ ਨਹੀਂ ਸੀ, ਸ਼ਾਇਦ 30 ਤੋਂ ਉੱਤੇ ਬੰਦੇ ਸੀਗੇ। ਇਹ ਆਪਣਾ ਉੱਥੋਂ ਜਿਹੜੀ ਇਹਨਾਂ ਨੂੰ ਸਰਕਾਰੀ ਅਕੋਮੋਡੇਸ਼ਨ ਮਿਲੀ, ਉਹ ਵੀ ਇਹਨਾਂ ਲੇਟ ਛੱਡੀ, ਇਹਨਾਂ ਨੇ ਲੇਟ ਛੱਡੀ ਹੈ। ਸੋ ਕਾਫੀ ਮਾਮਲੇ ਆਉਂਦੇ ਨੇ ਸਾਹਮਣੇ। ਖੈਰ ਚਲੋ ਆਪਾਂ ਅੱਗੇ ਵਧਦੇ ਹਾਂ। ਪੰਜਾਬ ਦੇ ਅੰਦਰ ਜਿਹੜੀ ਉਹ ਲੰਪੀ ਦੀ ਸਕਿਨ ਦੀ ਬਿਮਾਰੀ ਗਊਆਂ 'ਚ ਫੈਲੀ ਹੈ, ਉਹ ਕਿਤੇ ਨਾ ਕਿਤੇ ਹੁਣ ਮੱਝਾਂ ਦੇ ਵਿੱਚ ਵੀ ਉਹਦੇ ਲੱਛਣ ਦੇਖਣ ਨੂੰ ਮਿਲਦੇ ਪਏ ਨੇ। ਦੁੱਧ ਜ਼ਹਿਰੀਲਾ ਹੋ ਗਿਆ, ਸੋ ਇੱਦਾਂ ਦੀਆਂ ਕਈ ਚੀਜ਼ਾਂ ਨੇ। ਡੈਥਸ ਵੀ ਹੋਈਆਂ ਨੇ ਕੁਛ ਇੱਕ ਜਾਨਵਰਾਂ ਦੀਆਂ, ਉਸ ਚੀਜ਼ ਨੂੰ ਵੀ ਲੈ ਕੇ ਹੁਣ ਟੀਕਾਕਰਨ ਸ਼ੁਰੂ ਕੀਤਾ ਹੈ ਪੰਜਾਬ ਸਰਕਾਰ ਨੇ, ਔਰ ਇਹ ਮੁਹਿੰਮ ਵਾਕਣ ਤੇਜ਼ੀ ਵਰਤੀ ਜਾ ਰਹੀ ਹੈ, ਔਰ ਸਾਰੇ ਪਸ਼ੂਆਂ ਨੂੰ ਟੀਕਾਕਰਨ ਕੀਤਾ ਜਾ ਰਿਹਾ ਹੈ। ਔਰ ਇਹ ਕਹਿੰਦੇ ਨੇ ਕਿ ਛੂਤ ਦੀ ਬਿਮਾਰੀ ਹੈ, ਇੱਕ ਜਾਨਵਰ ਤੋਂ ਦੂਜੇ ਜਾਨਵਰ ਨੂੰ ਲੱਗਦੀ ਹੈ। ਔਰ ਕਈ ਇਹ ਵੀ ਹਿਦਾਇਤਾਂ ਦਿੰਦੇ ਨੇ ਕਿ ਜਿਹੜੀਆਂ ਗਊਆਂ ਸਾਡੇ ਕਿਸਾਨ ਵੀਰ ਧੁੱਪੇ ਬੰਨ੍ਹ ਦਿੰਦੇ ਨੇ, ਉਹ ਧੁੱਪੇ ਜਿਹੜੀਆਂ ਬੰਨੀਆਂ ਹੋਈਆਂ ਨੇ ਉਹਨਾਂ ਨੂੰ ਇਹ ਸਕਿਨ ਡਿਜ਼ੀਜ਼ ਹੋਈ ਹੈ, ਜਿਹੜੀਆਂ ਛਾਵੇਂ ਬੰਨ੍ਹ ਕੇ ਰੱਖਦੇ ਨੇ ਉਹਨਾਂ ਨੂੰ ਇਹ ਡਿਜ਼ੀਜ਼ ਨਹੀਂ ਹੋਈ। ਕਿ ਇਹ ਵੀ ਗੱਲਾਂ ਵਿੱਚ ਸਾਹਮਣੇ ਆ ਰਹੀਆਂ ਨੇ। ਹਾਂ ਦੇਖੋ, ਜਦੋਂ ਕੋਈ ਬਿਮਾਰੀ ਫੈਲਦੀ ਹੈ ਨਾ, ਔਰ ਉਹਦੇ ਵਿੱਚ ਕਈਆਂ ਦੀਆਂ ਸਲਾਹਾਂ ਬੜੀਆਂ ਬਹੁਤ ਸਲਾਹਾਂ ਹੁੰਦੀਆਂ। ਪਰ ਇਹ ਵੈਟਰਨਰੀ ਡਾਕਟਰ ਜਿਹੜੇ ਆ, ਗੜਵਾਸੂ ਯੂਨੀਵਰਸਿਟੀ ਹੈ ਜਿਹੜੀ, ਇੱਕ ਐਨੀਮਲ ਦਾ ਇੱਕ ਡਿਪਾਰਟਮੈਂਟ ਹੁੰਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਉਹਦੇ 'ਚੋਂ ਨਿਕਲ ਕੇ ਇੱਕ ਯੂਨੀਵਰਸਿਟੀ ਬਣਾਤੀ, ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਆ। ਉਹਦੇ 'ਚ ਸਾਰੇ ਸਪੈਸ਼ਲਿਸਟ ਇਸੇ ਨਾਲ ਵੈਟਰਨਰੀ ਨਾਲ ਰਿਲੇਟਡ ਆ। ਔਰ ਉਹਨਾਂ ਵੱਲੋਂ ਹੁਣ ਜਦੋਂ ਲਾਲਜੀਤ ਸਿੰਘ ਭੁੱਲਰ ਜਿਹੜੇ ਹੈਗੇ ਆ ਮੰਤਰੀ ਇਹਦੇ, ਉਹਨਾਂ ਨੇ ਸਾਰੇ ਡਾਕਟਰ ਇਕੱਠੇ ਕੀਤੇ ਆ, ਔਰ ਹਦਾਇਤਾਂ ਵੀ ਹੋ ਗਈਆਂ। ਉਹ 'ਚ ਭਗਵੰਤ ਮਾਨ ਜੀ ਵੀ ਸੀਗੇ ਬੈਠੇ ਉਹਨਾਂ ਨਾਲ, ਕਿ ਇਹਦੇ 'ਚ ਉਹਨਾਂ ਨੇ ਕਿਹਾ ਕਿ ਡੇਲੀ ਜਿਹੜਾ ਘੱਟੋ ਘੱਟ ਇੱਕ ਟਾਰਗੇਟ ਆ 50,000 ਟੀਕਾ ਲੱਗਣਾ ਚਾਹੀਦਾ ਜਿਹੜੇ ਅਫੈਕਟਡ ਆ, ਜਿਨ੍ਹਾਂ ਨੂੰ ਇਹ ਬਿਮਾਰੀ ਲੱਗ ਗਈ ਆ। ਔਰ ਉਹਦੇ 'ਚ ਇੱਕ ਉਹਨਾਂ ਨੇ ਕਿਹਾ ਵੀ ਗਾਵਾਂ ਦਾ ਦੁੱਧ ਬੱਚਿਆਂ ਨੂੰ ਪਿਆਉਂਦੇ ਸੀਗੇ, ਜਨਾਨੀਆਂ ਪੀਂਦੀਆਂ ਸੀਗਾ, ਔਰ ਸਾਰੇ ਲੋਕ ਗਾਂ ਦੇ ਦੁੱਧ ਨੂੰ ਬੜਾ ਪਵਿੱਤਰ ਮੰਨਦੇ ਸੀ, ਪੀਂਦੇ ਸੀਗੇ। ਪਰ ਹੁਣ ਇਸ ਵੇਲੇ ਉਹ ਵੀ ਬੰਦ ਹੋ ਗਿਆ। ਇਹਦੇ ਵਿੱਚ ਜਿਹੜੀ ਡੇਅਰੀ ਫਾਰਮਿੰਗ ਹੈ ਲੋਕਾਂ ਦੀ, ਉਹਨਾਂ ਨੂੰ ਪੈਸਾ ਘੱਟ ਗਿਆ ਔਰ ਨੁਕਸਾਨ ਹੋ ਗਿਆ। ਤੁਸੀਂ ਕਿਹਾ ਮੱਝਾਂ ਵਿੱਚ ਵੀ ਆ ਰਹੀ ਹੈ, ਛੂਤ ਦੀ ਬਿਮਾਰੀ ਹੈ, ਡੰਗਰ ਤੋਂ ਡੰਗਰ ਨੂੰ ਪੈ ਸਕਦੀ ਹੈ। ਔਰ ਉਹਦੇ ਵਿੱਚ ਇੱਕ ਗੱਲ ਹੋਰ ਆ ਗਈ ਹੈ ਕਿ ਜਿਹਦੇ 'ਚ ਇਹਨਾਂ ਨੇ ਜਿੰਨੇ ਵੀ ਡੰਗਰ ਸੀਗੇ ਉਹ ਮਰ ਗਏ ਆ, ਔਰ ਜ਼ਿਆਦਾਤਰ ਮਾਲ ਵੇਚ ਰਹੀ ਹੈ ਇਹ ਬਿਮਾਰੀ। ਜਦੋਂ ਪਿੰਡ ਤੋਂ ਪਿੰਡ ਗਈ ਹੈ, ਮਲੇਰਕੋਟਲਾ ਜ਼ਿਆਦਾ ਅਫੈਕਟਡ ਹੋਇਆ, ਬਹੁਤ ਜ਼ਿਆਦਾ ਇਫੈਕਟ ਹੋਇਆ। ਔਰ ਇੱਕ ਚੀਜ਼ ਹੋਰ ਵੀ ਹੈ ਜੀ, ਜਿੱਦਾਂ ਆਪਾਂ ਦੇਖਦੇ ਹਾਂ ਨਾ ਬਲਕਾਰ ਜੀ, ਕਿ ਮੰਕੀ ਪੌਕਸ ਕਿ ਜਾਨਵਰਾਂ ਤੋਂ ਫੈਲਦੀ ਹੈ। ਕਈ ਵਾਰ ਕੀ ਹੁੰਦਾ ਹੈ ਕਿ ਇਨਸਾਨਾਂ ਨੂੰ ਵੀ ਖਤਰਾ ਪੈਦਾ ਹੋ ਜਾਂਦਾ ਹੈ ਜਾਨਵਰਾਂ ਦੀ ਬਿਮਾਰੀ ਤੋਂ, ਕਿਉਂਕਿ ਜਿਹੜੇ ਜਾ ਕੇ ਦੁੱਧ ਚੋਂਦੇ ਨੇ ਹਮੇਸ਼ਾ ਉਹਨਾਂ ਦੇ ਵਿੱਚ ਰਹਿੰਦੇ ਨੇ, ਹੱਥ ਲੱਗਦੇ ਤੁਹਾਡੇ, ਰੱਬ ਨਾ ਕਰੇ ਉਹਨਾਂ 'ਚ ਕੋਈ ਇਦਾਂ ਦੇ ਜਰਾਸੀਮ ਆ ਜਾਣ। ਇਸ ਗੱਲ ਦਾ ਵੀ ਧਿਆਨ ਰੱਖਿਆ ਜਾਂਦਾ ਹੈ ਕਿ ਛੂਤ ਦੀ ਬਿਮਾਰੀ ਹੈ, ਜੇ ਡੰਗਰ ਤੋਂ ਡੰਗਰ ਨੂੰ ਹੁੰਦੀ ਪਈ ਤੇ ਡੰਗਰ ਤੋਂ ਬੰਦੇ ਨੂੰ ਵੀ ਹੋ ਸਕਦੀ ਹੈ। ਇਹ ਕੋਈ ਹੋਰ ਹੀ ਨਵਾਂ ਹੀ ਕੋਈ ਚੰਨ ਨਾ ਚੜ੍ਹ ਜਾਵੇ ਕਿ ਜਿੱਦਾਂ ਮੰਕੀ ਪੌਕਸ ਆ ਗਈ, ਪਹਿਲਾਂ ਵਾਇਰਸ ਆਇਆ 19, ਕਿਤੇ ਨਵਾਂ ਹੀ ਨਾ ਕੁਝ ਪੰਗਾ ਖੜਾ ਹੋ ਜਾਏ। ਇਸ ਕਰਕੇ ਟੀਕਾਕਰਨ ਵੀ ਸ਼ੁਰੂ ਕਰ ਦਿੱਤਾ ਹੈ ਪੰਜਾਬ ਸਰਕਾਰ ਨੇ, ਕਿਉਂਕਿ ਕਈ ਵਾਰ ਅਸੀਂ ਦੇਖਦੇ ਹਾਂ ਕਈ ਵਾਰ ਬੰਦਿਆਂ ਤੋਂ ਕੋਈ ਰੋਗ ਪੈਟਸ ਦੇ ਵਿੱਚ ਚਲੇ ਜਾਂਦੇ ਨੇ, ਜਿਹੜੇ ਘਰ ਉਹਨਾਂ ਨੇ ਜੀਵ ਪਾਲੇ ਹੁੰਦੇ ਨੇ, ਕੁੱਤੇ ਬਿੱਲੀਆਂ ਜੋ ਵੀ, ਉਹਨਾਂ 'ਚ ਚਲੇ ਜਾਂਦੇ ਨੇ। ਫਿਰ ਉਹ ਪੈਟ ਦੂਸਰੇ ਫੈਮਿਲੀ ਮੈਂਬਰਸ ਕੋਲ ਜਾਂਦਾ, ਉਸ ਫੈਮਿਲੀ ਮੈਂਬਰ ਨੂੰ ਵੀ ਇਨਫੈਕਸ਼ਨ ਹੋ ਜਾਂਦੀ ਹੈ, ਉਹ ਵੀ ਇਫੈਕਟ ਹੋ ਜਾਂਦੇ ਨੇ। ਉਹ ਸਾਰਾ ਕੁਝ ਜਿਹੜਾ ਨਾ, ਕਿਉਂਕਿ ਬਿਮਾਰੀ ਤਾਂ ਕਿਸੇ ਨੂੰ ਵੀ ਹੋ ਸਕਦੀ ਹੈ, ਸਰੀਰ ਹੈ, ਸਰੀਰਾਂ ਦਾ ਕੁਝ ਪਤਾ ਨਹੀਂ ਲੱਗਦਾ ਕਿੱਥੇ ਕਿਹੜਾ ਰੋਗ ਜਨਮ ਲੈਂਦਾ ਪਿਆ। ਇਸ ਕਰਕੇ ਉਹ ਜਿਹੜੇ ਪਸ਼ੂਆਂ ਦੇ ਵਿੱਚ ਕੰਮ ਕਰਦੇ ਨੇ, ਜਿਨ੍ਹਾਂ ਨੂੰ ਲੰਪੀ ਸਕਿਨ ਡਿਜ਼ੀਜ਼ ਹੋਈ ਹੈ, ਉਹਨਾਂ ਇਨਸਾਨਾਂ ਦਾ ਵੀ ਜਿਹੜੇ ਉਹ ਡੇਅਰੀਆਂ ਦੇ ਵਿੱਚ ਕੰਮ ਕਰਦੇ ਨੇ, ਕਾਮੇ ਰੱਖੇ ਹੁੰਦੇ ਨੇ, ਕਾਮੇ ਉਹਨਾਂ ਤੇ ਵੀ ਉਹਨਾਂ ਦਾ ਵੀ ਇੰਜੈਕਸ਼ਨ ਜਾਂ ਉਹਨਾਂ ਦੇ ਵੀ ਪੂਰੀ ਮੈਡੀਕਲ ਚੈੱਕਅਪ ਹੋਣਾ ਚਾਹੀਦਾ। ਕਿਤੇ ਉਹਨਾਂ 'ਚ ਤਾਂ ਨਹੀਂ ਕੋਈ ਇੱਦਾਂ ਦੇ ਲੱਛਣ, ਕੋਈ ਨਵੀਂ ਕੋਈ ਬਿਮਾਰੀ ਡਿਵੈਲਪ ਹੋ ਜਾਵੇ ਔਰ ਇਨਸਾਨਾਂ 'ਚ ਫੈਲ ਜਾਵੇ, ਰੱਬ ਨਾ ਕਰੇ ਕੋਈ ਅਜਿਹਾ ਕੰਮ ਵੀ ਹੋਵੇ। ਪਰ ਇਹਦੇ ਪਹਿਲਾਂ ਨਾ ਇਦਾਂ ਦਾ ਵੀ ਹੋਇਆ, ਮੁਰਗੀਆਂ ਦੇ ਵਿੱਚ ਜਿੱਥੇ ਲੋਕਾਂ ਨੇ ਚਿਕਨ ਬਾਕਸ ਵਗੈਰਾ ਹੋ ਜਾਂਦੀ ਆ, ਉਹਦੇ ਤੋਂ ਬਹੁਤ ਮੁਰਗੀਆਂ ਬਹੁਤ ਮਰਦੀਆਂ ਨੇ, ਪਰ ਉਹਨਾਂ ਨੂੰ ਕਈ ਵਾਰੀ ਮੀਟ ਨਹੀਂ ਸੀ ਉਹਦਾ ਖਾਂਦੇ, ਜਿਹੜੇ ਬਰਾਇਲਰ ਆ ਜਾਂ ਜਿਹੜੇ ਉਹ ਹੈਗੇ, ਉਹ ਕਈ ਵਾਰੀ ਜੇ ਮੀਟ ਖਾਂਦੇ ਸੀ ਤੇ ਲੋਕਾਂ ਨੂੰ ਵੀ ਹੋ ਜਾਂਦੀ ਸੀ ਇਹ ਬਿਮਾਰੀ।
ਉਹ ਜਿਹੜੇ ਨਾ ਮੁਰਗੀਆਂ ਜਦੋਂ ਬੈਠੀਆਂ ਨਾ ਤਾਂ ਸੁੱਤੀਆਂ ਸੌਂ ਜਾਂਦੀਆਂ ਬਲਕਾਰ ਜੀ। ਗੱਲ ਇੱਥੋਂ ਤੱਕ ਹੈ, ਕਿਉਂਕਿ ਹੁਣ ਜੇ ਤੁਸੀਂ ਇਹ ਗੱਲ ਛੇੜੀ ਤੇ ਮੈਂ ਇੱਕ ਇਦਾਂ ਦਾ ਕੇਸ ਵੀ ਜਾਣਦਾ ਕਿ ਮੁਰਗੀਆਂ ਉਹਨਾਂ ਨੇ ਘਰ ਪਾਲੀਆਂ ਹੋਈਆਂ ਤੇ ਮੁਰਗੀਆਂ ਨੂੰ ਹੋ ਗਈ ਬਿਮਾਰੀ, ਤੇ ਛੋਟੇ ਭਾਈ ਸਾਹਿਬ ਕਿਤੇ ਬਾਹਰ ਰਹਿੰਦੇ ਸੀ, ਵੱਡੇ ਭਾਈ ਸਾਹਿਬ ਨੂੰ ਸਮਝ ਨਾ ਆਵੇ, ਉਹ ਜਿਹੜੀਆਂ ਮੁਰਗੀਆਂ ਮਰੀ ਜਾਣ ਤੇ ਉਹ ਕੋਈ ਆ ਕੇ ਲੈ ਗਿਆ, ਕੋਈ ਆ ਕੇ ਲੈ ਗਿਆ, ਉਹ ਵੀ ਖਾਂਦੇ ਸੀ। ਤੇ ਉਹਨਾਂ ਨੇ ਆਉਂਦੇ ਛੋਟੇ ਭਾਈ ਨੂੰ ਫੋਨ ਕੀਤਾ ਕਿ ਇਦਾਂ ਪੰਗਾ ਪੈ ਗਿਆ ਤੇ ਹੁਣ ਕਰੀਏ ਕੀ। ਉਹ ਕਹਿੰਦਾ ਮੈਂ ਆਉਣਾ ਦੂਸਰੇ ਸ਼ਹਿਰੋਂ, ਉਹਨੇ ਆਉਣਾ ਸੀ, ਉੱਥੇ ਨੌਕਰੀ ਕਰਦਾ ਸੀ, ਆਉਂਦਾ ਆਇਆ ਤੇ ਰਸਤੇ 'ਚ ਕਿਸੇ ਉਹ ਜਿਹੜੇ ਕਸਾਈ ਖਾਨੇ ਵਾਲੇ ਹੁੰਦੇ ਨੇ ਜਾਂ ਢਾਬਿਆਂ ਵਾਲੇ ਹੁੰਦੇ ਉਹਨਾਂ ਨਾਲ ਅੱਟਾ ਸੱਟਾ ਲਾ ਕੇ ਆ ਗਿਆ, ਉਹ ਸਾਰੀਆਂ ਮੁਰਗੀਆਂ ਉਹਨਾਂ ਨੂੰ ਚੁਕਾਤੀਆਂ। ਤਾਂ ਵੇਚਣਗੇ ਮੀਟ, ਉਹਨਾਂ ਵੇਚਣਗੇ ਮੀਟ, ਲੋਕੀ ਖਾਣਗੇ, ਉਹ ਸਸਤੀਆਂ ਵਿਕ ਗਈਆਂ ਕਿ ਜਿਹੜਾ ਵਟਿਆ ਗਿਆ ਠੀਕ ਹੈ, ਜਿੰਨਾ ਖਰਚਾ ਨਿਕਲਿਆ ਠੀਕ ਹੈ। ਤੁਹਾਡੇ ਨਾਲ ਗੱਲ ਮਿਲਦੀ ਜੁਲਦੀ ਹੋਣਾ ਕਿ ਜਿਹੜੇ ਗਾਵਾਂ ਦੀਆਂ ਅਫੈਕਟਡ ਆ, ਜਿਨ੍ਹਾਂ ਪ੍ਰਭਾਵਿਤ ਆ ਬਿਮਾਰੀ ਤੋਂ, ਉਹਨਾਂ ਦਾ ਦੁੱਧ ਜਿਹੜਾ ਨਾ ਉਹ ਲੋਕਾਂ ਨੇ ਬੰਦ ਕਰਤਾ, ਨਹੀਂ ਲੈ ਰਹੇ। ਹੁਣ ਇਹ ਵੇਖਣ 'ਚ ਆ ਰਿਹਾ ਕਿ ਜਿਹੜੇ ਮੱਝਾਂ ਦਾ ਦੁੱਧ ਉਹਦੇ 'ਚ ਵੀ ਜਿਹੜੇ ਗਾਵਾਂ ਦਾ ਦੁੱਧ ਮਿਲਾ ਕੇ ਤੇ ਮੱਝਾਂ ਦਾ ਦੁੱਧ ਕਹਿ ਕੇ ਵੇਚੀ ਜਾਂਦੇ, ਇਹਦੇ ਨਾਲ ਵੀ ਗਲਤ ਹੈ। ਉਹ ਵੀ ਵੇਚਦੇ ਨੇ ਤੇ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਜਿਨ੍ਹਾਂ ਕੋਲ ਦੁੱਧ ਦੇ ਪੈਕੇਟਸ ਆਉਂਦੇ ਨੇ, ਜਿਹੜੇ ਦੁੱਧ ਲੈਂਦੀਆਂ ਨੇ ਪਿੰਡਾਂ 'ਚੋਂ, ਉਹਨਾਂ ਨੂੰ ਵੀ ਚੁਕਾਈ ਜਾਂਦੇ ਨੇ। ਹੁਣ ਉਹ ਕਿੰਨਾ ਕੁ ਉਹਦੇ 'ਚ ਪਿਉਰੀਫਾਈ ਕਰ ਸਕਦੀਆਂ ਨੇ, ਉਹਨਾਂ ਦੀ ਮਸ਼ੀਨਰੀ ਕਿੰਨਾ ਕੁ ਸਪੋਰਟ ਕਰਦੀ ਹੈ ਇਸ ਚੀਜ਼ ਨੂੰ, ਉਹ ਗੰਦ ਬਲਾ ਜਿਹੜੀ ਉਹਦੇ 'ਚ ਆਉਂਦੀ ਪਈ ਬਿਮਾਰੀਆਂ ਦੀ ਉਹ ਕਿੰਨਾ ਕੱਢ ਸਕਦੀ ਹੈ, ਤੇ ਪਿਓਰ ਦੁੱਧ ਕਿੰਨਾ ਕੁ ਪਹੁੰਚਾ ਸਕਦੀ ਹੈ, ਉਹਦੇ ਉੱਤੇ ਵੀ ਕੁਐਸਚਨ ਮਾਰਕ ਲੱਗਦਾ ਕਿ ਜੇ ਉਹਨਾਂ ਨੇ ਪੈਸੇ ਲਈ ਵੀ ਮਨੁੱਖਤਾ ਦਾ ਘਾਣ ਕਰ ਦਿੰਦੇ ਆ। ਇਹ ਹੁਣ ਦੁੱਧ ਜਿਹੜਾ ਗਾਵਾਂ ਦਾ ਜਾਂ ਮੱਝਾਂ ਦਾ ਆ ਰਿਹਾ ਤੇ ਬੱਚੇ ਪੀਂਦੇ ਆ, ਬੱਚੇ ਛੋਟੇ ਆ ਜਿਹੜੇ ਬੱਚੇ, ਉਹਨਾਂ ਨੂੰ ਪੈਕੇਟ ਵਾਲਾ ਦੁੱਧ ਪਿਆ ਰਹੇ ਆ, ਉਹ ਉਹਦੇ ਨਾਲ ਦੁੱਧ ਪੀਣਗੇ ਤਾਂ ਬਿਮਾਰ ਨਹੀਂ ਹੋਣਗੇ। ਬੱਚਿਆਂ ਨੂੰ ਤਾਂ ਬਿਮਾਰੀ ਬਹੁਤ ਛੇਤੀ ਲੱਗਦੀ ਹੈ। ਉਹ ਪੈਕੇਟ ਵਾਲਾ ਦੁੱਧ ਘੱਟੋ ਇਹ ਵੀ ਨਹੀਂ ਪੀਂਦੇ ਲੋਕ। ਨਾ ਉਹ ਜਿਹੜਾ ਹੁਣ ਤੁਸੀਂ ਕੰਪਨੀਆਂ ਨੂੰ ਦੇ ਰਹੇ ਹੋ, ਜੇ ਉਹ ਨਾ ਪੂਰੀ ਤਰ੍ਹਾਂ ਪਿਉਰੀਫਾਈ ਹੋਇਆ, ਉਹ ਪੈਕਟਾਂ 'ਚ ਬੰਦ ਹੋ ਕੇ ਉਹੀ ਜ਼ਹਿਰੀਲਾ ਦੁੱਧ ਲੋਕਾਂ 'ਚ ਆ ਗਿਆ, ਲੋਕਾਂ ਨੇ ਫਿਰ ਪੀਤਾ, ਉਹ ਕਿੱਥੋਂ ਤੱਕ ਰਿਜ਼ਲਟ ਜਾਣਗੇ। ਪੈਸਾ ਹੋਣਾ ਚਾਹੀਦਾ ਲੋਕਾਂ ਕੋਲ, ਬਟੂਆ ਭਰਨਾ ਚਾਹੀਦਾ। ਇਨਸਾਨ ਨਾਲ ਕੋਈ ਨਹੀਂ ਉਹਨਾਂ ਦਾ, ਇਨਸਾਨ ਮਰ ਰਿਹਾ, ਬੱਚੇ ਮਰ ਜਾਣ, ਜਨਾਨੀਆਂ ਮਰ ਜਾਣ, ਜੋ ਮਰ ਜੇ, ਪੈਸਾ ਕੋਲ ਆਉਣਾ ਚਾਹੀਦਾ। ਇਹ ਲੋਕਾਂ ਦੀ ਆਪਣੀ ਮਨਸਾ ਵਾ, ਸੋਚ ਬਣ ਗਈ ਹੈ। ਚਲੋ ਆਪਾਂ ਅੱਗੇ ਵਧੀਆ, ਹੁਣ ਅਮਰੀਕਾ ਦੀ ਧਰਤੀ ਤੇ ਚੱਲਦੇ ਹਾਂ। ਚਲੋ ਜੀ, ਉਡਾਰੀ ਮਾਰੋ, ਉਧਰ ਉਡਾਰੀ ਮਾਰਦੇ ਹਾਂ। ਤੇ ਉੱਥੇ ਵੀ ਪੁਲਿਸ ਸਟਾਫ ਦੀ ਕਮੀ ਹੋਣ ਕਰਕੇ ਅਪਰਾਧ ਦਰ ਵੱਧ ਰਿਹਾ ਤੇ ਡੈਮੋਕ੍ਰੈਟਿਕਸ ਪਾਰਟੀ ਨੂੰ ਮੱਧ ਚੋਣਾਂ ਵਿੱਚ ਨੁਕਸਾਨ ਦਾ ਡਰ। ਇਹ ਦੋ ਚੀਜ਼ਾਂ ਆਪਾਂ ਇਕੱਠੇ ਲੈ ਰਹੇ ਹਾਂ। ਇਹ ਕਹਿੰਦੇ ਵੇਖਣ 'ਚ ਆਇਆ ਕਿ ਜਿਹਦੇ 'ਚ ਜਿੰਨੇ ਵੀ ਉੱਧਰ ਪੁਲਿਸ ਆਫੀਸਰ ਨੇ ਜਾਂ ਪੁਲਿਸ ਦੇ ਵਿੱਚ ਸਿਪਾਹੀ ਨੇ, ਜੋ ਵੀ ਹੈ, ਉਹਨਾਂ ਨੇ ਜਿਹੜੀ ਆ ਵਲੰਟਰੀ ਆਪਣੀ ਜਿਹੜੀ ਰਿਜ਼ਾਈਨ ਕਰਤਾ, ਰਿਟਾਇਰਮੈਂਟ ਲੈ ਲਈ, ਜਿਨ੍ਹਾਂ ਦੇ ਵਿੱਚ 50% ਇਹ ਲੋਕ ਹੋ ਗਏ ਤੇ 20% ਜਿਹੜੇ ਨੈਚੁਰਲ ਰਿਟਾਇਰ ਹੋ ਰਹੇ ਆ। ਉਹਦੇ ਵਿੱਚ ਉਹ ਜਿਹੜੇ ਜੌਬ ਛੱਡ ਕੇ ਜਾ ਰਹੇ ਆ, ਉਹ ਜ਼ਿਆਦਾ ਤਨਖਾਹ ਮੰਗ ਰਹੇ ਆ, ਕਿਉਂਕਿ ਉਹਦੇ ਵੀ ਸਾਨੂੰ ਸੈਲਰੀ ਘੱਟ ਦਿੱਤੀ ਜਾ ਰਹੀ ਹੈ ਜੀ। ਨੰਬਰ 2 ਉਹਦੇ 'ਚ ਇਹ ਹੈਗਾ ਕਿ ਇਹਨਾਂ ਨੇ ਫਿਰ ਇਹ ਕੀਤਾ ਕਿ ਜਿਹੜੇ ਰਿਜ਼ਾਈਨ ਕਰ ਗਏ, ਨਿਕਲ ਗਏ ਆ, ਉਹਨਾਂ ਦੇ ਲਈ ਇਹਨਾਂ ਨੇ ਆਪਣੇ ਨੂੰ ਐਡ ਦਿੱਤੀ ਹੈ। ਕਾਰਪੋਰੇਟ ਜਿੱਦਾਂ ਦਿੰਦੇ ਆ ਕਿ ਤੁਹਾਨੂੰ ਅਸੀਂ 2 ਸਾਲ ਰੱਖਾਂਗੇ, ਇੰਨਾ ਪੈਸਾ ਦਾਂਗੇ, ਇੰਨਾ ਪੈਸਾ ਅਸੀਂ ਤੁਹਾਨੂੰ ਦੇ ਕੇ ਤੇ ਅਸੀਂ ਫਿਰ ਤੋਰਾਂਗੇ ਇੱਥੋਂ, ਤੇ ਸਾਡੇ ਕੋਲ 10 ਸਾਲ ਦਾ ਠੇਕਾ ਲੈ ਲਓ। ਕੰਟਰੈਕਟ 'ਤੇ ਵੀ ਰੱਖਣਾ ਚਾਹ ਰਹੇ, ਪਰ ਲੋਕ ਮੂੰਹ ਨਹੀਂ ਕਰ ਰਹੇ ਇੱਧਰ। ਪਰ ਇਹਦੇ ਨਾਲ ਅਪਰਾਧ ਬਹੁਤ ਵੱਧ ਗਏ, ਜਿੰਨੀ ਪੁਲਿਸ ਦੀ ਘਾਟ ਹੋ ਗਈ, ਇਹਦੇ ਨਾਲ ਗਾਹੇ ਬਗਾਹੇ ਜਿੱਥੇ ਵੀ ਲੋਕ ਹੈਗੇ ਆ, ਉੱਥੇ ਗੋਲੀਆਂ ਵੀ ਚੱਲਦੀਆਂ, ਉੱਥੇ ਲੋਕਾਂ ਨੂੰ ਚੁੱਕਿਆ ਵੀ ਜਾਂਦਾ, ਕਿਉਂਕਿ ਪੁਲਿਸ ਦਾ ਡਰ ਜਿਹੜਾ ਹੈਗਾ ਉਹ ਲੋਕਾਂ ਅਪਰਾਧ ਨੂੰ ਜਿਹੜਾ ਨੱਥ ਪਾਉਂਦਾ। ਬਿਲਕੁਲ ਹੋਣਾ ਇਹਦੇ 'ਚ ਇਹ ਸਾਰਾ ਕੁਛ ਹੈ। ਪਰ ਉਹਦੇ 'ਚੋਂ ਜਦੋਂ ਇਹ ਅਪਰਾਧ ਵੱਧ ਗਏ, ਕਿਉਂਕਿ ਡੂਰਿੰਗ ਬਾਈਡਨ ਦੀ ਜਿਹੜੀ ਹੈਗੀ ਡੈਮੋਕ੍ਰੇਟਿਕ ਪਾਰਟੀ ਆ, ਉਹਨਾਂ ਨੂੰ ਖਤਰਾ ਹੋ ਗਿਆ। ਉਹ ਕਹਿੰਦੇ ਜੀ ਅਗਲੀ ਇਲੈਕਸ਼ਨ ਆ ਗਈ ਆ, ਮਿਡ ਟਰਮਸ ਆ ਹੋ ਰਹੀਆਂ, ਮੱਧਕਾਲੀ ਚੋਣਾਂ ਹੋ ਰਹੀਆਂ, ਉਹਦੇ ਵਿੱਚ ਇਹਨਾਂ ਨੇ ਕਹਿਣਾ ਕਿ ਆਹ ਕਰਵਾਤਾ, ਇਹਨਾਂ ਨੇ ਇਸ ਗੌਰਮੈਂਟ ਨੇ ਕ੍ਰਾਈਮ ਵਧਾਤੇ, ਕ੍ਰਾਈਮ ਵੱਧ ਗਿਆ, ਗਾਇਬ ਲੋਕ ਮਰ ਰਹੇ ਆ, ਕਿਸੇ ਨੂੰ ਡਰ ਦੀ ਭਾਵਨਾ ਨਹੀਂ ਰਹੀ, ਲੋਕ ਤਾਂ ਸਿੱਧੇ ਭੱਜ ਕੇ ਆ ਰਹੇ, ਇੱਕ ਦੂਜੇ ਕੋਲ ਖੋ ਰਹੇ। ਬਿਲਕੁਲ ਉਧਰ ਗਨ ਕਲਚਰ ਦਾ ਵੀ ਉਹਨਾਂ ਨੇ ਕਿਹਾ ਵੀ ਇਹਦੇ 'ਚ ਹੁਣ ਜਿਹੜਾ ਲੋਕਾਂ ਦਾ ਡਰ ਤਾਂ ਜਿਹੜਾ ਖਤਮ ਹੋਣਾ ਹੀ ਸੀਗਾ, ਹੋਰ ਡਰ ਜ਼ਿਆਦਾ ਪੈਦਾ ਹੋ ਗਿਆ। ਤੇ ਉਹਨਾਂ ਨੇ ਇਸ ਗੱਲ ਤੋਂ ਖਦਸ਼ਾ ਕੀਤਾ ਕਿ ਹੁਣ ਥੋੜ੍ਹਾ ਜਿਹਾ ਇਹਨੂੰ ਫਿਰ ਦੁਬਾਰਾ ਤਰੀਕੇ ਨਾਲ ਪੁਲਿਸ ਨੂੰ ਨਫਰੀ ਵਧਾਈਏ। ਨਫਰੀ ਤਾਂ ਇਸੇ ਤਰ੍ਹਾਂ ਵੱਧ ਸਕਦੀ ਹੈ ਜਾਂ ਤਾਂ ਹੁਣ ਜਿੱਦਾਂ ਹੁਣ ਆਪਣੇ ਉੱਥੇ ਬਹੁਤ ਪ੍ਰਵਾਸੀ ਮੁੰਡੇ ਬੈਠੇ ਆ, ਬੜੇ ਯੰਗ ਬੈਠੇ, ਜਿਹੜੇ ਲੋਕ ਹੋਣਾ ਚਾਹੁੰਦੇ ਆ, ਬਹੁਤ ਮੁੰਡੇ ਆਪਣੇ ਉਹਦੇ ਵਿੱਚ ਹੈਗੇ ਆ, ਅਮਰੀਕਨ ਪੁਲਿਸ ਵਿੱਚ ਹੈਗੇ ਨੇ, ਜਿਹੜੇ ਲੋੜਵੰਦ ਨੇ, ਜਿਹੜੇ ਉੱਥੇ ਗਏ ਜਵਾਨ, ਉਹਨਾਂ ਨੂੰ ਪਾਉਣ ਕਿਉਂ ਨਹੀਂ ਪਾ ਸਕਦੇ? ਨਹੀਂ, ਉਹਨਾਂ ਨੂੰ ਪਾ ਸਕਦੇ ਨੇ, ਪਰ ਉੱਥੋਂ ਦੇ ਜਿਹੜੇ ਨੇਟਿਵਸ ਨੇ ਉਹ ਫਿਰ ਕਹਿਣਗੇ ਨਾ ਕਿ ਸਾਨੂੰ ਇੰਪਲੋਇਮੈਂਟ ਕਿਉਂ ਨਹੀਂ ਮਿਲ ਰਹੀ। ਪਰ ਜਿਨ੍ਹਾਂ ਨੇ ਸਿਟੀਜ਼ਨ ਜਿਹਨਾਂ ਨੂੰ ਕਹਿ ਗਏ, ਉਹਨਾਂ ਨੂੰ ਤਾਂ ਲੈ ਸਕਦੇ, ਉਹਨਾਂ ਨੂੰ ਤਾਂ ਲੈ ਸਕਦੇ ਨੇ। ਹੁਣ ਇਹ ਗਵਰਨਮੈਂਟ ਦੇ ਡਿਸੀਜਨਸ ਨੇ, ਕਿਉਂਕਿ ਨਫਰੀ ਵਧਾਉਣੀ ਪਏਗੀ। ਜੋ ਪੁਲਿਸ ਦੀ ਗਿਣਤੀ ਵਧੇਗੀ ਤਾਂ ਹੀ ਉਹ ਕੰਟਰੋਲ ਕਰੇਗੀ, ਘੱਟ ਗਿਣਤੀ ਨਾਲ ਕਿੱਦਾਂ ਕੰਟਰੋਲ ਕਰੇਗੀ। ਇਸ ਕਰਕੇ ਇਹ ਵਾਕਈ ਯਕੀਨੀ ਬਣਾਉਣ ਵਾਲੀ ਗੱਲ ਹੈ ਕਿ ਉਹ ਇਲੈਕਸ਼ਨਸ ਨਾ ਹਾਰ ਜਾਣ ਇਸ ਇਸ਼ੂ ਦੇ ਕਰਕੇ। ਜੇ ਇਹਨਾਂ ਨੇ ਅਪਰਾਧ ਘਟਾਉਣੇ ਤੇ ਬੜੇ ਪੰਜਾਬੀ ਮੁੰਡੇ ਨੌਜਵਾਨ ਲੰਬੇ ਤਕੜੇ ਤੁਰੇ ਫਿਰਦੇ ਆ, ਬੜੀ ਬੁਰੀ ਤਰ੍ਹਾਂ ਸਕੰਜਾ ਕੱਸਣਗੇ, ਲੈਣੇ ਚਾਹੀਦੇ ਆ। ਸਾਡੀ ਪੰਜਾਬੀ ਨੂੰ ਸ਼ਾਇਦ ਨਾ ਸਮਝਣ, ਪਰ ਸਾਡੇ ਪ੍ਰਵਾਸੀ ਭਾਰਤੀ ਤੇ ਬਾਈਡਨ ਸਾਹਿਬ ਕੋਲ ਤੁਹਾਡਾ ਸੁਜੈਸ਼ਨ ਪਹੁੰਚਣਾ ਚਾਹੀਦਾ। ਹੋ ਸਕਦਾ ਅਗਲੀ ਡਿਵੈਲਪਮੈਂਟ ਇਹ ਹੋਵੇ ਕਿ ਅਮਰੀਕਾ ਦੀ ਪੁਲਿਸ ਦੇ ਵਿੱਚ ਬਹੁਤ ਸਾਰੇ ਪੰਜਾਬੀਆਂ ਨੂੰ, ਬਹੁਤ ਸਾਰੇ ਪੰਜਾਬੀ ਮੁੰਡਿਆਂ ਨੂੰ ਭਰਤੀ ਕੀਤਾ ਗਿਆ। ਸ਼ਾਇਦ ਅਗਲੀ ਹੈਡਲਾਈਨ ਸਾਡੇ ਪੰਜਾਬ ਮੇਲ ਟੀਵੀ, ਜਿਹੜਾ USA TV ਚੈਨਲ ਹੈ, ਇਹਦੇ CEO ਵੀ ਉੱਥੇ ਰਹਿੰਦੇ ਨੇ,
ਔਰ ਖੁਦ ਉਹ ਇੱਥੇ ਰਹੇ ਵੀ ਆ, ਉਹਨਾਂ ਨੇ ਬੜੇ ਉੱਥੇ ਕੰਮ ਕਰਾਏ ਵੀ ਆ, ਤੀਆਂ ਵੀ ਲਵਾਈਆਂ, ਔਰ ਉੱਥੇ ਉਹ ਖਾਸ ਤੌਰ ਤੇ ਪੋਲੀਟੀਕਲ ਜਿਹੜੇ ਮਾਮਲੇ ਉਹਨਾਂ 'ਚ ਵੀ ਸ਼ਿਰਕਤ ਕਰਦੇ ਆ। ਹੋ ਸਕਦਾ ਕਿ ਇਦਾਂ ਦੀ ਸਲਾਹ ਦੇ ਦੇਣ ਜਿੱਥੇ ਉਹਨਾਂ ਦੇ ਮੇਅਰ ਵੀ ਆਉਂਦੇ ਨੇ ਕੋਲ, ਜਿਹਦੇ ਇਹਨਾਂ ਤਾਂ ਅੱਛੀ ਗੱਲ ਹੈ, ਮਾੜੀ ਗੱਲ ਨਹੀਂ, ਮੁੰਡੇ ਹੈਗੇ ਅੱਗੇ ਵੀ। ਹਾਂ ਕਿਉਂ ਨਹੀਂ, ਕਿਉਂਕਿ ਇਹ ਵੇਲੇ ਘਾਟ ਆ ਉੱਧਰ, ਬਿਲਕੁਲ ਘਾਟ ਆ। ਜਿਹੜੇ ਟਰੱਕ ਡਰਾਈਵਰਾਂ ਦੀ ਵੀ ਘਾਟ ਸੀ, ਜਿਹੜੇ ਅਮਰੀਕਾ ਤੋਂ ਕੈਨੇਡਾ ਨੂੰ ਆਉਂਦੇ ਸੀ, ਜਦੋਂ ਕਿ ਉਹ ਨਾ ਕਰੋਨਾ ਦੀਆਂ ਇੰਜੈਕਸ਼ਨ ਲਾਉਣ ਦਾ ਸੀ, ਉਹਨਾਂ ਨਹੀਂ ਸੀ ਲਵਾਏ, ਤੇ ਬਹੁਤ ਨਹੀਂ ਸਾਨੂੰ ਖੁਸ਼ੀ ਹੋਏਗੀ ਕਿ ਸਾਡੇ ਪੰਜਾਬੀ ਨੌਜਵਾਨ ਮੱਲਾ ਮਾਰਨ ਅਮਰੀਕਾ ਦੀ ਧਰਤੀ ਤੇ ਵੀ ਪੁਲਿਸ ਭਰਤੀ ਹੋਣ ਔਰ ਹਰ ਚੀਜ਼ ਦਾ ਹੱਲ ਤਾਂ ਹੈ, ਪੰਜਾਬ ਦਾ ਨਾਂ ਰੋਸ਼ਨ ਕਰਨ, ਪੰਜਾਬੀ ਮੁੰਡੇ ਬੈਠੇ ਉੱਥੇ। ਸੋ ਫਿਰ ਚੱਲਿਆ ਜਾਏ। ਜੀ ਜੀ ਬਿਲਕੁਲ, ਨਿਊਜ਼ ਹੋ ਗਈ ਹੈ, ਆਪਣੇ ਦਰਸ਼ਕਾਂ ਕੋਲ ਇਜਾਜ਼ਤ ਮੰਗੋ ਤੇ ਆਪਾਂ ਹੁਣ ਉਮੀਦ ਕਰਾਂਗੇ ਕਿ ਪੰਜਾਬ ਦੀ ਜਿਹੜੀ ਭਰਤੀ ਹੈ ਅਮਰੀਕਾ ਦੀ ਪੁਲਿਸ ਫੋਰਸ ਵਿੱਚ ਚੰਗਾ ਪੈਗਾਮ ਹੈ ਸਾਡੇ ਵੀਰਾਂ ਲਈ, ਸਾਡੇ ਦੋਸਤਾਂ ਲਈ, ਕਿਉਂਕਿ ਪਹੁੰਚਾ ਵੀ ਸਕਦੇ ਉੱਥੋਂ ਤੱਕ, ਉਹਨਾਂ ਦੀ ਗੱਲਬਾਤ ਹੈ, ਕਿਉਂ ਨਹੀਂ ਪਹੁੰਚ ਸਕਦਾ। ਜੀ ਜੀ। ਸੋ ਚੱਲਦੇ ਆ, ਤੇ ਸਾਡੇ ਦਰਸ਼ਕ ਸਾਨੂੰ ਆਪਣੇ ਵਿਚਾਰ ਇਨਬਾਕਸ ਜ਼ਰੂਰ ਕਰਨ, ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰਨ। ਚੱਲੀਏ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ ਜੀ।